हरे रंग की बार बनती है जे प्लेज पे होण तो शेयर। जी 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 ठीक है सर, ठीक है, ओके, थैंक यू। ठीक है ਸਰ ਮਨੀ ਕੰਟਰੋਲ ਤੇ ਨਾ ਰੇਸ਼ੋਜ਼ ਵੀ ਦਿੱਤੀ ਹੁੰਦੀ ਪਹਿਲਾਂ ਦੀ, ਆਪਾਂ ਉਹਨਾਂ ਨੂੰ ਲੈ ਕੇ ਚੱਲ ਸਕਦੇ ਆ? बिल्कुल सर लेके चल सकते हैं। असल च की होंदा कि कई बार ना जिवें क्वार्टरली रिजल्ट आ जाती है तो क्वार्टरली रिजल्ट की रेशियो दा पर चेंज हो जांदियां ने। ਠੀਕ ਹੈ ਸਰ। ठीक है, तो बैटर है कि आप अपने हाथ नाल ही कड्ढिए, तो ਜਿਹੜੀਆਂ ਉਹ ਹੁੰਦੀਆਂ ਉਹ ਸਾਲ ਬਾਅਦ ਅਪਡੇਟਡ ਹੁੰਦੀਆਂ ਨੇ। ਠੀਕ ਹੈ ਸਰ। ਇੱਕ ਸਰ ਜਿਹੜਾ ਆਪਾਂ ਜਦੋਂ ਓਵਰਵਿਊ ਕੱਢਦੇ ਹਾਂ ਕਿਸੇ ਵੀ ਸ਼ੇਅਰ ਦਾ ਮਨੀ ਕੰਟਰੋਲ 'ਚ ਜਾ ਕੇ, ਉੱਥੇ ਇੱਕ VPS ਆ ਕੁਝ ਸਮਥਿੰਗ, ਉਹ ਕੀ ਚੀਜ਼ ਆ? ਮਤਲਬ ਨੈਟ ਪ੍ਰੋਫਿਟ ਵਗੈਰਾ, ਅਰਨਿੰਗ ਪਰ ਸ਼ੇਅਰ ਉਹਦੇ ਨਾਲ ਹੀ ਹੁੰਦਾ ਇੱਕ BPVS ਓਵਰਵਿਊ 'ਚ ਦੇਖਦੇ ਹਾਂ ਜਦੋਂ। ਉਹ ਕੀ ਬੁੱਕ ਵੈਲਿਊ ਪਰ ਸ਼ੇਅਰ ਕੁਝ ਇਦਾਂ ਦਾ ਹੋਏਗਾ ਮੇਰੇ ਖਿਆਲ 'ਚ, ਜੇ ਮੈਨੂੰ ਐਗਜ਼ੈਕਟ ਜੋ ਮੈਨੂੰ ਲੱਗ ਰਿਹਾ BVPS ਇਦਾਂ ਹੀ ਹੈ ਸਰ। ਉੱਥੇ ਮਤਲਬ ਸਭ ਕੁਝ ਦਿੱਤਾ ਹੁੰਦਾ, ਆਪਣਾ ਨੈਟ ਪ੍ਰੋਫਿਟ ਵੀ, ਰੈਵਨਿਊ ਵੀ ਓਵਰਵਿਊ ਦੇ ਵਿੱਚ ਹੀ ਆ। BV ਦਾ ਫਿਰ ਬੁੱਕ ਵੈਲਿਊ ਵਾਸਤੇ ਹੀ ਆਪਾਂ ਇੰਡੀਕੇਟ ਕਰਦੇ ਹਾਂ ਜੀ, ਬੁੱਕ ਵੈਲਿਊ ਦਾ ਹੋਏਗਾ ਉਹ। ਓਕੇ ਓਕੇ ਸਰ, ਕਰੀਏ ਜੀ ਆਪਾਂ ਅੱਗੇ ਸਟਾਰਟ ਅੱਜ ਫਿਰ। ਜੀ ਸਰ। ਓਕੇ, ਸਕਰੀਨ ਸ਼ੇਅਰ ਹੋ ਰਹੀ ਹੈ ਵੀ ਸਭ ਨੂੰ? ਅੱਜ ਸਰ ਇੰਟਰਡੇ ਕਰਨਾ ਨਾ? ਹਾਂਜੀ ਸਰ, ਅੱਜ ਆਪਾਂ ਇੱਕ ਤਾਂ ਫਿਬ ਰਿਟਰੇਸਮੈਂਟ ਕਰਨੀ ਹੈ ਤੇ ਫਿਰ ਨਾਲ ਆਪਾਂ ਇੰਟਰਡੇ ਕਰਾਂਗੇ, ਠੀਕ ਹੈ? ਠੀਕ ਹੈ ਜੀ। ਓਕੇ ਜੀ ਸਰ, ਪਹਿਲਾਂ ਸਭ ਤੋਂ ਪਹਿਲਾਂ ਆਪਾਂ ਫਿਬ ਰਿਟਰੇਸਮੈਂਟ ਦੀ ਗੱਲ ਕਰਦੇ ਹਾਂ। ਇਹਨੂੰ ਆਪਾਂ ਫਿਬੋਨਾਚੀ ਵੀ ਕਹਿ ਦਿੰਦੇ ਹਾਂ, ਠੀਕ ਹੈ? ਕਈ ਲੋਕ ਇਹਨੂੰ ਫਿਬ ਕਹਿੰਦੇ ਆ, ਕਈ ਲੋਕ ਇਹਨੂੰ ਫਿਬ ਰਿਟਰੇਸਮੈਂਟ ਕਹਿੰਦੇ ਆ, ਕਈ ਕਹਿੰਦੇ ਆ ਫਿਬੋਨਾਚੀ। ਅਲੱਗ-ਅਲੱਗ ਨਾਮ ਹੈ, ਬੇਸਿਕਲੀ ਫਿਬ ਹੈ। ਹੁਣ ਫਿਬ ਕੀ ਚੀਜ਼ ਹੁੰਦੀ ਹੈ? ਦੇਖੋ, ਇੱਕ ਨਾ ਆਪਾਂ ਮੈਥਸ ਦੀ ਸੀਰੀਜ਼ ਹੁੰਦੀ ਹੈ, ਠੀਕ ਹੈ? ਜਿਵੇਂ 1 1 ਤੋਂ ਬਾਅਦ 2 2 ਤੋਂ ਬਾਅਦ 3 3 ਤੋਂ ਬਾਅਦ 5 5 ਤੋਂ ਬਾਅਦ 7 7 ਤੋਂ ਬਾਅਦ 13, ਇੱਕ ਸੀਰੀਜ਼ ਚੱਲਦੀ ਹੈ। ਹੁਣ ਜਿਹੜੀ ਇਹ ਸੀਰੀਜ਼ ਹੈ ਨਾ, ਆਪਾਂ ਤੁਸੀਂ ਕਦੇ ਦੇਖਿਆ ਹੋਊਗਾ ਵੀ ਜਿਹੜੇ ਨਾ, ਤੁਸੀਂ ਇੱਕ ਚੀਜ਼ ਕਦੇ ਵੀ ਨੋਟ ਕਰੋ, ਜਿਹੜੇ ਫੁੱਲ ਹੁੰਦੇ ਆ ਨਾ, ਫੁੱਲ ਦੇ ਪੱਤੇ ਹੁੰਦੇ, ਜਿਹੜੇ ਫੁੱਲ ਦੇ ਪੱਤੇ ਕਦੇ ਵੀ 8 ਨਹੀਂ ਹੁੰਦੇ, ਜਾਂ ਉਹ 3 ਹੋਣਗੇ ਜਾਂ 5 ਹੋਣਗੇ ਜਾਂ 7 ਹੋਣਗੇ ਜਾਂ 13 ਹੋਣਗੇ, ਉਹ 8 ਜਾਂ 9 ਨਹੀਂ ਹੁੰਦੇ ਕਦੇ ਵੀ, ਠੀਕ ਹੈ? ਇਸੇ ਤਰ੍ਹਾਂ ਜੇ ਆਪਾਂ ਪੱਤਿਆਂ ਦੀ ਗੱਲ ਕਰਦੇ ਹਾਂ ਵੀ ਟਹਿਣੀ ਦੇ ਉੱਪਰ ਪੱਤੇ ਆ, ਮੰਨ ਲਓ ਨਾ, ਆਪਾਂ ਦੇਖਦੇ ਹਾਂ ਵੀ ਕਈ ਵਾਰੀ 3 ਪੱਤਿਆਂ ਦਾ ਝੁੰਡ ਹੁੰਦਾ, 5 ਪੱਤਿਆਂ ਦਾ ਝੁੰਡ ਹੁੰਦਾ, ਠੀਕ ਹੈ? ਫਿਰ ਉਹ 8 ਪੱਤਿਆਂ ਦਾ ਝੁੰਡ ਆ ਜਾਊਗਾ। ਇਹ ਨਾ ਇੱਕ ਸਿਸਟਮ ਹੈ। ਫਿਬ ਰਿਟਰੇਸਮੈਂਟ ਬੇਸਿਕਲੀ ਕੀ ਹੈ? ਇੱਕ ਸਿਸਟਮ ਹੈ। ਇਹ ਨਿੱਕੇ ਤੋਂ ਨਿੱਕੇ ਕਣ ਤੋਂ ਲੈ ਕੇ, ਮਿੱਟੀ ਦੇ ਨਿੱਕੇ ਕਣ ਤੋਂ ਲੈ ਕੇ ਬੰਦੇ ਦੀ ਸ਼ੇਪ ਚ, ਜਹਾਜ਼ਾਂ ਦੀ ਸ਼ੇਪ ਦੇ ਵਿੱਚ ਕੰਮ ਆਉਂਦਾ ਹੈ, ਠੀਕ ਹੈ? ਜਿਹਨੂੰ ਆਪਾਂ ਕਹਿੰਦੇ ਹਾਂ ਕਿ ਆਪਾਂ ਅਨੁਪਾਤ ਲੈ ਕੇ ਚੱਲਦੇ ਹਾਂ ਵੀ ਜੇ ਇੱਥੋਂ ਤੱਕ ਇੱਥੋਂ ਇਹਦਾ ਇੰਨਾ ਅਨੁਪਾਤ ਹੋ ਜਾਊਗਾ, ਇਹਦਾ ਇੰਨਾ ਅਨੁਪਾਤ ਹੋ ਜਾਊਗਾ। ਬੇਸਿਕਲੀ ਫਿਬ ਰਿਟਰੇਸਮੈਂਟ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਦੁਨੀਆ ਦੀ ਹਰ ਇੱਕ ਚੀਜ਼ ਦੇ ਉੱਪਰ ਅਪਲਾਈ ਹੁੰਦੀ ਹੈ। ਹੁਣ ਕੋਈ ਇੱਕ ਇਹੋ ਜਿਹਾ ਫਾਰਮੂਲਾ ਜਿਹੜਾ ਦੁਨੀਆ ਦੀ ਹਰ ਇੱਕ ਚੀਜ਼ ਦੇ ਉੱਪਰ ਅਪਲਾਈ ਹੁੰਦਾ ਹੈ, ਉਹ ਫਿਰ ਸ਼ੇਅਰ ਮਾਰਕੀਟ 'ਚ ਵੀ ਅਪਲਾਈ ਹੁੰਦਾ ਹੈ ਤੇ ਬਹੁਤ ਵਧੀਆ ਢੰਗ ਨਾਲ ਅਪਲਾਈ ਹੁੰਦਾ ਹੈ ਕੀ ਚੀਜ਼? ਫਿਬ ਰਿਟਰੇਸਮੈਂਟ ਨਾਲ ਨਾ ਆਪਾਂ ਨੂੰ ਤੇ ਲੈਵਲ ਪਤਾ ਲੱਗ ਜਾਂਦੇ ਆ। ਹੁਣ ਜਿਵੇਂ ਆਪਾਂ ਇੱਥੇ ਦੇਖ ਰਹੇ ਹਾਂ, ਮੰਨ ਲਓ ਆ ਸਭ ਤੋਂ ਲੋ ਹੈ, ਆ ਸਭ ਤੋਂ ਹਾਈ ਪੁਆਇੰਟ ਹੈ। ਇਹਦੇ ਵਿੱਚ ਸ਼ੇਅਰ ਨੇ ਕਈ ਵਾਰੀ ਸਪੋਰਟ ਲਈ, ਕਈ ਵਾਰੀ ਉੱਪਰ ਉੱਠਿਆ, ਫਿਰ ਨੀਚੇ ਆਇਆ, ਸਪੋਰਟ ਲਈ, ਉੱਪਰ ਨੀਚੇ ਹੋ ਰਿਹਾ, ਹਨਾ? ਤਾਂ ਆਪਾਂ ਕੀ ਕਰਨਾ? ਇੱਕ ਤਾਂ ਆਪਾਂ ਇਹ ਸੀ ਕਿ ਆਪਾਂ ਪਹਿਲਾਂ ਸਿੱਖਿਆ ਕਿ ਆਪਾਂ ਇਦਾਂ ਕਰਦੇ ਹਾਂ, ਆਪਦੇ ਹੱਥ ਨਾਲ ਸਪੋਰਟ ਦੀ ਰੈਜ਼ਿਸਟੈਂਸ ਲਗਾ ਲੈਂਦੇ ਹਾਂ, ਹਨਾ? ਜੇ ਆਪਾਂ ਆਪਦੇ ਹੱਥ ਨਾਲ ਸਪੋਰਟ ਐਂਡ ਰੈਜ਼ਿਸਟੈਂਸ ਨਹੀਂ ਲਗਾਉਣੀ ਤਾਂ ਆਪਣੇ ਕੋਲ ਇੱਕ ਹੋਰ ਵਧੀਆ ਮੈਥਡ ਹੈ ਕਿ ਆਪਾਂ ਫਿਬ ਰਿਟਰੇਸਮੈਂਟ ਲਗਾਉਂਦੇ ਹਾਂ। ਹੁਣ ਫਿਬ ਰਿਟਰੇਸਮੈਂਟ ਸਰ ਕਿੱਥੇ ਹੈ ਜੀ? ਇੱਧਰ ਦੇਖੋ, ਬਿਲਕੁਲ ਲੈਫਟ ਹੈਂਡ ਸਾਈਡ ਤੇ ਮੇਰੇ ਅਜੇ ਤੇ ਸਮਾਈਲੀ ਬਣੀ ਹੋਈ ਹੈ, ਸਮਾਈਲੀ ਤੋਂ ਉੱਪਰ ਵਾਲਾ, ਠੀਕ ਹੈ? ਇਹ ਫਿਬ ਰਿਟਰੇਸਮੈਂਟ ਹੈ। ਸੌਰੀ, ਜਿੱਥੋਂ ਆਪਾਂ ਟ੍ਰੈਂਡ ਲਾਈਨ ਲੈਂਦੇ ਹਾਂ, ਇਹਦੇ ਨੀਚੇ ਵਾਲਾ ਸਮਾਈਲੀ ਦੇ ਉੱਪਰ ਦਾ ਫਿਕਸ ਰੇਂਜ ਹੈ। ਜਿੱਥੋਂ ਆਪਾਂ ਟ੍ਰੈਂਡ ਪਲੱਸ ਆ ਗਿਆ, ਪਲੱਸ ਤੋਂ ਬਾਅਦ ਟ੍ਰੈਂਡ ਲਾਈਨ ਵਾਲਾ ਆ ਗਿਆ, ਇਦੋਂ ਨੀਚੇ ਫਿਬ ਰਿਟਰੇਸਮੈਂਟ ਹੈ। ਇਹਨੂੰ ਔਨ ਕਰ ਲਓ। ਇਹਨੂੰ ਔਨ ਕਰਨ ਤੋਂ ਬਾਅਦ ਆਪਾਂ ਦੇਖਣਾ, ਆਪਾਂ ਦੇਖੋ ਲਾਉਣੀ ਕਿੱਥੇ ਹੈ? ਆਪਾਂ ਟ੍ਰੈਂਡ ਦੇਖਣਾ ਕਿ ਇੱਥੋਂ ਨੀਚੇ ਤੋਂ ਲੈ ਕੇ ਉੱਪਰ ਵੱਲ ਨੂੰ ਟ੍ਰੈਂਡ ਜਾ ਰਿਹਾ ਸੀ, ਤਾਂ ਆਪਾਂ ਕੀ ਕਰਨਾ? ਬਿਲਕੁਲ ਜਿਹੜਾ ਲੋ ਹੈ ਉਸ ਪੁਆਇੰਟ ਤੋਂ ਲੈ ਕੇ ਬਿਲਕੁਲ ਜਿਹੜਾ ਹਾਈ ਪੁਆਇੰਟ ਹੈ, ਠੀਕ ਹੈ? ਭਾਵੇਂ ਤੁਸੀਂ ਇਹਨੂੰ ਇੱਥੇ ਤੱਕ ਮਿਲਾ ਲਓ, ਚਾਹੇ ਇਹਨੂੰ ਅੱਗੇ ਖਿੱਚ ਕੇ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ, ਠੀਕ ਹੈ? ਪਰ ਆਪਾਂ ਕਿੱਥੋਂ ਤੱਕ ਮਿਲਾਉਣਾ? ਉਹਨੂੰ ਹਾਈ ਤੱਕ, ਲੋ ਤੋਂ ਲੈ ਕੇ
ਹਾਈ ਤੱਕ ਨੂੰ ਆਪਾਂ ਮੈਚ ਕਰਨਾ, ਉਹਨੂੰ ਭਾਵੇਂ ਅੱਗੇ ਤੱਕ ਵੀ ਲੈ ਜਾਓ ਤੁਸੀਂ, ਉਹ ਕੋਈ ਪ੍ਰੋਬਲਮ ਨਹੀਂ। ਆਪਾਂ ਦੇਖਿਆ ਇੱਕ ਇਹਦਾ ਲੋ ਹੈ, ਇੱਕ ਇਹਦਾ ਹਾਈ ਪੁਆਇੰਟ ਹੈ, ਇੰਨਾ ਮਿਲਾਉਣਾ ਆਇਆ ਜੀ। सर रिपीट कर दूंगा जी। ਆਪਾਂ ਸਰ ਕੋਈ ਵੀ ਕੀ ਦੇਖਿਆ, ਆਪਾਂ ਕੋਈ ਵੀ ਸ਼ੇਅਰ ਦੇਖਿਆ, ਠੀਕ ਹੈ, ਜਿਸ ਕਿ ਆਪਾਂ ਨੂੰ ਟ੍ਰੈਂਡ ਨਜ਼ਰ ਆ ਰਿਹਾ ਸੀਗਾ, ਚਾਹੇ ਅਪ ਟ੍ਰੈਂਡ ਚੱਲ ਰਿਹਾ ਸੀ ਚਾਹੇ ਡਾਊਨ ਟ੍ਰੈਂਡ ਚੱਲ ਰਿਹਾ ਸੀ। ਹੁਣ ਆਪਾਂ ਇੱਥੇ ਮੰਨ ਲਓ ਮੈਂ ਬੈਂਕ ਨਿਫਟੀ ਖੋਲਿਆ ਹੋਇਆ, ਬੈਂਕ ਨਿਫਟੀ ਆਪਾਂ ਦੇਖਿਆ ਕਿ ਕਿੰਨਾ ਅਪ ਟ੍ਰੈਂਡ ਦੇ ਵਿੱਚ ਜਾ ਰਹੀ ਸੀ ਇਸ ਵਕਤ। ਤਾਂ ਆਪਾਂ ਕੀ ਕੀਤਾ, ਇਹਦੇ ਤੇ ਫਿਬ ਕਿੱਦਾਂ ਲਾਉਣੀ ਹੈ, ਆਪਾਂ ਫਿਬ ਨੂੰ ਸਿਲੈਕਟ ਕੀਤਾ, ਬਿਲਕੁਲ ਨੀਚੇ ਜਿੱਥੇ ਲੋ ਹੈ, ਠੀਕ ਹੈ, ਜਿੱਥੇ ਸਭ ਤੋਂ ਨੀਚੇ ਤੇ ਲੋ ਹੈ, ਆਪਾਂ ਕੀ ਕੀਤਾ, ਲੋ ਤੋਂ ਹਾਈ ਪੁਆਇੰਟ ਨੂੰ ਮਿਲਾ ਦੇਣਾ। ਬਸ ਇੰਨਾ ਕੰਮ ਆਪਣਾ ਕਿ ਆਪਾਂ ਲੋ ਤੋਂ ਹਾਈ ਪੁਆਇੰਟ ਨੂੰ ਮਿਲਾ ਦੇਣਾ। ਇੰਨੀ ਗੱਲ ਸਮਝ ਆਈ? हाँ जी सर, हाँ जी। ਇਸ ਤੋਂ ਬਾਅਦ ਆਪਾਂ ਨੂੰ ਖਿੱਚ ਕੇ ਚਾਹੇ ਅੱਗੇ ਲੈ ਜਾਓ ਚਾਹੇ ਪਿੱਛੇ ਲੈ ਜਾਓ, ਕੋਈ ਪ੍ਰੋਬਲਮ ਨਹੀਂ, ਉਹ ਆਪਾਂ ਨੂੰ ਪਤਾ ਹੈ, ਠੀਕ ਹੈ, ਚਾਹੇ ਤੁਸੀਂ ਇਹਨੂੰ ਇੱਥੇ ਤੱਕ ਰੱਖ ਲਓ ਚਾਹੇ ਤੁਸੀਂ ਇਹਨੂੰ ਅੱਗੇ ਤੱਕ ਲੈ ਜਾਓ, ਪਰ ਆਪਣਾ ਮੇਨ ਗੱਲ ਹੈ ਕਿ ਆਪਾਂ ਕੀ ਕੀਤਾ, ਆਪਾਂ ਲੋ ਤੋਂ ਲੈ ਕੇ ਹਾਈ ਤੱਕ ਨੂੰ ਮਿਲਾਤਾ, ਠੀਕ ਹੈ। ਤਾਂ ਹੁਣ ਆਪਣੇ ਕੋਲੇ ਨਾ ਪੁਆਇੰਟ ਨਿਕਲ ਕੇ ਆਏ, ਬੇਸਿਕਲੀ ਆਪਾਂ ਨੀਚੇ ਆਪਾਂ ਕਹਿੰਦੇ ਕਿ ਇੱਕ ਦਾ ਪੁਆਇੰਟ ਹੈ, ਇੱਕ ਲੈਵਲ ਹੈ ਇਹ, ਠੀਕ ਹੈ। ਨੀਚੇ ਆਪਾਂ ਕੀ ਕੀਤਾ, ਆਪਾਂ ਨੂੰ ਕਿਹਾ ਜੀ ਇਹ ਇੱਕ ਪੁਆਇੰਟ ਹੈ, ਇਹ 0.7 ਦਾ ਲੈਵਲ ਹੈ, ਇਹ ਇੱਕ ਦਾ ਲੈਵਲ ਸੀ, ਇੱਕ ਤੋਂ ਲੈ ਕੇ 0 ਤੱਕ ਆਪਾਂ ਉੱਪਰ ਲਗਾਇਆ, ਤੇ ਇੱਕ ਦਾ ਲੈਵਲ, ਇਹ 0.7 ਦਾ ਲੈਵਲ ਹੈ, ਇਹ 0.6 ਦਾ ਲੈਵਲ ਹੈ, 0.5 ਦਾ ਲੈਵਲ। 0.5 ਦਾ ਲੈਵਲ ਬੜਾ ਅਹਿਮ ਮੰਨਿਆ ਜਾਂਦਾ, ਬਹੁਤ ਇੰਪੋਰਟੈਂਟ ਤੇ ਕ੍ਰੂਸ਼ੀਅਲ ਮੰਨਦੇ ਆ, ਕਿਉਂ? ਕਿਉਂਕਿ ਮਿਡ ਪੁਆਇੰਟ ਹੁੰਦਾ ਬੇਸਿਕਲੀ। ਜਦੋਂ ਵੀ ਆਪਾਂ ਇਹਨੂੰ ਫਿਬ ਨੂੰ ਰਿਪਲੇਸਮੈਂਟ ਕਰਦੇ ਆ, ਦੇਖੋ 0 ਤੋਂ ਲੈ ਕੇ 1 ਤੱਕ, ਤਾਂ ਮਿਡ ਕੀ ਆਊਗਾ 0.5, ਤਾਂ 0.5 ਬੜੀ ਤਕੜੀ ਸਪੋਰਟ ਜਾਂ ਰੈਜ਼ਿਸਟੈਂਸ ਮੰਨੀ ਜਾਂਦੀ ਹੈ ਹਮੇਸ਼ਾ ਸ਼ੇਅਰ ਦੀ, ਠੀਕ ਹੈ। ਫਿਰ ਇਸ ਤੋਂ ਉੱਪਰ 0.38 ਆ ਗਿਆ, ਇਸ ਤੋਂ ਉੱਪਰ 0.23 ਆ ਗਿਆ, ਇਸ ਤੋਂ ਉੱਪਰ 0 ਆ ਗਿਆ। ਹੁਣ ਗੱਲ ਇਹ ਹੈ ਕਿ ਜਦੋਂ ਆਪਾਂ ਦੇਖਿਆ, ਆਪਾਂ ਉਹਨਾਂ ਦੇ ਹੱਥੀਂ ਸਪੋਰਟ ਐਂਡ ਰੈਜ਼ਿਸਟੈਂਸ ਨਹੀਂ ਲਗਾਈਆਂ, ਆਪਾਂ ਕੀ ਕੀਤਾ, ਆਪਾਂ ਫਿਬ ਰਿਟਰੇਸਮੈਂਟ ਨਾਲ ਸਪੋਰਟ ਐਂਡ ਰੈਜ਼ਿਸਟੈਂਸ ਦਾ ਲੈਵਲ ਕੱਢਿਆ। ਆਪਾਂ ਦੇਖਿਆ ਕਿ ਇੱਥੋਂ ਸ਼ੇਅਰ ਨੇ ਸਪੋਰਟ ਲਈ ਹੈ, ਕਿੱਥੋਂ ਇੱਕ ਲੈਵਲ ਤੋਂ ਸ਼ੇਅਰ ਸਪੋਰਟ ਲੈ ਕੇ ਉੱਪਰ ਜਾ ਰਿਹਾ। ਜੇ ਉਹ ਉੱਪਰ ਜਾ ਰਿਹਾ ਤਾਂ ਦੇਖੋ ਨਾ ਪਹਿਲਾ ਟਾਰਗੇਟ ਕੀ ਹੋਏਗਾ, ਠੀਕ ਹੈ। ਤਾਂ ਆਪਾਂ ਦੇਖਿਆ ਕਿ ਉਹਦਾ ਜਿਹੜਾ ਪਹਿਲਾ ਟਾਰਗੇਟ ਸੀ ਉਹ ਕਿੱਥੋਂ ਤੱਕ ਦਾ ਸੀ, 0.78 ਤੱਕ ਦਾ, ਯਾਨੀ ਕਿ ਪਹਿਲੀ ਲਾਈਨ ਆ ਗਈ। ਹੁਣ ਆਪਾਂ ਆਪਦੇ ਹੱਥ ਨਾਲ ਕੋਈ ਲਾਈਨ ਨਹੀਂ ਲਾਈ, ਆਪਾਂ ਪਿੱਛੋਂ ਵੇਖ ਕੇ ਕੋਈ ਲਾਈਨ ਨਹੀਂ ਲਾਈ, ਆਪਾਂ ਕੀ ਕੀਤਾ, ਆਪਾਂ ਨੂੰ ਫਿਬ ਨੇ ਇੱਕ ਲਾਈਨ ਦੇਤੀ ਆਪਣੇ ਉੱਪਰ। ਤਾਂ ਦੇਖੋ ਸ਼ੇਅਰ ਇਸ ਦਿਨ ਤੱਕ ਕੀ ਹੋਇਆ, ਇੱਥੇ ਤੱਕ ਆਇਆ, ਠੀਕ ਹੈ। ਉਹਨੇ ਪਹਿਲੀ ਰੈਜ਼ਿਸਟੈਂਸ ਫੇਸ ਕੀਤੀ, ਇਸ ਤੋਂ ਸਪੋਰਟ ਲੈ ਕੇ ਉੱਪਰ ਨੂੰ ਜਾਣਾ ਸ਼ੁਰੂ ਕੀਤਾ, ਤਾਂ ਉਹਨੇ ਕੀ ਕੀਤਾ, ਇੱਥੇ ਅੱਗੇ ਇੱਕ ਉਹਦੇ ਲਈ ਰੈਜ਼ਿਸਟੈਂਸ ਕ੍ਰੀਏਟ ਹੋਈ, ਉੱਥੇ ਰੁਕਿਆ। ਫਿਰ ਅਗਲੇ ਦਿਨ ਉਹਨੇ ਉਸ ਰੈਜ਼ਿਸਟੈਂਸ ਨੂੰ ਤੋੜਤਾ, ਠੀਕ ਹੈ। ਤੋੜ ਕੇ ਉਹ ਕਿੱਥੋਂ ਤੱਕ ਜਾ ਸਕਦਾ ਸੀ, 0.4 ਤੱਕ, ਪਰ ਉਹ ਸੌਰੀ 0.6 ਤੱਕ, ਪਰ ਉਹ ਗਿਆ ਨਹੀਂ, ਠੀਕ ਹੈ। ਉਦੋਂ ਕੋਈ ਗੱਲ ਨਹੀਂ, ਉਦੋਂ ਨੀਚੇ ਫਿਰ ਵਾਪਸ ਆਇਆ, ਫਿਰ ਸਪੋਰਟ ਲਈ, ਫਿਰ ਉਹਨੇ ਸਪੋਰਟ ਤੋੜੀ, ਫਿਰ ਉੱਪਰ ਇੱਥੇ ਕਿੰਨੇ ਚਿਰ ਘੁੰਮਦਾ ਰਿਹਾ, ਤੇ ਅਖੀਰੀ ਉਹ ਇਸ ਲੈਵਲ ਤੇ ਆਇਆ ਜਿਹੜੀ ਉਹਦੀ ਅਗਲੀ ਰੈਜ਼ਿਸਟੈਂਸ ਸੀ, ਠੀਕ ਹੈ। ਅਗਲੀ ਰੈਜ਼ਿਸਟੈਂਸ ਤੋਂ ਉੱਪਰ ਦੇਖੋ 0.5, ਮੈਂ ਤੁਹਾਨੂੰ ਕਿਹਾ ਸੀ ਕਿ 0.5 ਜਿਹੜੀ ਹੁੰਦੀ ਹੈ ਬੜੀ ਸਟਰੋਂਗ ਸਪੋਰਟ ਜਾਂ ਰੈਜ਼ਿਸਟੈਂਸ ਮੰਨੀ ਜਾਂਦੀ ਹੈ, ਕਿ ਜੇ ਸ਼ੇਅਰ ਦੇ ਉੱਪਰ ਹੈ ਤਾਂ 0.5 ਤੋਂ ਬਹੁਤ ਵੱਡੀ ਸਪੋਰਟ ਲੈ ਕੇ ਵਾਪਸ ਮੁੜ ਜਾਂਦਾ ਹੈ, ਤੇ ਜਿਹਦੇ ਨੀਚੇ ਹੈ ਦੇਖੋ ਨੂੰ ਕਿੰਨੇ ਦਿਨ ਲੱਗ ਗਏ ਇਹ ਵਾਲੀ ਰੈਜ਼ਿਸਟੈਂਸ ਤੋੜਨ ਦੇ ਵਿੱਚ, ਕਿਉਂਕਿ 0.5 ਬਹੁਤ ਹੀ ਤਕੜੀ ਸਪੋਰਟ ਜਾਂ ਰੈਜ਼ਿਸਟੈਂਸ ਮੰਨੀ ਜਾਂਦੀ ਹੈ। ਤੁਸੀਂ ਆਪ ਦੇਖ ਲਓ ਕਿ 0.5 24 ਮਈ ਤੋਂ ਲੈ ਕੇ ਤੇ 30 ਅਗਸਤ ਤੱਕ ਉਹਦੇ ਤੋਂ 0.5 ਦੀ ਜਿਹੜੀ ਰੈਜ਼ਿਸਟੈਂਸ ਹੈ ਟੁੱਟੀ ਨਹੀਂ ਸ਼ੇਅਰ ਤੋਂ, ਠੀਕ ਹੈ। ਤੇ ਅਖੀਰੀ ਫਿਰ ਜਦੋਂ ਉਹਨੇ ਤੋੜੀ ਤਾਂ ਉਹੀ ਹੁਣ ਲਾਈਨ ਕੀ ਕਰਨ ਲੱਗ ਗਈ, ਉਹਦੇ ਲਈ ਸਪੋਰਟ ਦਾ ਕੰਮ ਕਰਨ ਲੱਗ ਗਈ, 0.5 ਉਹਦੇ ਲਈ ਸਪੋਰਟ ਬਣ ਗਈ, ਠੀਕ ਹੈ। ਸ਼ੇਅਰ ਉੱਪਰ ਗਿਆ, ਫਿਰ ਉਹਨੇ ਅਗਲੀ ਰੈਜ਼ਿਸਟੈਂਸ ਤੋੜੀ, ਆਪਾਂ ਦੇਖਿਆ ਉਹਨੇ ਹਾਈ ਬਣਾਇਆ। ਫਿਰ ਜਦੋਂ ਸ਼ੇਅਰ ਨੀਚੇ ਆਇਆ ਤੇ ਨੀਚੇ ਵੀ ਉਹ ਕਿਹੜੇ ਲੈਵਲ ਨਾਲ ਆਏਗਾ, ਉਹਨਾਂ ਲੈਵਲ ਨਾਲ ਹੀ ਨੀਚੇ ਆਏਗਾ, ਠੀਕ ਹੈ। ਦੇਖੋ ਇੱਥੇ ਸ਼ੇਅਰ ਵਾਪਸ ਆਇਆ, ਆਪਣਾ 0.5 ਸੀ, ਆਹ ਵਾਲਾ 0.5 ਟੁੱਟਿਆ, ਨਾਲ ਦੀ ਨਾਲ ਉਹਨੇ ਵਾਪਸ ਗੇਨ ਕਰਕੇ ਉੱਪਰ ਤੱਕ ਗਿਆ, ਫਿਰ ਟੁੱਟਿਆ, ਫਿਰ ਉਹਨੇ ਗੇਨ ਕਰ ਲਿਆ, ਪਰ ਅਖੀਰੀ ਹੁਣ ਜਿਹੜਾ 0.5 ਟੁੱਟ ਗਿਆ ਤੇ ਉਹ ਨੀਚੇ ਨੂੰ ਜਾ ਰਿਹਾ ਹੈਗਾ। ਇੰਨੀ ਗੱਲ ਸਮਝ ਆਈ ਥੋੜੀ ਜੀ? बिल्कुल हाँ जी। ਬਸ ਇਹਦਾ ਮੇਨ ਕੰਮ ਇਹ ਹੈ ਕਿ ਆਪਾਂ ਜਦੋਂ ਵੀ ਤੁਸੀਂ ਨਾ ਬਹੁਤ ਵਾਰੀ ਸੁਣਿਆ ਹੋਊਗਾ ਕਿ ਕਈ ਵਾਰੀ ਕੀ ਨਾ ਮੰਨ ਲਓ ਆਪਾਂ YouTube ਵਗੈਰਾ ਤੇ ਵੀਡੀਓਜ਼ ਦੇਖ ਲੈਂਦੇ ਆ ਜਾਂ ਕੁਝ ਹੋਰ ਕਰ ਲੈਂਦੇ ਆ, ਤਾਂ ਉੱਥੇ ਕਹਿੰਦੇ ਜੀ ਵੀ ਫਿਬ ਦਾ ਨਾ 0.5 ਦਾ ਲੈਵਲ, ਇਹਨੇ ਨਿਫਟੀ ਨੇ ਫਿਬ ਦਾ 0.5 ਲੈਵਲ ਤੋੜਦਾ, ਜਾਂ ਫਿਬ ਨੇ 0 ਦਾ ਲੈਵਲ ਤੋੜਤਾ, ਜਾਂ 1 ਦਾ ਲੈਵਲ ਤੋੜਤਾ, ਹਨਾ। ਤਾਂ ਜਦੋਂ ਕੋਈ ਲੈਵਲ ਟੁੱਟਣ ਦੀ ਗੱਲ ਹੁੰਦੀ ਹੈ ਬੇਸਿਕਲੀ ਉਹ ਸਪੋਰਟ ਤੇ ਰੈਜ਼ਿਸਟੈਂਸ ਦੀ ਗੱਲ ਕਰਦੇ ਆ। ਹੁਣ
ਇਹ ਇੰਨਾ ਜ਼ਿਆਦਾ ਆਪਾਂ ਇੰਪੋਰਟੈਂਟ ਇਹਨੂੰ ਕਿਉਂ ਮੰਨ ਕੇ ਚੱਲਦੇ ਆ? ਦੇਖੋ ਤੁਸੀਂ ਕੋਈ ਮੰਨ ਲਓ ਸਪੋਰਟ ਤੇ ਰੈਜ਼ਿਸਟੈਂਸ ਲਗਾਈ, ਠੀਕ ਹੈ, ਮੰਨ ਲਓ ਮੈਂ ਉਹ ਸਪੋਰਟ ਲਗਾਈ ਹੈ 101 ਨੰਬਰ ਤੇ, ਕੀ ਸ਼ੋਰ ਹੈ ਕਿ ਤੁਹਾਡੇ ਵੀ ਉਹ ਪੂਰੀ 101 ਨੰਬਰ ਤੇ ਲੱਗੀ ਹੋਊਗੀ? ਹੋ ਸਕਦਾ 100 ਤੇ ਲੱਗੀ ਹੋਵੇ, ਹੋ ਸਕਦਾ 102 ਤੇ ਲੱਗੀ ਹੋਵੇ। ਇੰਨੀ ਗੱਲ ਸਮਝ ਰਹੇ ਹੋ ਨਾ ਕਿ ਆਪਣੇ ਸਾਰਿਆਂ ਦੀਆਂ ਸਪੋਰਟਾਂ ਇਕੱਠੀਆਂ ਸੇਮ ਪੁਆਇੰਟ ਤੇ ਨਹੀਂ ਆ ਸਕਦੀਆਂ। ਕੀ ਆ ਸਕਦੀਆਂ? नहीं आ सकती। ਉਹਦਾ ਪੁਆਇੰਟ ਦਾ ਫਰਕ ਰਹਿ ਜਾਂਦਾ ਆਪਣਾ, ਹਨਾ। ਪਰ ਜਦੋਂ ਕੋਈ ਬੰਦਾ ਫਿਬ ਲਾਊਗਾ ਤੇ ਉਹ ਲੋ ਲੈਵਲ ਤੋਂ ਹਾਈ ਬਣਾ, ਦੇਖੋ ਲੋ ਮੇਰੇ ਵੀ ਉਹਨਾਂ ਦਿਖ ਰਿਹਾ, ਲੋ ਤੁਹਾਡੇ ਵੀ ਉਹਨਾਂ ਹੀ ਦਿਖਣਾ, ਹਾਈ ਮੇਰਾ ਵੀ ਉਹਨਾਂ ਹੀ ਦਿਖਣਾ, ਹਾਈ ਤੁਹਾਡਾ ਵੀ ਉਹਨਾਂ ਹੀ ਦਿਖਣਾ। ਕੀ ਆਪਣੇ ਲੋ ਤੇ ਹਾਈ 'ਚ ਫਰਕ ਹੋ ਸਕਦਾ ਹੈ? नहीं। ਲੋ ਹਾਈ ਸਭ ਦਾ ਸੇਮ ਹੁੰਦਾ। ਤੇ ਜਦੋਂ ਹਰ ਕੋਈ ਬੰਦਾ ਲੋ ਤੇ ਹਾਈ ਨੂੰ ਮੈਚ ਕਰਕੇ ਫਿਬ ਲਾਏਗਾ ਤਾਂ ਸਭ ਦੇ ਪੁਆਇੰਟ ਸੇਮ ਆਉਣਗੇ ਕਿ ਨਹੀਂ ਆਉਣਗੇ? हाँ जी। ठीक है, इस करके ज्यादातर लोग की करते हैं फिब का इस्तेमाल करते हो आपदे पॉइंट लाने की बजाय ना, आपदी कोई सपोर्ट के रेजिस्टेंस लगाने की बजाय वो ना सब तो पहला लो या हाई, लो तो लेके हाई तक या हाई तो लेके लो तक फिब लाते हैं। इन्नी गल समझ आई? ताकि सब दे साडे पॉइंट ना मैच कर जान। जदों हुण जेडे भी बड़े ट्रेडर है तो वो की करते, मान लो कोई दूसरे लोगों को सुन रहे हैं, ਹੁਣ ਇੱਕ ਬੰਦਾ ਮੰਨ ਲਓ ਕੀ ਕਰ ਰਿਹਾ ਵੀ ਇੱਕ ਬੰਦਾ ਨਿਫਟੀ ਬਾਰੇ ਦੱਸ ਰਿਹਾ ਜਾਂ ਬੈਂਕ ਨਿਫਟੀ ਬਾਰੇ ਦੱਸ ਰਿਹਾ ਵੀ ਮੈਂ ਅੱਜ ਦੇਖਿਆ ਵੀ ਨਿਫਟੀ ਨਾ 0.05 ਦੇ ਲੈਵਲ ਤੇ ਆ ਕੇ ਖੜੀ ਹੈ। ਹੁਣ ਜਿਹੜਾ 0.05 ਲੈਵਲ ਹੈ ਜਾਂ 0.5 ਲੈਵਲ ਹੈ ਇਹ ਸਭ ਦਾ ਸੇਮ ਹੋਊਗਾ ਕਿ ਨਹੀਂ ਹੋਊਗਾ? सेम होगा। ਸਭ ਦਾ ਸੇਮ ਹੋਊਗਾ, ਠੀਕ ਹੈ। ਪਰ ਜੇ ਮੈਂ ਕਹਾਂ ਵੀ ਅੱਜ ਨਿਫਟੀ 36000 ਤੇ ਸਪੋਰਟ ਲੈ ਕੇ ਖੜੀ ਹੈ, ਵੀ ਮੇਰੀ 36000 ਵਾਲੀ ਸਪੋਰਟ ਤੇ ਖੜੀ ਹੈ, ਕੀ ਇਹ ਸਭ ਦਾ ਸੇਮ ਹੋਊਗਾ? नहीं। कोई कहूगा सर मेरी सपोर्ट था जी 36180 उधर टुट गई, कोई कहूगा सर मेरी सपोर्ट है जी 35950 ते लगी हुई है। गल समझ आई मैं की कहना चाहना? हाँ जी। ਜਦੋਂ ਆਪਾਂ ਫਿਬ ਲਾਉਂਦੇ सर प्लीज एक मिनट रिपीट कर दो। ਹਾਂਜੀ ਮੈਮ ਫਿਬ ਲਾਉਣੀ ਆ ਗਈ ਜੀ, ਫਿਬ ਲੱਗਦੀ ਕਿਦਾਂ? हाँ जी। ਓਕੇ, ਆਪਾਂ ਮੈਂ ਫਿਬ ਕਿਉਂ ਲਗਾਉਂਦੇ ਆ? ਤਾਂ ਕਿ ਆਪਾਂ ਇਹ ਦੇਖ ਸਕੀਏ ਕਿ ਜਿਹੜੀਆਂ ਆਪਣੀਆਂ ਸਪੋਰਟ ਤੇ ਰੈਜ਼ਿਸਟੈਂਸ ਸਭ ਦੇ ਨਾਲ ਸੇਮ ਹੋ ਜਾਣ, ਠੀਕ ਹੈ। ਕੋਈ ਵੀ ਜਦੋਂ ਆਪਾਂ ਡਿਸਕਸ ਕਰਦੇ ਆ, ਹੁਣ ਮੰਨ ਲਓ ਜਿਵੇਂ ਤੁਸੀਂ ਆ ਫੋਰ ਐਗਜ਼ਾਮਪਲ, ਤੁਸੀਂ ਸਾਰੇ ਬੈਚ ਨੇ ਆਪਸ ਵਿੱਚ ਡਿਸਕਸ ਕਰਨਾ ਵੀ ਯਾਰ ਆਹ ਵਾਲਾ ਸ਼ੇਅਰ ਦੇਖ, ਠੀਕ ਹੈ, ਇਹਦੀ ਨਾ ਇੱਥੇ ਸਪੋਰਟ ਹੈ, ਇਹਦੀ ਇੱਥੇ ਨਾ ਰੈਜ਼ਿਸਟੈਂਸ ਹੈ, ਕੀ ਤੁਹਾਡੇ ਸਾਰਿਆਂ ਦੀ ਸਪੋਰਟ ਐਂਡ ਰੈਜ਼ਿਸਟੈਂਸ ਸੇਮ ਲੱਗੀ ਹੋਏਗੀ? नहीं। नहीं। पर जे ਤੁਸੀਂ ਫਿਬ ਦੇ ਨਾਲ ਲਗਾਓਗੇ तो सेम ਆਊਗੀ ਕਿ ਨਹੀਂ ਆਊਗੀ? हाँ जी। आओगे। ठीक है, जे ਤੁਸੀਂ ਫਿਬ ਦੇ ਨਾਲ ਬਿਲਕੁਲ ਸਹੀ ਮੈਚ ਕੀਤਾ ਹੋਊਗਾ, ਬਿਲकुल लो पॉइंट एग्जैक्ट मैच ਕੀਤਾ ਹੋਊਗਾ, हाई पॉइंट एग्जैक्ट मैच, ਹੁਣ ਮੰਨ ਲਓ ਕਿਸੇ ਨੇ ਹਾਈ ਇੱਥੇ ਲਾਤਾ तो ऑब्वियस वो बदल जाना सब ਦਾ। ਜੇ ਕਿਸੇ ਨੇ ਹਾਈ ਉਹਦੇ ਨਾਲ ਉੱਪਰ ਲਾਤਾ ਬਦਲ ਜਾਣਾ, ਪਰ ਜੇ ਹਾਈ ਬਿਲਕੁਲ ਹਾਈ ਦੇ ਉੱਪਰ ਟੱਚ ਕੀਤਾ ਹੋਇਆ ਤਾਂ ਸਭ ਦਾ ਸੇਮ ਆਊਗਾ ਕਿ ਨਹੀਂ ਆਊਗਾ? हाँ हाँ जी। जी। ਪਹਿਲੀ ਗੱਲ ਤਾਂ ਆਪਾਂ ਫਿਬ ਬਿਲਕੁਲ ਸਹੀ ਲਾਉਣੀ ਹੈ, ਆਪਾਂ ਫਿਬ ਥੋੜੀ ਬਹੁਤ ਵੀ ਉੱਪਰ ਨੀਚੇ ਨਹੀਂ ਕਰਨੀ। ਮੰਨ ਲਓ ਮੈਂ ਕਹਾਂ ਚੱਲ ਸਰ ਕੋਈ ਨਹੀਂ ਮਾੜਾ ਜਿਹਾ ਫਰਕ ਰਹਿ ਗਿਆ ਜੀ, ਜਾਂ ਮੰਨ ਲਓ ਮੈਂ ਕਹਾਂ ਜੀ ਆਪਾਂ ਥੋੜਾ ਚੱਲ ਇੱਥੇ ਲਾ ਦਿੰਦੇ ਆ ਤਾਂ ਵਿੱਕੀ ਸੀ, ਚਾਹੇ ਉਹ ਵਿੱਕੀ ਹੈ ਪ੍ਰੋਪਰ ਲੋ, ਚਾਹੇ ਉਹ ਵਿਕਦਾ ਹੀ ਲੋ ਹੈ ਤੇ ਪ੍ਰੋਪਰ ਹਾਈ ਭਾਵੇਂ ਉਹ ਵਿਕਦਾ ਹੀ ਹਾਈ ਹੈ। ਹੁਣ ਜੇ ਇੱਥੇ ਲਾਉਂਗੇ ਦੇਖੋ ਸਾਰੇ ਲੈਵਲ ਬਦਲ ਗਏ, ਇੱਥੇ ਲਾਉਣ ਨਾਲ ਸਾਰੇ ਲੈਵਲ ਬਦਲ ਗਏ। ਤਾਂ ਆਪਾਂ ਕੀ ਕਰਨਾ, ਫੁੱਲ ਲੋ ਤੋਂ ਫੁੱਲ ਹਾਈ ਤੱਕ ਫਿਬ ਲਾ ਕੇ ਆਪਾਂ ਸੇਮ ਲੈਵਲ ਸਾਰੇ ਜਾਣੇ ਇਕੱਠੇ ਕੱਢ ਸਕਦੇ ਆ। ਇੰਨੀ ਗੱਲ ਸਮਝ ਆਈ ਜੀ? ਸਰ ਇਹ 52 ਵੀਕ ਵਾਲਾ ਲੋ ਹਾਈ ਮੰਨਣਾ ਕਿ ਆਪਾਂ ਉਹਦਾ ਚਾਰਟ ਇਕੱਠਾ ਕਰਕੇ ਦੇਖਣਾ ਵੀ ਕਿਹੜਾ ਲੋ ਤੇ ਕਿਹੜਾ ਹਾਈ ਹੈ? ਕਿਵੇਂ? ਹਾਂ ਸਰ, ਹੁਣ ਆਪਾਂ ਸਰ ਕੀ ਦੇਖਦੇ ਆ ਵੀ ਆਪਾਂ ਜੇ ਇਹ ਕਿਵੇਂ ਕਰੀਏ ਜੀ, ਕਿਹੜਾ ਲੋ ਲੈਣਾ ਕਿਹੜਾ ਹਾਈ ਲੈਣਾ? ਆਪਾਂ ਮੋਸਟਲੀ ਕੀ ਕਰਦੇ ਆ, ਇੱਕ ਮੈਂ ਤੁਹਾਨੂੰ ਦੱਸਦਾ, ਆਪਾਂ ਇੱਕ ਟ੍ਰੈਂਡ ਦੇਖਦੇ ਆ। ਆਪਾਂ ਦੇਖਿਆ ਕਿ ਇਸ ਤੋਂ ਪਹਿਲਾਂ ਅਪ ਜਾ ਰਿਹਾ ਸੀ, ਇਸ ਤੋਂ ਬਾਅਦ ਇਹਨੇ ਡਾਊਨ ਆਉਣਾ ਸ਼ੁਰੂ ਕਰਤਾ ਤੇ ਇੱਥੇ ਤੱਕ ਲੋ ਹੋਇਆ। ਜਿੱਥੋਂ ਟ੍ਰੈਂਡ ਰਿਵਰਸਲ ਹੁੰਦਾ ਨਾ, ਜਿੱਥੋਂ ਟ੍ਰੈਂਡ ਰਿਵਰਸ ਹੋ ਜਾਂਦਾ, ਪਹਿਲਾਂ ਉੱਪਰ ਜਾ ਰਿਹਾ, ਮੰਨ ਲਓ ਜੇ ਆ ਲੋ ਨਾ ਮਾਰਦਾ ਇੰਨਾ ਉੱਪਰ ਜਾ ਰਿਹਾ ਹੁੰਦਾ ਤਾਂ ਆਪਾਂ ਇੱਥੋਂ ਕਿਤੇ ਲੋ ਚੱਕਦੇ ਤੇ ਉੱਪਰ ਹਾਈ ਕਰ ਦਿੰਦੇ। ਹੁਣ ਆਪਾਂ ਦੇਖਿਆ ਕਿ ਇੱਥੋਂ ਟ੍ਰੈਂਡ ਰਿਵਰਸ ਹੋਇਆ, ਇੱਥੇ ਤੱਕ ਆਇਆ, ਇੱਥੋਂ ਦੁਬਾਰਾ ਟ੍ਰੈਂਡ ਰਿਵਰਸ ਹੋ ਚੁੱਕਿਆ। ਜਿੱਥੋਂ ਟ੍ਰੈਂਡ ਰਿਵਰਸ ਹੋ ਰਿਹਾ ਆਪਾਂ ਉਹਨੂੰ ਪੁਆਇੰਟ ਮੰਨ ਲੈਣਾ, ਇੱਥੋਂ ਟ੍ਰੈਂਡ ਰਿਵਰਸ ਹੋਇਆ ਆਪਾਂ ਪੁਆਇੰਟ ਮੰਨ ਲਿਆ। ਉੱਪਰ ਤੋਂ ਉੱਪਰੋਂ ਫਿਰ ਅਗੇਨ ਕਿੱਥੋਂ ਤੱਕ ਰਿਵਰਸ ਹੋਇਆ ਜਾਂ ਕਹਿੰਦਾ ਕਿੱਥੋਂ ਤੱਕ ਹਾਈ ਗਿਆ, ਇੱਥੋਂ ਤੱਕ, ਇਹ ਤੋਂ ਬਾਅਦ ਵਾਪਸ ਆਉਣਾ ਸ਼ੁਰੂ ਹੋ ਗਿਆ। ਤਾਂ ਹੁਣ ਜਦੋਂ ਆਪਾਂ ਆਪਦੇ ਸ਼ੇਅਰ ਨੂੰ ਇਹਨੂੰ ਫਿਬ ਨੂੰ ਅੱਗੇ ਤੱਕ ਲੈ ਕੇ ਜਾਂਦੇ ਆ, ਤੁਸੀਂ ਇੱਕ ਚੀਜ਼ ਦੇਖੋਗੇ, ਆਪਾਂ ਇੱਥੇ ਤੱਕ ਮੈਚ ਕੀਤਾ ਮੰਨ ਲਓ ਹਾਈ ਤੱਕ, ਸ਼ੇਅਰ ਜਿੰਨਾ ਚਿਰ ਇੱਥੋਂ ਤੱਕ ਰਹੇਗਾ ਅੱਗੇ ਤੱਕ ਉਹ ਇਹਨਾਂ ਲੈਵਲਸ ਦੇ ਅਕੋਰਡਿੰਗ ਹੀ ਪਲੇ ਹੋਏਗਾ। ਹੁਣ ਮੰਨ ਲਓ ਆਪਣਾ ਜਿਹੜਾ ਸ਼ੇਅਰ ਹੈ ਉਹ ਕੀ ਕਰਦਾ, ਆਪਣੀ ਫਿਬ ਤੋਂ ਬਾਅਦ ਇੱਥੋਂ ਆ ਪੁਆਇੰਟ ਤੋੜ ਕੇ ਮੰਨ ਲਓ ਹਨਾ, ਆ ਇੱਕ ਜਿਹੜਾ ਆਪਣਾ ਲੈਵਲ ਸੀਗਾ
ਇਹਨੂੰ ਤੋੜ ਕੇ ਨੀਚੇ ਚਲਾ ਜਾਂਦਾ ਤਾਂ ਇਦੋਂ ਬਾਅਦ ਆਪਣਾ ਫਿਬ ਕੰਮ ਨਹੀਂ ਕਰੂਗਾ। ਫਿਬ ਉਦੋਂ ਤੱਕ ਹੀ ਕੰਮ ਕਰੂਗਾ। ਇੱਕ ਚੀਜ਼ ਦੇਖੋ, ਮੰਨ ਲਓ ਆਪਣਾ ਸ਼ੇਅਰ ਹੈ ਇੱਥੋਂ ਆਇਆ ਉੱਪਰ ਆਇਆ ਨੀਚੇ ਆਇਆ ਹਨਾ, ਤਾਂ ਆਪਣੇ ਲੈਵਲ ਤੇ ਕੰਮ ਕਰ ਰਿਹਾ। ਬਾਈ ਚਾਂਸ ਇਹਨੇ ਆਪਣਾ ਲੈਵਲ ਤੋੜਤਾ, ਇੱਥੋਂ ਆ ਕੇ ਇਹਨੇ ਕੀ ਕੀਤਾ, ਲੈਵਲ ਤੋੜਤਾ। ਹੁਣ ਤੁਹਾਡਾ ਜਿਹੜਾ ਫਿਬ ਹੈ ਉਹ ਗਲਤ ਹੋ ਗਿਆ, ਬਸ ਇੱਥੋਂ ਤੱਕ ਫਿਬ ਦਾ ਕੰਮ ਸੀ। ਇਦੋਂ ਬਾਅਦ ਤੁਸੀਂ ਕੋਈ ਨਵਾਂ ਫਿਬ ਲਾਓਗੇ। ਗੱਲ ਸਮਝ ਰਹੇ ਹੋ? ਜਿੰਨਾ ਚਿਰ ਫਿਬ ਦੇ ਵਿੱਚ ਹੈ, ਹਾਂ ਮੰਨ ਲਓ ਇੱਥੋਂ ਕੀ ਕਰਦਾ, ਜੇ ਤੁਹਾਡਾ ਸ਼ੇਅਰ ਇੱਥੋਂ ਸਪੋਰਟ ਲੈ ਕੇ ਵਾਪਸ ਚਲਾ ਜਾਂਦਾ ਤਾਂ ਉਹਨੇ ਕੀ ਕਰਨਾ ਸੀ, ਫਿਰ ਉਹੀ ਆਪਣੀ ਫਿਬ ਦੇ ਅਕੋਰਡਿੰਗ ਕੰਮ ਕਰਨਾ ਸੀ। ਸਪੋਰਟ ਲੈਂਦਾ, ਰੈਜ਼ਿਸਟੈਂਸ ਤੇ ਆਉਂਦਾ, ਫਿਰ ਦੁਬਾਰਾ ਸਪੋਰਟ ਲੈ ਕੇ ਫਿਰ ਰੈਜ਼ਿਸਟੈਂਸ ਤੋੜਦਾ। ਪਰ ਜਦੋਂ ਉਹ ਬਾਹਰ ਹੋ ਗਿਆ, ਮੰਨ ਲਓ ਉਹਨੇ ਹਾਈ ਤੋੜਦਾ, ਫੋਰ ਐਗਜ਼ਾਮਪਲ ਇੱਥੋਂ ਆਪਣਾ ਹਾਈ ਫਿਬ ਦਾ ਕਿੱਥੋਂ ਤੱਕ ਸੀ, ਇੱਥੇ ਤੱਕ ਸੀ। ਉਹਨੇ ਆਪਦਾ ਹਾਈ ਤੋੜਿਆ ਤਾਂ ਆਪਣੇ ਫਿਬ ਕੰਮ ਚੋਂ ਬਾਹਰ ਹੋ ਗਿਆ। ਜਿੰਨਾ ਚਿਰ ਸ਼ੇਅਰ ਫਿਬ ਦੇ ਪਲੇਸਮੈਂਟ ਦੇ ਵਿੱਚ ਰਹੇਗਾ, ਉਹ ਫਿਬ ਦੇ ਅਕੋਰਡਿੰਗ ਕੰਮ ਕਰੇਗਾ। ਜਦੋਂ ਉਹਨੇ ਚਾਹੇ ਉੱਪਰ ਤੋਂ ਹਾਈ ਤੋੜਤਾ ਚਾਹੇ ਨੀਚੇ ਤੋਂ ਲੋ ਤੋੜਤਾ, ਫਿਰ ਆਪਣਾ ਫਿਬ ਕੰਮ ਨਹੀਂ ਕਰੇਗਾ। ਠੀਕ ਹੈ ਜੀ। ਫਿਰ ਉਸ ਕੇਸ 'ਚ ਆਪਾਂ ਦੁਬਾਰਾ ਲਗਾਵਾਂਗੇ? ਹਾਂਜੀ ਸਰ, ਉਸ ਕੇਸ 'ਚ ਫਿਰ ਆਪਾਂ ਦੁਬਾਰਾ ਲਾਉਂਦੇ ਹਾਂ ਫਿਬ। ਤਾਂ ਮਤਲਬ ਜਿਹੜਾ ਅਸੀਂ ਜਿਹੜਾ ਨਵਾਂ ਲੋ ਹੋਏਗਾ, ਜਿਵੇਂ ਜਿਹੜਾ ਨਵਾਂ ਲੋ ਹੋਏਗਾ that will be our lowest point, ਤੇ ਜਿਹੜਾ ਆਪਣਾ ਨਵਾਂ ਹਾਈ ਹੋਏਗਾ ਤੇ ਆਪਣਾ ਨਵਾਂ ਹੋਏਗਾ। ਹਾਂਜੀ। ਹੁਣ ਇੱਕ ਚੀਜ਼ ਦੇਖੋ, ਮੈਂ ਤੁਹਾਨੂੰ ਦਿਖਾਉਣਾ। ਦਿਸ ਇਜ਼ ਟ੍ਰੈਂਡ ਰਿਵਰਸਲ। ਟ੍ਰੈਂਡ ਰਿਵਰਸਲ ਕੀ ਹੁੰਦਾ? ਮੈਮ ਟ੍ਰੈਂਡ ਰਿਵਰਸਲ ਦਾ ਮਤਲਬ ਕੀ ਹੁੰਦਾ ਜੀ? ਸਿੰਪਲ ਜੀ ਗੱਲ ਹੈ ਕਿ ਕੋਈ ਸ਼ੇਅਰ ਉੱਪਰ ਨੂੰ ਜਾ ਰਿਹਾ ਸੀ, ਹੁਣ ਉਹ ਨੀਚੇ ਨੂੰ ਜਾਣਾ ਸ਼ੁਰੂ ਹੋ ਗਿਆ। ਉਹਦਾ ਟ੍ਰੈਂਡ ਕੀ ਸੀ? ਅਪ ਟ੍ਰੈਂਡ। ਤਾਂ ਉਹਨੇ ਅਪ ਟ੍ਰੈਂਡ ਤੋਂ ਬਾਅਦ ਉਹ ਡਾਊਨ ਨੂੰ ਆਉਣਾ ਸ਼ੁਰੂ ਹੋ ਗਿਆ, ਇਹਨੂੰ ਆਪਾਂ ਕਹਿੰਦੇ ਹਾਂ ਟ੍ਰੈਂਡ ਰਿਵਰਸਲ ਹੋ ਗਿਆ। ਉਹ ਡਾਊਨ ਜਾ ਰਿਹਾ ਸੀ, ਡਾਊਨ ਜਾ ਰਿਹਾ ਸੀ, ਡਾਊਨ ਜਾ ਰਿਹਾ ਸੀ। ਇੱਕ ਟਾਈਮ ਆਇਆ ਕਿ ਉੱਥੇ ਇੰਨਾ ਕੁ ਡਾਊਨ ਹੋ ਗਿਆ ਕਿ ਹੁਣ ਉੱਥੇ ਬਾਇੰਗ ਆਉਣੀ ਸ਼ੁਰੂ ਹੋ ਗਈ ਤੇ ਵਾਪਸ ਜਿਹੜਾ ਸ਼ੇਅਰ ਦਾ ਪ੍ਰਾਈਸ ਹੈ ਅਪ ਜਾਣਾ ਸ਼ੁਰੂ ਹੋ ਗਿਆ। ਤਾਂ ਉਹਨੂੰ ਆਪਾਂ ਕਹਿੰਦੇ ਹਾਂ ਟ੍ਰੈਂਡ ਰਿਵਰਸਲ ਹੋ ਗਿਆ। ਠੀਕ ਹੈ ਸਰ। ਠੀਕ ਹੈ, ਓਕੇ। ਹੁਣ ਇੱਕ ਚੀਜ਼ ਦੇਖੋ, ਮੰਨ ਲਓ ਆਪਾਂ ਕੀ ਕਰਦੇ ਆ, ਇਸੇ ਬੈਂਕ ਨਿਫਟੀ ਨੂੰ ਲੈ ਕੇ ਚੱਲਦੇ ਆ। ਆਪਾਂ ਕੀ ਕੀਤਾ, ਪਹਿਲਾਂ ਇੱਥੋਂ ਤੋਂ ਲੈ ਕੇ ਇੱਥੋਂ ਹਾਈ ਤੱਕ ਦਾ ਮੈਚ ਕੀਤਾ। ਠੀਕ ਹੈ, ਆਪਾਂ ਦੇਖਿਆ ਕਿ ਇੱਕ ਟ੍ਰੈਂਡ ਹੈ। ਠੀਕ ਹੈ, ਹੁਣ ਜੇ ਆਪਾਂ ਨੂੰ ਹੋਰ ਲੰਬੇ ਟਾਈਮ ਤੇ ਲੈ ਕੇ ਚੱਲੀਏ ਤਾਂ ਆਪਾਂ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਇਹਨੂੰ ਟ੍ਰੈਂਡ ਅਪ ਟ੍ਰੈਂਡ ਕਹਿ ਸਕਦੇ ਜਾਂ ਨਹੀਂ ਕਹਿ ਸਕਦੇ? ਹਾਂਜੀ ਕਹਿ ਸਕਦੇ ਹਾਂ। ਤਾਂ ਆਪਾਂ ਇਸ ਜਗ੍ਹਾ ਤੋਂ ਵੀ ਫਿਬ ਲਾ ਕੇ ਹਾਈ ਤੱਕ ਲੈ ਗਏ। ਠੀਕ ਹੈ, ਤਾਂ ਹੁਣ ਆਪਾਂ ਕੀ ਦੇਖਦੇ ਹਾਂ ਕਿ ਆਪਣਾ ਜਿਹੜਾ ਸ਼ੇਅਰ ਹੈ, ਠੀਕ ਹੈ, ਆਪਾਂ ਦੇਖਿਆ ਕਿ ਠੀਕ ਹੈ ਜੀ ਇੱਥੋਂ ਆਇਆ, ਆਹ ਉਹੀ ਆਪਣਾ 0.5 ਦਾ ਲੈਵਲ। ਠੀਕ, ਪੁਆਇੰਟ ਲੈਵਲ ਇੱਥੇ ਕਾਫੀ ਦੇਰ ਸ਼ੇਅਰ ਟਿਕਿਆ ਰਿਹਾ, ਫਿਰ ਉੱਪਰ ਗਿਆ, ਨੀਚੇ ਗਿਆ। ਠੀਕ ਹੈ, ਇਸ ਤੋਂ ਬਾਅਦ ਉਹ ਹੁਣ ਉਸੇ ਦੇਖੋ ਪ੍ਰੋਪਰ ਉਸੇ ਲਾਈਨਾਂ ਤੇ, ਹੁਣ ਆਪਾਂ ਕੋਈ ਸਪੋਰਟ ਨਹੀਂ ਲਾਈ, ਕੋਈ ਰੈਜ਼ਿਸਟੈਂਸ ਨਹੀਂ ਲਾਈ, ਸਿਰਫ ਫਿਬ ਦੀਆਂ ਲਾਈਨਾਂ ਦੇ ਅਕੋਰਡਿੰਗ ਸ਼ੇਅਰ ਮੂਵ ਕਰ ਰਿਹਾ ਕਿ ਨਹੀਂ ਕਰ ਰਿਹਾ? ਕਰ ਲਿਆ। ਠੀਕ ਹੈ, ਆਪਾਂ ਨੂੰ ਆਪਦੇ ਹੱਥੀ ਸਪੋਰਟ ਰੈਜ਼ਿਸਟੈਂਸ ਲਗਾਉਣ ਦੀ ਲੋੜ ਨਹੀਂ। ਆਪਾਂ ਜੇ ਫਿਬ ਨੂੰ ਬਿਲਕੁਲ ਸਹੀ ਪਲੇਸ ਕਰਨ ਲੱਗ ਪਏ, ਹੁਣ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ। ਕਈ ਵਾਰੀ ਨਾ ਜਿਵੇਂ ਆਪਾਂ ਕਹਿੰਦੇ ਵੀ ਜਿਵੇਂ 2-4 ਪੁਆਇੰਟਾਂ ਦਾ ਆਪਾਂ ਕਹਿੰਦੇ ਸਿਰਫ ਹੋ ਸਕਦਾ ਉੱਪਰ ਨੀਚੇ ਹੋ ਜੇ ਜੀ। ਤੁਸੀਂ ਕੀ ਕਰੋ, ਫਿਬ 'ਚ ਜਾਓ, ਸੈਟਿੰਗ 'ਚ ਆ ਜਾਓ। ਸੈਟਿੰਗ ਦੇ ਵਿੱਚ ਤੁਸੀਂ ਕੋਆਰਡੀਨੇਟਸ ਇੱਥੇ ਖੁਦ ਭਰ ਸਕਦੇ ਹੋ। ਠੀਕ ਹੈ, ਜਿਵੇਂ ਆਪਾਂ ਇੱਥੇ ਦੇਖਿਆ ਕਿ 41932 ਹਾਈ ਪੁਆਇੰਟ ਹੈ। ਜਿੰਨਾ ਵੀ ਤੁਸੀਂ ਉਸ ਕੈਂਡਲ ਦਾ ਉਸ ਦਿਨ ਦਾ ਹਾਈ ਨੋਟ ਕਰ ਲਓ, ਕੈਂਡਲ ਦਾ ਲੋ ਨੋਟ ਕਰ ਲਓ, ਤੁਹਾਨੂੰ ਉੱਥੋਂ ਦਿਖ ਜਾਣਾ। ਆਪਾਂ ਨੂੰ ਪਤਾ ਕੈਂਡਲ ਦਾ ਹਾਈ ਲੋ ਇੱਥੇ ਦਿਖ ਰਿਹਾ ਹੁੰਦਾ ਆਪਾਂ ਨੂੰ। ਤੇ ਜਿਹੜੀ ਇੱਥੇ ਸਭ ਤੋਂ ਡਾਊਨ ਕੈਂਡਲ ਉਹਦਾ ਲੋ ਨੋਟ ਕਰ ਲਿਓ ਜੋ, ਇਹਦਾ ਹਾਈ ਵਾਲੀ ਕੈਂਡਲ ਦਾ ਹਾਈ ਨੋਟ ਕਰ ਲਿਓ ਜੋ, ਐਗਜ਼ੈਕਟ ਫਿਬ ਲੱਗ ਜੂਗਾ ਤੁਹਾਡਾ। ਗੱਲ ਸਮਝ ਆਈ? ਸਰ ਇਹ ਕਿਸੇ ਵੀ ਸਟੋਕ ਤੇ ਲੱਗ ਸਕਦਾ? ਹਾਂਜੀ ਸਰ, ਕਿਸੇ ਵੀ ਸ਼ੇਅਰ ਤੇ। ਹੁਣ ਮੰਨ ਲਓ ਆਪਾਂ ਰਿਲਾਇੰਸ ਦੀ ਗੱਲ ਕਰਦੇ ਹਾਂ। ਠੀਕ ਹੈ, ਹੁਣ ਰਿਲਾਇੰਸ ਆਪਾਂ ਕੱਲ ਪਹਿਲਾਂ ਲਾਈਆਂ ਸੀ, ਛੱਡ ਦਿਓ ਇਹਨਾਂ ਨੂੰ। ਸਰ ਟਾਈਮ ਫਰੇਮ ਦਾ ਕੀ ਹਿਸਾਬ ਕਿਤਾਬ ਰਹਿੰਦਾ? ਮਤਲਬ ਕਿ ਇਹ ਐਗਜ਼ੈਕਟ ਪੂਰੇ 1 ਡੇ ਦੀ ਕੈਂਡਲ ਤੇ ਹੀ ਪਲੇਸ ਹੋਊਗਾ ਜਾਂ ਆਪਾਂ ਨਹੀਂ ਸਰ, ਆਪਾਂ ਮਤਲਬ ਵੈਸੇ ਮੈਂ ਦੱਸਦਾ, ਆਪਾਂ ਲਗਾਉਣ ਨੂੰ ਤਾਂ ਭਾਵੇਂ ਇਹਨੂੰ 30 ਮਿੰਟ ਦੀ ਕੈਂਡਲ ਤੇ ਵੀ ਲਗਾ ਦਈਏ, ਪਰ ਆਪਾਂ ਗੱਲ ਕੀਤੀ ਸੀ ਕਿ ਸਪੋਰਟ ਤੇ ਰੈਜ਼ਿਸਟੈਂਸ ਹਮੇਸ਼ਾ ਕਿਹੜੀ ਕੈਂਡਲ ਤੇ ਲਾਉਣੀ ਹੈ? 1 ਡੇ ਦੀ ਕੈਂਡਲ ਤੇ। ਜੇ ਆਪਾਂ ਆਪਣੇ ਹੱਥ ਨਾਲ ਵੀ ਸਪੋਰਟ ਐਂਡ ਰੈਜ਼ਿਸਟੈਂਸ ਲਗਾ ਰਹੇ ਹਾਂ, ਹਮੇਸ਼ਾ ਆਪਾਂ ਕਿੱਥੇ ਲਗਾਉਂਦੇ ਹਾਂ? 1 ਡੇ ਦੀ ਕੈਂਡਲ ਤੇ। ਠੀਕ ਹੈ, ਬਸ ਕਹ ਲਓ ਇੱਕ ਆਪਣੇ ਕੋਲ ਟੂਲ ਹੈ ਸਪੋਰਟ ਤੇ ਰੈਜ਼ਿਸਟੈਂਸ ਲਗਾਉਣ ਦਾ, ਹੋਰ ਤਾਂ ਕੁਝ ਨਹੀਂ ਬਦਲਿਆ, ਕੁਝ ਨਹੀਂਗਾ। ਇੱਕ ਟੂਲ ਹੈ ਆਪਣੇ ਕੋਲੇ ਸਪੋਰਟ ਐਂਡ ਰੈਜ਼ਿਸਟੈਂਸ ਲਗਾਉਣ ਦਾ, ਲਗਾਉਣਾ ਆਪਾਂ ਨੂੰ 1 ਡੇ ਦੀ ਕੈਂਡਲ ਤੇ ਹੀ ਹੈ। ਠੀਕ ਹੈ ਸਰ, ਥੈਂਕ ਯੂ। ਸਰ ਜੇ ਆਪਾਂ ਲੌਂਗ ਟਰਮ ਕਰਨਾ, ਸਰ ਆਪਾਂ ਵੀਕਲੀ ਕੈਂਡਲਸ ਵੀ ਚੈੱਕ ਕਰ ਸਕਦੇ ਹਾਂ, ਉਹਨਾਂ ਦੇ ਵਿੱਚ ਥੋੜਾ ਰੈਜ਼ਿਸਟੈਂਸ ਕਰ ਸਕਦੇ ਹਾਂ ਜੇ ਆਪਾਂ ਲੌਂਗ ਟਰਮ ਕਰਨਾ ਤੇ। ਬਿਲਕੁਲ ਸਰ, ਆਪਾਂ ਵੀਕਲੀ ਨੂੰ ਵੀ ਜੇ ਤੁਸੀਂ ਵੀਕਲੀ ਕਰੋਗੇ ਤਾਂ ਥੋੜੀ ਸ਼ੋਰਟੀ ਹੋਰ ਜ਼ਿਆਦਾ ਬਣ ਜਾਏਗੀ, ਡੇ ਨਾਲੋਂ ਵੀ ਜ਼ਿਆਦਾ ਸ਼ੋਰਟੀ ਥੋੜੀ ਵੀਕਲੀ ਚ ਹੋ ਜਾਏਗੀ। ਫਿਰ ਉਹ ਇਹ ਟ੍ਰੇਡ ਲੰਬਾ ਹੋ ਜਾਏਗਾ ਆਪਣਾ। ਡੇ ਕੈਂਡਲ ਨਾਲ ਆਪਾਂ ਨੂੰ 1 ਸਾਲ ਦਾ ਟ੍ਰੇਡ ਮਿਲ ਜਾਂਦਾ ਹੈ। ਜੇ ਤੁਸੀਂ ਵੀਕ ਦੇ ਬੇਸਿਸ ਤੇ ਲੈ ਕੇ ਚੱਲੋਗੇ ਫਿਰ ਤੁਹਾਡਾ ਜਿਹੜਾ ਟ੍ਰੇਡ ਹੈ 4-5 ਸਾਲ ਦਾ ਹੋ ਜਾਏਗਾ। ਠੀਕ ਹੈ ਸਰ।
ਹੁਣ ਇੱਕ ਚੀਜ਼ ਹੋਰ ਦੇਖੋ ਸਰ, ਆਪਾਂ ਰਿਲਾਇੰਸ ਦੇ ਸ਼ੇਅਰ ਦੀ ਗੱਲ ਕਰ ਰਹੇ ਹਾਂ ਜੀ, ਠੀਕ ਹੈ। ਰਿਪੀਟ ਕਰਨਾ ਭਾਜੀ, ਜੇ ਡੇ ਦੇ ਹਿਸਾਬ ਨਾਲ ਚੱਲਦੇ ਆ ਤੇ 1 ਸਾਲ ਦਾ, ਵੀਕ ਦੇ ਨਾਲ ਚੱਲਦੇ ਆ 4-5 ਸਾਲ ਦਾ। ਹਾਂਜੀ ਸਰ, ਦੇਖੋ ਇਹਦਾ logic ਕੀ ਹੁੰਦਾ ਮੈਂ ਦੱਸਦਾ। ਹੁਣ ਆਪਣੀ ਡੇ ਦੀ ਕੈਂਡਲ ਹੈ, ਆਪਾਂ ਨੂੰ ਸਕਰੀਨ ਤੇ ਦੇਖੋ ਕਿੰਨਾ ਦਿਖ ਰਿਹਾ ਡੇ ਕੈਂਡਲ। ਅੱਜ ਕਿੰਨੀ ਹੈ ਜੀ, 8 ਮਾਰਚ। ਲਾਸਟ ਡੇਟ ਕਿੰਨੀ ਹੈ ਆਪਾਂ ਨੂੰ, 8 ਅਗਸਤ। 10 ਅਗਸਤ 2017 ਬੇਸਿਕਲੀ, ਹੈ ਨਾ। 17 ਤੋਂ ਲੈ ਕੇ ਤੇ 22 ਤੱਕ ਦਿਖ ਰਿਹਾ ਆਪਾਂ ਨੂੰ, 3-4 ਸਾਲ ਦਿਖ ਰਹੇ ਆਪਾਂ ਨੂੰ। ਹਾਂਜੀ 5 ਸਾਲ ਹੀ ਦਿਖਦੇ ਆ। ਪਰ ਜਦੋਂ ਆਪਾਂ ਇਹਨੂੰ 1 ਡੇ ਦੀ ਕੈਂਡਲ ਲਗਾ ਕੇ ਆਪਾਂ ਕੋਈ ਵੀ ਟ੍ਰੇਡ ਲੈਂਦੇ ਆ ਨਾ, ਤਾਂ ਆਪਾਂ ਨੂੰ ਅਗਲਾ ਕੀ ਹੁੰਦਾ ਕਿ ਅਗਲੇ 1 ਸਾਲ ਤੱਕ ਦਾ ਟ੍ਰੇਡ ਮਿਲ ਜਾਂਦਾ ਵੀ ਸਾਲ ਚੋਂ ਲੈਵਲ ਇਹਦਾ ਵੀ ਪਿਛਲੇ ਆਪਾਂ 5 ਸਾਲਾਂ ਦੀ ਐਵਰੇਜ ਕੱਢ ਕੇ ਇੱਕ ਅਗਲੇ ਸਾਲ ਦੀ ਐਵਰੇਜ ਹੀ ਨਿਕਲ ਜਾਂਦੀ ਵੀ ਅਗਲੇ ਸਾਲ ਤੱਕ ਇਹ ਸ਼ੇਅਰ ਇੱਥੋਂ ਤੱਕ ਚਲਾ ਜਾਊਗਾ। ਠੀਕ ਹੈ। ਠੀਕ ਹੈ। ਸਰ ਤੁਸੀਂ ਜੇ ਤੁਸੀਂ ਮੰਨ ਰਿਲਾਇੰਸ ਲਓ ਫਿਊਚਰ ਖੋਲਿਆ ਹੋਇਆ ਸਰ, ਪ੍ਰਾਈਸ ਵਗੈਰਾ ਪੈਟਰਨ ਸੇਮ ਹੀ ਹੁੰਦੇ ਆ? ਕਿੱਦਾਂ ਸਰ? ਸਰ ਰਿਲਾਇੰਸ ਤੁਸੀਂ ਫਿਊਚਰ ਖੋਲਿਆ ਹੋਇਆ ਸਰ, ਮਤਲਬ ਸਟਾਕ ਨਹੀਂ ਖੋਲਿਆ ਹੋਇਆ ਤੇ ਪੈਟਰਨ ਸੇਮ ਹੀ ਹੋਊਗਾ? ਨਹੀਂ ਸਰ, ਰਿਲਾਇੰਸ ਦਾ ਸਟਾਕ ਹੈ ਜੀ, ਫਿਊਚਰ ਕਿੱਥੇ ਹੈ? ਸਰ ਉੱਪਰ ਫਿਊਚਰ ਲਿਖਿਆ ਆ ਰਿਹਾ ਸਾਡੇ ਉੱਪਰ। ਅੱਛਾ ਹਾਂ ਹਾਂ, ਨਹੀਂ ਨਹੀਂ, ਇਹਦੇ ਚ ਪ੍ਰਾਈਸ ਥੋੜੇ ਬਹੁਤ ਚੇਂਜ ਹੁੰਦੇ ਆ। ਠੀਕ ਹੈ ਸਰ। ਇਹ ਤਾਂ ਮੈਂ ਦੇਖ ਰਿਹਾ ਸੀ ਰਿਲਾਇੰਸ ਦਾ, ਆਪਣੇ ਵਾਲਾ ਰਿਲਾਇੰਸ ਦਾ ਆ ਪਿਆ। ਬਸ ਇੰਨਾ ਕੁ ਫਰਕ ਹੈ। ਦੇਖੋ 2220 ਰੁਪਏ ਹੈ ਤੇ ਜਿਹੜਾ ਆਪਣਾ ਰਿਲਾਇੰਸ ਫਿਊਚਰ ਹੈ ਉਹ ਆਪਣਾ ਚੱਲ ਰਿਹਾ ਹੈਗਾ ਜੀ 2227 ਰੁਪਏ ਤੇ। ਬਸ ਇੰਨਾ ਕੁ ਫਰਕ ਹੁੰਦਾ, 4-5 ਰੁਪਏ ਦਾ ਫਰਕ ਹੁੰਦਾ, ਜ਼ਿਆਦਾ ਫਰਕ ਨਹੀਂ ਹੁੰਦਾ ਗਾ। ਤੇ ਸੈਕਿੰਡ ਮੇਰਾ ਕੁਐਸਚਨ ਇਹ ਸੀਗਾ, ਫਿਰ ਆਪਾਂ ਉਹ ਸਪੌਟ ਐਂਡ ਰੈਜ਼ਿਸਟਰਸ ਦੀਆਂ ਲਾਈਨਾਂ ਨਾ ਆਪੇ ਨਾਲ ਲਗਾਉਂਦੇ ਹੋਏ ਫਿਬ ਵੀ ਯੂਜ਼ ਕਰ ਸਕਦੇ ਹਾਂ? ਬਿਲਕੁਲ ਸਰ, ਆਪਾਂ ਫਿਬ ਵੀ ਯੂਜ਼ ਕਰ ਸਕਦੇ ਹਾਂ ਜੀ। ਠੀਕ ਹੈ। ਹੁਣ ਅਸਲ 'ਚ ਦੇਖੋ ਮੈਂ ਤੁਹਾਨੂੰ ਦੋਵੇਂ ਚੀਜ਼ਾਂ ਦੱਸਦਾ। ਆਪਾਂ ਕੀ ਹੋਇਆ, ਮੰਨ ਲਓ ਕਿ ਆਪਾਂ 1 ਡੇ ਦੀ ਕੈਂਡਲ ਤੇ ਆਏ, ਠੀਕ ਹੈ। ਆਪਾਂ 1 ਡੇ ਦੀ ਕੈਂਡਲ ਤੇ ਮੰਨ ਲਓ ਹੁਣ ਆਪਾਂ ਇੱਥੇ ਫਿਬ ਲਾਉਣਾ, ਫੋਰ ਐਗਜ਼ਾਮਪਲ ਆਪਣੀਆਂ ਪਹਿਲਾਂ ਲਾਈਨਾਂ ਲੱਗੀਆਂ ਹੋਈਆਂ, ਇਹਨਾਂ ਨੂੰ ਭੁੱਲ ਜਾਓ। ਆਪਾਂ ਫਿਬ ਲਾਉਣਾ, ਦੱਸੋ ਕਿੱਥੋਂ ਜੇ ਲਾਵਾਂਗੇ ਆਪਾਂ ਫਿਬ? ਸਰ ਜਿੱਥੇ ਸੈਕਿੰਡ ਅਰਨਿੰਗ ਹੈ ਜੁਲਾਈ ਤੋਂ ਬਾਅਦ। ਜੁਲਾਈ ਡੀ ਤੋਂ। ਹਾਂ, ਜਿੱਥੇ ਸੈਕਿੰਡ ਈ ਲਿਖਿਆ ਹੋਇਆ ਉੱਥੋਂ ਜੁਲਾਈ ਤੋਂ ਬਾਅਦ ਈ। ਨਹੀਂ ਸਰ ਅੱਗੇ ਲੋਐਸਟ ਹਾਂ ਇੱਥੇ, ਠੀਕ ਹੈ। ਆਪਾਂ ਦੇਖਿਆ ਵੀ ਚਲੋ ਇੱਥੋਂ ਆਪਾਂ ਦੇਖਿਆ ਕਿ ਇੱਥੋਂ ਆਪਾਂ ਨੂੰ ਇੱਕ ਲੋ ਪੁਆਇੰਟ ਮਿਲ ਗਿਆ, ਠੀਕ ਹੈ। ਜੇ ਇੱਥੋਂ ਲਾਉਣਾ ਤੁਸੀਂ ਇੱਥੋਂ ਵੀ ਲਗਾ ਸਕਦੇ ਹੋ, ਇਹ ਐਡੀ ਕੋਈ ਖਾਸ ਗੱਲ ਨਹੀਂ। ਜੇ ਤੁਸੀਂ ਜਿੱਥੋਂ ਵੀ ਸਕਰੀਨ ਤੋਂ ਤੁਹਾਨੂੰ ਫਿਬ ਦਿਖ ਰਿਹਾ, ਉਹ ਲੋ ਦਿਖ ਰਿਹਾ, ਤੁਸੀਂ ਉੱਥੋਂ ਹੀ ਲਗਾ ਸਕਦੇ ਹੋ। ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇੱਥੋਂ ਹੀ ਲਗਾਉਣਾ ਹੈ ਜਾਂ ਲਾਸਟ ਵਾਲੇ ਲੋ ਤੋਂ ਹੀ ਲਗਾਉਣਾ ਹੈ। ਮੰਨ ਲਓ ਆਪਾਂ ਨੂੰ ਸਾਰੀ ਸਕਰੀਨ ਤੇ ਸਭ ਤੋਂ ਵੱਧ ਲੋ ਕਿੱਥੇ ਦਿਖਿਆ ਆ ਰਿਹਾ ਆਪਣਾ, ਠੀਕ ਹੈ। ਜਿੰਨੀ ਸਕਰੀਨ ਆਪਾਂ ਨੂੰ ਵਿਜ਼ੀਬਲ ਹੈ, ਆਪਾਂ ਦੇਖਿਆ ਕਿ ਸਰ ਸਾਡਾ ਇੱਥੇ ਲੋ ਦਿਖ ਰਿਹਾ ਜੀ ਸਾਨੂੰ। ਆਪਾਂ ਕੀ ਕੀਤਾ ਸਰ, ਇੱਥੋਂ ਫਿਬ ਲਗਾਇਆ, ਆਪਾਂ ਉੱਪਰ ਤੱਕ ਫਿਬ ਲਗਾਤਾ, ਠੀਕ ਹੈ ਜੀ। ਠੀਕ ਹੈ। ਓਕੇ, ਹੁਣ ਸਰ ਆਪਾਂ ਕੀ ਕੀਤਾ ਜੀ, ਜਦੋਂ ਆਪਾਂ ਇਹਦੇ ਨਾਲ ਦੇਖਿਆ ਆਪਣੀਆਂ ਅਸਲ ਜਿਹੜੀਆਂ ਫਿਬ ਦੀਆਂ ਲਾਈਨਾਂ ਸੀ, ਆਪਣੀਆਂ ਲਾਈਨਾਂ ਨਾਲ ਦੇਖੋ ਅਗੇਨ ਉਹ ਮੈਚ ਨਹੀਂ ਹੋ ਰਿਹਾ, ਫਰਕ ਰਹਿ ਜਾਂਦਾ, ਠੀਕ ਹੈ। ਤਾਂ ਆਪਾਂ ਉਹਨਾਂ ਨੂੰ ਕੀ ਕੀਤਾ, ਆਪਣੀਆਂ ਲਾਈਨਾਂ ਨੂੰ ਕਦੋਂ ਕੰਮ ਆਉਣੀਆਂ, ਦੇਖੋ ਆਪਾਂ ਦੇਖਿਆ ਕਿ ਕਈ ਵਾਰੀ ਕੀ ਹੁੰਦਾ ਕਿ ਇੰਨਾ ਡਿਫਰੈਂਸ ਹੈ। ਜਦੋਂ ਆਪਾਂ ਬਹੁਤ ਵੱਡਾ ਟਾਈਮ ਪੀਰੀਅਡ ਲੈ ਲੈਂਦੇ ਹਾਂ ਨਾ, ਆਪਾਂ ਮੰਨ ਲਓ ਜਿਵੇਂ ਰਿਲਾਇੰਸ ਦਾ ਆਪਾਂ ਕੀ ਕੀਤਾ ਕਿ ਆਪਾਂ 8 ਜੂਨ ਤੋਂ ਲੈ ਕੇ, ਹਨਾ, 8 ਜੂਨ ਤੋਂ ਲੈ ਕੇ 9 ਫਰਵਰੀ ਤੱਕ ਲੈ ਲਿਆ ਆਪਾਂ, ਸੌਰੀ ਜਨਵਰੀ ਤੋਂ ਲੈ ਕੇ ਆਪਾਂ ਪੂਰੇ 1 ਸਾਲ ਤੇ ਫਿਬ ਲਗਾ ਲਿਆ। ਹੁਣ 1 ਸਾਲ ਤੋਂ ਜਦੋਂ ਫਿਬ ਲਗਾਇਆ, ਜਿਹੜੀਆਂ ਆਪਾਂ ਆਪਣਾ ਸਪੋਰਟ ਰੈਜ਼ਿਸਟੈਂਸ ਸੀ ਉਹ ਆਪਣੀਆਂ ਥੋੜੀਆਂ ਜਿਹੀਆਂ ਫੇਲ ਹੋ ਗਈਆਂ, ਚਲੋ ਨਾ ਵੱਡਾ ਟਾਈਮ ਪੀਰੀਅਡ ਬਣ ਜਾਂਦਾ। ਹੁਣ ਦੇਖੋ ਇੰਨਾ ਵੱਡਾ ਇਹ ਆਪਣਾ ਬਣ ਗਿਆ, ਇੰਨੇ ਵੱਡੇ ਤੋਂ ਲੈ ਕੇ ਜਦੋਂ ਦੇਖੋ 0 ਲੈਵਲ ਤੋਂ ਲੈ ਕੇ 0.23 ਲੈਵਲ, ਇੰਨਾ ਟਾਈਮ ਪੀਰੀਅਡ ਹੈ ਆਪਣੇ ਕੋਲ, ਇੰਨਾ ਗੈਪ ਹੈ, ਤਾਂ ਆਬਵੀਅਸ ਹੈ ਸ਼ੇਅਰ ਇੱਕੋ ਦਮ ਤਾਂ ਇੰਨਾ ਗੈਪ ਕਵਰ ਕਰੇਗਾ ਨਹੀਂ। ਜਦ ਵੱਡੇ ਹੋ ਜਾਂਦੇ ਆ ਤਾਂ ਫਿਰ ਕੀ ਹੁੰਦਾ, ਸ਼ੇਅਰ ਪੂਰਾ ਗੈਪ ਇੱਕੋ ਵਾਰੀ ਨਹੀਂ ਕਵਰ ਕਰਦਾ। ਆਬਵੀਅਸ ਹੈ ਉਹ ਹੌਲੀ ਹੌਲੀ ਉੱਪਰ ਨੀਚੇ ਹੋਏਗਾ, ਨਵਾਂ ਹਾਈ ਬਣਾਏਗਾ, ਨਵਾਂ ਲੋ ਬਣਾਏਗਾ। ਤਾਂ ਫਿਰ ਆਪਾਂ ਨੂੰ ਜੇ ਹੱਥ ਨਾਲ ਵੀ ਆਪਾਂ ਨੂੰ ਸਪੋਰਟ ਰੈਜ਼ਿਸਟੈਂਸ ਲਗਾਉਣੀਆਂ ਹੁੰਦੀਆਂ ਨੇ, ਤਾਂ ਆਪਾਂ ਮਿਡ 'ਚ ਕਿਤੇ ਜੇ ਆਪਾਂ ਨੂੰ ਲੱਗ ਰਿਹਾ, ਜਿਵੇਂ ਉਹਨਾਂ ਇੱਥੇ ਆਪਾਂ ਨੂੰ ਕੀ ਲੱਗਿਆ, ਠੀਕ ਹੈ, ਇੱਥੇ ਆਪਾਂ ਨੂੰ ਕੀ ਲੱਗਿਆ ਕਿ ਆਪਾਂ ਦੇਖਿਆ ਵੀ ਇੱਥੇ ਬਹੁਤ ਵੱਡਾ ਗੈਪ ਬਣ ਗਿਆ, ਪਰ ਸ਼ੇਅਰ ਇੱਕੋ ਦਮ ਇੱਥੇ ਨੀਚੇ ਨਹੀਂ ਆ ਸਕਦਾ। ਆਪਾਂ ਨੂੰ ਵੀ ਪਤਾ ਇੰਨਾ ਗੈਪ ਇੱਕੋ ਵਾਰੀ ਫਿਲ ਨਹੀਂ ਹੁੰਦਾ ਗਾ, ਨਾ ਅਪ ਜਾਣ ਲੱਗੇ ਨਾ ਡਾਊਨ ਜਾਣ ਲੱਗੇ। ਇਹ ਵੀ ਨਹੀਂ ਕਿ ਸ਼ੇਅਰ 300 ਪੁਆਇੰਟ 300 ਜਾਂ 400 ਪੁਆਇੰਟ ਇੱਕ ਦਿਨ 'ਚ ਹੀ ਗਿਰ ਜੂਗਾ, ਤੇ ਇਹ ਵੀ ਨਹੀਂ ਕਿ 300-400 ਪੁਆਇੰਟ ਇੱਕੋ ਦਿਨ ਚੜ ਜੂਗਾ। ਤਾਂ ਫਿਰ ਆਪਾਂ ਕੀ ਕਰਦਾ, ਆਪਾਂ ਨੂੰ ਪਤਾ ਕਿ ਜਿੱਥੇ ਤੇ ਸ਼ੇਅਰ ਆਪਦਾ ਹਾਈ ਬਣਾਊਗਾ, ਆਪਾਂ ਆਪਦੇ ਹੱਥ ਨਾਲ ਵੀ ਉੱਥੇ ਇੱਕ ਨਵੀਂ ਸਪੋਰਟ ਬਣਾ ਸਕਦੇ ਹਾਂ। ਇਹ ਗੱਲ ਸਮਝ ਆਈ? ਇਸੇ ਕਰਕੇ ਪਹਿਲਾਂ ਆਪਾਂ ਹੱਥ ਨਾਲ ਬਣਾਉਣੀਆਂ ਸਿੱਖਦੇ ਹਾਂ, ਇਸ ਤੋਂ ਬਾਅਦ ਫਿਰ ਆਪਾਂ ਫਿਬ ਤੇ ਸਿੱਖਦੇ ਹਾਂ। ਠੀਕ ਹੈ। ਠੀਕ ਹੈ ਜੀ। ਹੁਣ ਸਰ ਆਪਾਂ ਲੋ ਜਿਹੜਾ
ਰੀਸੈਂਟ ਲੋ ਨਾ ਲਾ ਦਈਏ, ਜਿੱਦਾਂ ਆਪਾਂ ਸਪੋਰਟ ਰੈਜ਼ਿਸਟੈਂਸ ਆਪਾਂ 1 ਸਾਲ ਦਾ ਚਾਰਟ ਦੇਖ ਕੇ ਤੇ ਆਪਾਂ ਥੋੜਾ ਘੱਟ ਹੀ ਦੇਖ ਕੇ ਬਣਾਈਆਂ ਹਾਂ ਤੇ ਆਪਾਂ ਬਿਲਕੁਲ ਫਿਰ ਸਾਰਾ ਆਪਾਂ ਇੱਥੋਂ ਲਿਆ ਸੀ ਲੋ, ਆਪਾਂ ਚਾਹੀਏ ਤਾਂ ਆਪਾਂ ਇਸ ਜਗ੍ਹਾ ਨੂੰ ਵੀ ਲੋ ਮੰਨ ਕੇ ਚੱਲ ਸਕਦੇ ਹਾਂ, ਇਹਦੇ ਅਕੋਰਡਿੰਗ ਦੇਖ ਲਓ। ਜਦੋਂ ਆਪਾਂ ਸਰ ਦੇਖੋ ਇਹਦੇ ਨਾਲ ਜਿਹੜਾ ਹਾਂਜੀ ਨਹੀਂ ਤੁਸੀਂ ਬੋਲੋ ਫਿਰ ਮੈਂ ਬੋਲਦਾ। ਇਹਦੇ ਨਾਲ ਸਰ ਆਪਾਂ ਕੀ ਹੋਇਆ ਨਾ, ਜਦੋਂ ਆਪਾਂ ਇੱਥੋਂ ਲੋ ਮੰਨ ਕੇ ਚੱਲੇ, ਹੁਣ ਦੇਖੋ ਆਪਣੀਆਂ ਲਾਈਨਾਂ ਫਿਬ ਦੀਆਂ ਲਾਈਨਾਂ ਤੇ ਆਲਮੋਸਟ ਬਰਾਬਰ ਆ ਗਈਆਂ। ਹਾਂਜੀ ਸਰ ਠੀਕ ਹੈ, ਜਿਵੇਂ ਜਿਵੇਂ ਆਪਾਂ ਟਾਈਮ ਪੀਰੀਅਡ ਘੱਟ ਕਰਾਂਗੇ ਤਾਂ ਜਿਹੜੀਆਂ ਆਪਣੀਆਂ ਹੱਥ ਨਾਲ ਲਾਈਆਂ ਹੋਈਆਂ ਕਿਉਂਕਿ ਆਪਾਂ ਦੇਖਿਆ ਵੀ ਗੈਪ ਘੱਟ ਹੋ ਗਿਆ, ਆਬਵੀਅਸ ਹੈ ਗੈਪ ਘੱਟ ਹੋ ਗਿਆ ਤਾਂ ਆਪਣੀਆਂ ਲਾਈਨਾਂ ਦੇਖੋ ਮੈਚ ਕਰਨ ਲੱਗ ਪਈਆਂ ਹਨਾ। ਆਪਣੀਆਂ ਲਾਈਨ ਤੇ ਦੇਖੋ 0.5 ਨਾਲ ਥੋੜੀ ਜਿਹੀ ਵਿਥ ਰਹਿ ਗਈ, 0.38 ਥੋੜੀ ਜਿਹੀ ਵਿਥ ਰਹਿ ਗਈ, 0.61 ਤੇ ਥੋੜੀ ਜਿਹੀ ਵਿਥ ਰਹਿ ਗਈ। ਤਾਂ ਜਿੰਨਾ ਉਹ ਟਾਈਮ ਪੀਰੀਅਡ ਆਪਾਂ ਘੱਟ ਲਵਾਂਗੇ, ਫਿਰ ਮਾਈਕ ਬੰਦ ਕਰ ਲਓ ਜੀ, ਜਿੰਨਾ ਟਾਈਮ ਪੀਰੀਅਡ ਆਪਾਂ ਘੱਟ ਲਵਾਂਗੇ ਤਾਂ ਜਿਹੜੀਆਂ ਆਪਣੀਆਂ ਪਹਿਲਾਂ ਦੀਆਂ ਸਪੋਰਟ ਐਂਡ ਰੈਜ਼ਿਸਟੈਂਸ ਲੱਗੀਆਂ ਹੋਣਗੀਆਂ ਉਹ ਥੋੜੀਆਂ ਜਿਹੀਆਂ ਜ਼ਿਆਦਾ ਐਕੂਰੇਟ ਹੋ ਜਾਣਗੀਆਂ ਆਪਾਂ ਨੂੰ। ਆਪਾਂ ਵੱਡਾ ਟਾਈਮ ਪੀਰੀਅਡ ਲੈ ਲਿਆ, ਮੰਨ ਲਓ ਇਸੇ ਤੇ ਜਦੋਂ ਮੈਂ ਤੁਹਾਨੂੰ ਕਰਕੇ ਦਿਖਾਇਆ ਇਸ ਲੋ ਤੱਕ, ਤਾਂ ਦੇਖੋ ਉਹ ਕਿੰਨਾ ਫਰਕ ਆਉਣ ਲੱਗ ਪਿਆ ਕਿਉਂਕਿ ਫਿਰ ਗੈਪ ਵੱਧ ਗਿਆ ਸੀ ਅਸਲ ਦੇ ਵਿੱਚ। ਤਾਂ ਜਿਵੇਂ ਜਿਵੇਂ ਗੈਪ ਘਟਦਾ ਗਿਆ ਆਪਾਂ ਕੀ ਕੀਤਾ, ਉਹਦਾ ਗੈਪ ਘਟਾ ਲਿਆ ਤਾਂ ਆਪਣੀਆਂ ਜਿਹੜੀਆਂ ਉਹ ਸੀਗੀਆਂ ਐਕੂਰੇਟ ਆਉਣ ਲੱਗ ਪਈਆਂ। ਕਲੀਅਰ ਹੈ ਜੀ? ਹਾਂਜੀ ਠੀਕ ਹੈ। ਮੈਂ ਇਹ ਪੁੱਛਣ ਲੱਗਿਆ ਸੀਗਾ, ਜੇ ਆਪਾਂ ਪਿੱਛੋਂ ਜਾਂ ਅੱਗੇ ਸ਼ੁਰੂ ਕਰਾਂਗੇ ਇਹ ਜਿਹੜੇ ਨੰਬਰਿੰਗ ਆਪਾਂ ਨੂੰ ਇਹ ਤਾਂ ਨਹੀਂ ਹਿਲ ਜਾਂਦੀ? ਉਹੀ ਦੱਸਣ ਲੱਗਿਆ ਸਰ, ਇਹ ਨੰਬਰ ਨਹੀਂ ਹਿਲਦੇਗੇ ਜਦੋਂ ਆਪਾਂ ਨੀਚੇ ਤੋਂ ਉੱਪਰ ਵੱਲ ਨੂੰ ਜਾਂਦੇ ਹਾਂ। ਹੁਣ ਮੰਨ ਲਓ ਆਪਾਂ ਨੂੰ ਇਹ ਉੱਪਰ ਤੋਂ ਨੀਚੇ ਵੱਲ ਨੂੰ ਲਗਾਉਣਾ ਹੋਵੇ, ਫਿਰ ਹੁਣ ਆਪਾਂ ਦੇਖਿਆ ਕਿ ਇੱਥੋਂ ਟ੍ਰੈਂਡ ਆਪਾਂ ਕੀ ਕੀਤਾ ਇੱਥੋਂ ਕੀ ਕੀਤਾ, ਲੋ ਤੋਂ ਹਾਈ ਤੱਕ ਲਗਾ ਲਿਆ, ਠੀਕ ਹੈ। ਹੁਣ ਆਪਾਂ ਇਹਨੂੰ ਇਦਾਂ ਵੀ ਲਗਾ ਸਕਦੇ ਹਾਂ, ਆਪਾਂ ਹਾਈ ਤੋਂ ਲੋ ਵੀ ਲਗਾ ਸਕਦੇ ਹਾਂ। ਹਾਂਜੀ ਅੱਜ ਤੱਕ ਦਾ ਲੋ ਇੱਥੇ ਮੰਨ ਲਓ ਆਪਾਂ ਇੱਥੇ ਤੱਕ ਲਗਾ ਲਿਆ ਇਹਨੂੰ ਫॉर एग्जांपल, ਦੇਖੋ ਠੀਕ ਹੈ। ਤਾਂ ਆਪਾਂ ਇਹਨੂੰ ਇਦਾਂ ਵੀ ਪਲੇ ਕਰ ਸਕਦੇ ਹਾਂ। ਫਿਰ ਬਸ ਕੁਝ ਨਹੀਂ ਹੋਊਗਾ, ਜਿਹੜਾ ਆਪਣਾ ਇੱਕ ਲੈਵਲ ਪਹਿਲਾਂ ਡਾਊਨ ਤੇ ਸੀ ਉਹ ਅਪ ਚਲਾ ਗਿਆ, ਜ਼ੀਰੋ ਵਾਲਾ ਲੈਵਲ ਆਪਣਾ ਡਾਊਨ ਚਲਾ ਗਿਆ, ਹੋਰ ਕੁਝ ਨਹੀਂਗਾ। 0.5 ਤਾਂ ਆਪਣਾ ਉਹੀ ਮਿਡ ਵਾਲਾ ਪੁਆਇੰਟ ਰਿਹਾ, ਉਹ 0.5 ਮਿਡ ਹੀ ਰਹੂਗਾ ਆਪਣਾ, ਕੁਝ ਨਹੀਂ। ਤੁਸੀਂ ਉਹਨਾਂ ਨਾਲ ਇਹਨੂੰ ਨਹੀਂ ਕੰਪੇਅਰ ਕਰਨਾ ਵੀ ਜ਼ੀਰੋ ਉੱਪਰ ਚਲਾ ਗਿਆ ਕਿ ਉੱਪਰ ਚਲਾ ਗਿਆ। ਆਪਾਂ ਨੂੰ ਆਦੀ ਸਪੋਰਟ ਰੈਜ਼ਿਸਟੈਂਸ ਦਾ ਤਾਂ ਕੰਮ ਉਦਾਂ ਹੀ ਚੱਲ ਰਿਹਾ ਕਿ ਜੇ ਉੱਪਰ ਇੱਕ ਲਾਈਨ ਬਣ ਰਹੀ ਹੈ ਜੀ ਉਹ ਰੈਜ਼ਿਸਟੈਂਸ ਹੈ, ਜਿਹੜੀ ਨੀਚੇ ਲਾਈਨ ਬਣ ਰਹੀ ਹੈ ਉਹ ਸਪੋਰਟ ਹੈ। ਠੀਕ ਹੈ, ਠੀਕ ਹੈ। ਤੁਸੀਂ ਇਹਨਾਂ ਨੂੰ ਦੋਵੇਂ ਤਰੀਕੇ ਨਾਲ ਲਗਾ ਸਕਦੇ ਹੋ, ਡਾਊਨ ਟੂ ਅਪ ਵੀ ਲਗਾ ਸਕਦੇ ਹੋ ਤੇ ਅਪ ਟੂ ਡਾਊਨ ਵੀ ਲਗਾ ਸਕਦੇ ਹੋ, ਕਿਸੇ ਵੀ ਸ਼ੇਪ ਤੇ ਲਗਾ ਸਕਦੇ ਹੋ, ਕੋਈ ਉਹ ਨਹੀਂ ਹੈਗਾ। ਮੰਨ ਲਓ ਆਪਾਂ ICICI ਤੇ ਲਾਉਣਾ, ਤੁਸੀਂ ਆਹ ਲੋ ਪੁਆਇੰਟ ਇੱਥੋਂ ਮੈਂ ਮੇਜਰ ਕੀਤਾ, ਲੋ ਤੋਂ ਲੈ ਕੇ ਇੱਥੇ ਹਾਈ ਤੱਕ ਲਗਾ ਸਕਦੇ ਹੋ, ਜਾਂ ਤੁਸੀਂ ਇੱਥੋਂ ਹਾਈ ਤੋਂ ਲੈ ਕੇ ਨੀਚੇ ਇਸ ਲੋ ਤੱਕ ਲਗਾ ਸਕਦੇ ਹੋ, ਜਾਂ ਅੱਜ ਦਾ ਲੋ ਇੱਥੇ ਤੱਕ ਲਗਾ ਸਕਦੇ ਹੋ, ਤਾਂ ਉਹ ਕੋਈ ਪ੍ਰੋਬਲਮ ਨਹੀਂ ਹੈਗੀ। ਕਲੀਅਰ ਹੈ ਸਰ ਸਭ ਨੂੰ ਜੀ? ਹਾਂਜੀ ਹਾਂਜੀ ਹੁਣ ਆਪਾਂ ਅੱਜ ਇੰਟਰਡੇ ਦੀ ਸਟ੍ਰੈਟਜੀ ਕਰੀਏ ਕਿ ਜੇ ਇੰਨਾ ਸਮਝ ਆ ਗਿਆ ਤਾਂ ਹਾਂਜੀ ਭਾਜੀ, ਪੱਕੀ ਗੱਲ ਹੈ ਜੀ, ਫਿਰ ਸਭ ਨੂੰ ਸਮਝ ਆ ਗਿਆ? ਹਾਂਜੀ ਹਾਂਜੀ ਓਕੇ। ਤੇ ਇੱਕ ਗੱਲ ਹੋਰ ਪੁੱਛਣਾ ਸੀਗਾ, ਜਿਵੇਂ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਇੰਡੀਕੇਟਰ ਲਗਾ ਰਹੇ ਹੋ ਉਸੇ ਇੰਡੀਕੇਟਰ ਤੇ ਆਪਾਂ ਸੇਲ ਪਰਚੇਸ ਕਰਨਾ, ਫਿਬ ਤੇ ਵੀ ਸੇਮ ਹੈ? ਬਿਲਕੁਲ ਸਰ। ਤੁਸੀਂ ਮੰਨ ਲਓ ਫਿਬ ਤੋਂ ਕੀ ਕੀਤਾ, ਆਪਾਂ ਫਿਬ ਤੋਂ ਬਾਇੰਗ ਕਿੰਨੇ ਕਰ ਸਕਦੇ ਹਾਂ, ਜਦੋਂ ਮੈਂ ਤੁਹਾਨੂੰ ਦੱਸਦਾ। ਮੰਨ ਲਓ ਮੈਂ ਵੈਸੇ ਇੱਕ ਨਿੱਕਾ ਜਿਹਾ ਪੁਆਇੰਟ ਲੈ ਰਿਹਾ ਹੈਗਾ, ਠੀਕ ਹੈ। ਦੇਖੋ ਹੁਣ ਆਪਾਂ ਜੇ ਫਿਬ ਤੋਂ ਕਰਨਾ, ਮੰਨ ਲਓ ਜਿਵੇਂ 0.5 ਹੈ, ਆਪਾਂ ਨੂੰ ਪਤਾ ਕਿ ਜਿਹੜਾ 0.5 ਉਹ ਬੜਾ ਸਟਰੋਂਗ ਲੈਵਲ ਹੈ, ਤਾਂ ਆਪਾਂ ਕੀ ਕਰ ਸਕਦੇ ਹਾਂ, 0.5 ਤੋਂ ਜਦੋਂ ਇਹਨੇ ਸਪੋਰਟ ਲੈਣੀ ਸ਼ੁਰੂ ਕੀਤੀ ਸ਼ੇਅਰ ਨੇ, ਆਪਾਂ ਉੱਥੇ ਨੂੰ ਬਾਏ ਕਰ ਸਕਦੇ ਹਾਂ। ਬਾਏ ਕਰਕੇ ਤੇ ਆਪਣਾ ਜਿਹੜਾ ਟਾਰਗੇਟ ਹੋਊਗਾ ਕਿੱਥੋਂ ਤੱਕ ਹੋਊਗਾ, 0.38, ਉਹੀ ਅਗਲਾ ਲੈਵਲ ਜਿਹੜਾ ਆਪਣਾ। ਆਪਾਂ ਕੀ ਦੇਖਿਆ ਕਿ ਪਹਿਲਾਂ ਰੈਜ਼ਿਸਟੈਂਸ ਟੁੱਟ ਨਹੀਂ ਸੀ ਰਹੀ ਸ਼ੇਅਰ ਤੋਂ, ਹੁਣ ਸ਼ੇਅਰ ਨੇ ਕੀ ਕੀਤਾ, ਰੈਜ਼ਿਸਟੈਂਸ ਤੋੜਤੀ ਹੈ, ਉਹਨੇ 0.5 ਨੂੰ ਐਜ਼ ਅ ਸਪੋਰਟ ਲੈਣਾ ਸ਼ੁਰੂ ਕਰਤਾ ਹੈ। ਤਾਂ ਆਪਾਂ 0.5 ਤੋਂ ਆਪਣੀ ਐਂਟਰੀ ਬਣਾ ਲਾਂਗੇ ਤੇ ਆਪਾਂ ਐਗਜ਼ਿਟ ਕਿੱਥੇ ਹੋਵਾਂਗੇ, 0.38 ਦੇ ਲੈਵਲ ਤੋਂ। ਜੇ ਉਹ 38 ਦਾ ਲੈਵਲ ਵੀ ਟੁੱਟ ਜਾਂਦਾ ਹੈ, ਠੀਕ ਹੈ, ਤਾਂ ਫਿਰ ਆਪਣਾ ਨੈਕਸਟ ਟਾਰਗੇਟ ਕੀ ਹੋਊਗਾ, 0.2 ਲੈਵਲ ਆ ਜਾਊਗਾ। ਉਸੇ ਤਰ੍ਹਾਂ ਜੇ 0.5 ਦਾ ਲੈਵਲ ਟੁੱਟ ਜਾਂਦਾ ਹੈ, ਮੰਨ ਲਓ ਜਿਵੇਂ ਸ਼ੇਅਰ ਉੱਪਰ ਤੋਂ ਨੀਚੇ ਗਿਰਦਾ ਆ ਰਿਹਾ ਸੀਗਾ ਤੇ ਇਹਨੇ 0.5 ਦਾ ਲੈਵਲ ਤੋੜਤਾ ਹੈ, ਤਾਂ ਫਿਰ ਆਪਾਂ ਇੱਥੇ ਸ਼ੇਅਰ ਨੂੰ ਸ਼ਾਰਟ ਕਰ ਸਕਦੇ ਹਾਂ। ਇਹਦੇ ਮੋਸਟਲੀ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਸ਼ੇਅਰ ਦੇ ਵਿੱਚ, ਇੱਥੇ ਫਿਬ ਦੇ ਵਿੱਚ ਮੈਂ ਵਾਰ-ਵਾਰ ਕਹਿ ਰਿਹਾ ਕਿ 0.5 ਦਾ ਲੈਵਲ ਬੜਾ ਅਹਿਮ ਹੁੰਦਾ ਹੈ। ਜੇ 0.5 ਉੱਪਰ ਨੂੰ ਜਾਂਦਾ ਹੈ ਤਾਂ ਤੁਸੀਂ ਉੱਥੇ ਬਾਈ ਕਰਕੇ ਚੱਲੋ, ਜੇ 0.5 ਟੁੱਟਦਾ ਹੈ ਤਾਂ ਤੁਸੀਂ ਉੱਥੇ ਸ਼ਾਰਟ ਕਰਕੇ ਚੱਲੋ। ਠੀਕ ਹੈ ਜੀ,
ਪਰ ਅਗੇਨ ਉਹੀ ਹੈ ਵੀ ਫਿਰ ਆਪਣੀ ਜਿਹੜੀ ਐਂਟਰੀ ਹੈ ਫਿਬ ਨੂੰ ਦੇਖ ਕੇ ਹੋਈ ਹੈ ਤਾਂ ਐਗਜ਼ਿਟ ਵੀ ਆਪਾਂ ਫਿਬ ਨੂੰ ਦੇਖ ਕੇ ਹੀ ਕਰਾਂਗੇ। ਨਾਲ ਜੇ ਲੈਣੇ ਆਪਾਂ। ਇਹ ਪਤਾ ਕਰਨਾ ਹੋਵੇ ਕਿ ਫਿਬ ਦਾ ਨੈਕਸਟ ਲੈਵਲ ਟੁੱਟੇਗਾ ਕਿ ਨਹੀਂ ਟੁੱਟੇਗਾ, ਇਹ ਆਪਾਂ ਨੂੰ ਕੌਣ ਦੱਸੂਗਾ? ਸਰ ADX ਸਟ੍ਰੈਂਥ ਵੇਖਣ ਵਾਸਤੇ ਸਟੋਕਾਸਟਿਕ। ਠੀਕ ਹੈ, ADX ਕਦੋਂ ਕੰਮ ਕਰਦਾ? ADX ਆਪਾਂ ਗੱਲ ਕੀਤੀ ਸੀ ਸਰ ਫਾਲਸ ਬ੍ਰੇਕਆਊਟ, ਜਦੋਂ ਤੁਹਾਡਾ ਪੈਟਰਨ ਬਣ ਰਿਹਾ ਹੋਵੇ, ਕੋਈ ਤੁਹਾਡੀ ਮੰਨ ਲਓ ਵੈਜ ਬਣ ਰਹੀ ਹੈ, ਟ੍ਰਾਇੰਗਲ ਬਣ ਰਹੀ ਹੈ, ਉਦੋਂ ADX ਲਗਾਓ। ਜੇ ਇਹਦੇ ਨਾਲ ਦੱਸੋ, ਇਹਦੇ ਨਾਲ ਕੰਪੇਅਰ ਕਰਕੇ ਦੱਸੋਗੇ ਜੀ ਮਤਲਬ ਜਿਹੜਾ ਹੈਗਾ ਇੰਡੀਕੇਟਰ ਆਪਾਂ ਨੂੰ ਕੰਪੈਰੀਜ਼ਨ ਕਰਕੇ ਦੱਸੋਗੇ ਜੀ? ਮੈਂ ਦੱਸਦਾ ਆਪਾਂ ਵੈਸੇ ਨਾਰਮਲ ਗੱਲ ਕਰਦੇ ਹਾਂ। ਦੇਖੋ, ਜੇ ਤੁਸੀਂ ਕਦੇ ਵੀ ਸਪੋਰਟ ਤੇ ਰੈਜ਼ਿਸਟੈਂਸ ਦੇ ਬੇਸਿਸ ਤੇ ਕੰਮ ਕਰ ਰਹੇ ਹੋ, ਮੰਨ ਲਓ ਤੁਸੀਂ ਸਪੋਰਟ ਤੇ ਕੋਈ ਚੀਜ਼ ਖਰੀਦ ਲਈ, ਰੈਜ਼ਿਸਟੈਂਸ ਤੇ ਜਾ ਕੇ ਵੇਚਤੀ, ਹਨਾ, ਤਾਂ ਹੁਣ ਜਿਹੜੀ ਉਹ ਰੈਜ਼ਿਸਟੈਂਸ ਟੁੱਟੂਗੀ ਕਿ ਨਹੀਂ ਟੁੱਟੂਗੀ, ਸਾਨੂੰ ਵੇਟ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਹੋ ਸਕਦਾ ਨਾ ਵੀ ਰੈਜ਼ਿਸਟੈਂਸ ਟੁੱਟ ਕੇ ਸ਼ੇਅਰ ਹੋਰ ਉੱਪਰ ਚਲਾ ਜਾਵੇ, ਤਾਂ ਆਪਾਂ ਉੱਥੇ ਸਟੋਕਾਸਟਿਕ ਲਗਾ ਕੇ ਦੇਖਦੇ ਹਾਂ। ਉੱਥੇ ਆਪਾਂ ADX ਨਹੀਂ ਲਗਾਵਾਂਗੇ, ਉੱਥੇ ਆਪਾਂ ਸਟੋਕਾਸਟਿਕ ਲਗਾਵਾਂਗੇ ਕਿ ਜੇ ਆਪਾਂ ਨੂੰ ਸਟੋਕਾਸਟਿਕ ਕਹਿ ਰਿਹਾ ਕਿ ਟੁੱਟ ਸਕਦੀ ਹੈ ਤਾਂ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ। ਆਪਾਂ ਕੋਈ ਪੈਟਰਨ ਨਹੀਂ ਸੀ ਲੱਭਿਆ, ਆਪਣਾ ਕੋਈ ਬੁਲਿਸ਼ ਫਲੈਗ ਨਹੀਂ ਸੀ ਬਣਿਆ, ਕੋਈ ਵੈਜ ਨਹੀਂ ਸੀ ਬਣੀ, ਹਨਾ, ਆਪਾਂ ਸਿਰਫ ਸਪੋਰਟ ਤੇ ਰੈਜ਼ਿਸਟੈਂਸ ਦੇ ਬੇਸਿਸ ਤੇ ਕੰਮ ਕਰ ਰਹੇ ਸੀ। ਹੁਣ ਮੰਨ ਲਓ ਆਪਣੀ ਵੈਜ ਬਣ ਚੁੱਕੀ ਹੈ, ਆਪਣਾ ਸ਼ੇਅਰ ਵੈਜ ਦੇ ਵਿੱਚ ਐਂਟਰ ਹੈ, ਜਾਂ ਮੰਨ ਲਓ ਰੈਕਟੈਂਗਲ ਦੇ ਵਿੱਚ ਜਾਂ ਟ੍ਰਾਇੰਗਲ ਦੇ ਵਿੱਚ, ਉਹ ਆਪਾਂ ਕਿਤੇ ਸਿਮੈਟ੍ਰਿਕ ਟ੍ਰਾਇੰਗਲ ਹੈ ਹੋਗੀ, ਹਨਾ, ਉਹਦੇ ਵਿੱਚ ਐਂਟਰ ਕਰ ਗਿਆ। ਹੁਣ ਆਪਾਂ ਦੇਖਿਆ ਕਿ ਸ਼ੇਅਰ ਨਾ ਥੋੜਾ ਜਿਹਾ ਬ੍ਰੇਕਆਊਟ ਦੇ ਰਿਹਾ। ਹੁਣ ਉਸ ਬ੍ਰੇਕਆਊਟ ਨੂੰ ਅਸਲ ਚ ਹੁਣ ਦੇਖੋ ਉਹ ਸਪੋਰਟ ਜਾਂ ਰੈਜ਼ਿਸਟੈਂਸ ਨਹੀਂ ਹੈ, ਆਪਾਂ ਇੱਕ ਪੈਟਰਨ ਲੱਭਿਆ ਹੋਇਆ, ਆਪਣਾ ਸਿਮੈਟ੍ਰਿਕ ਟ੍ਰਾਇੰਗਲ ਬਣ ਰਹੀ ਹੈ, ਤਾਂ ਜਿਹੜੀ ਸਿਮੈਟ੍ਰਿਕ ਟ੍ਰਾਇੰਗਲ ਬਣ ਰਹੀ ਹੈ, ਕੀ ਤੁਸੀਂ ਉਹਨੂੰ ਸਪੋਰਟ ਤੇ ਰੈਜ਼ਿਸਟੈਂਸ ਕਹਿ ਰਹੇ ਹੋ? ਨਹੀਂ ਨਾ, ਸਪੋਰਟ ਰੈਜ਼ਿਸਟੈਂਸ ਆਪਣੀ ਪ੍ਰਾਈਸ ਐਕਸ਼ਨ ਬੇਸਿਸ ਤੇ ਲੱਗੀ ਹੋਈ ਹੈ। ਸਿਮੈਟ੍ਰਿਕ ਟ੍ਰਾਇੰਗਲ ਬਣ ਗਈ, ਉਹਨੇ ਥੋੜਾ ਜਿਹਾ ਬ੍ਰੇਕਆਊਟ ਦਿੱਤਾ, ਤਾਂ ਆਪਾਂ ਦੇਖਣਾ ਵੀ ਇਹ ਬ੍ਰੇਕਆਊਟ ਰੀਅਲ ਹੈ ਕਿ ਫੇਕ ਹੈ, ਤਾਂ ਆਪਾਂ ADX ਲਗਾ ਕੇ ਦੇਖਾਂਗੇ। ਠੀਕ ਹੈ, ਜਦੋਂ ਵੀ ਪੈਟਰਨ ਬਣ ਗਏ ਉਦੋਂ ADX ਲਗਾਉਣਾ, ਜਦੋਂ ਆਪਾਂ ਸਪੋਰਟ ਤੇ ਰੈਜ਼ਿਸਟੈਂਸ ਦੇਖਣਾ ਉਦੋਂ ਆਪਾਂ ਸਟੋਕਾਸਟਿਕ ਲਗਾਉਣਾ ਹੈ। ਠੀਕ ਹੈ ਜੀ। ਓਕੇ ਜੀ, ਹੁਣ ਸਰ ਆਪਾਂ ਅੱਜ ਕਰਦੇ ਹਾਂ ਜੀ 30 ਮਿੰਟ ਦੀ ਆਪਦੀ ਇੰਟਰਾਡੇ ਸਟ੍ਰੈਟਜੀ। ਠੀਕ ਹੈ, 30 ਮਿੰਟ ਦੀ ਇੰਟਰਾਡੇ ਸਟ੍ਰੈਟਜੀ ਦੇਖੋ ਹੁਣ ਆਪਾਂ ਨੂੰ ਕੀ ਕਹਿੰਦੀ ਹੈ, ਇਹ ਸਾਰੇ ਜਣੇ ਧਿਆਨ ਨਾਲ ਕਰਿਓ ਜੋ ਆਪਾਂ ਟ੍ਰੇਡ ਵੀ ਲਵਾਂਗੇ ਇਹਦੇ ਅਕੋਰਡਿੰਗ। ਆਪਾਂ ਸਰ ਦੇਖੋ, ਸਭ ਨੂੰ ਪਤਾ ਜੀ ਮਾਰਕੀਟ ਕਿੰਨੇ ਵਜੇ ਸ਼ੁਰੂ ਹੁੰਦੀ ਹੈ? 9:15 9:15 ਹਨਾ, 9:15 ਵਜੇ ਮਾਰਕੀਟ ਸ਼ੁਰੂ ਹੁੰਦੀ ਹੈ। ਹੁਣ ਸਰ ਕੀ ਕਰਨਾ ਜੀ, ਆਪਾਂ 30 ਮਿੰਟ ਦੀ ਸਟ੍ਰੈਟਜੀ ਕਰ ਰਹੇ ਹਾਂ, ਤਾਂ ਜਿਹੜੀ ਡੇ ਵਾਲੀ ਕੈਂਡਲ ਹੈ ਇਹਨੂੰ ਬਦਲ ਕੇ ਆਪਾਂ ਲਾ ਦੇਣਾ 30 ਮਿੰਟ ਦੀ। ਠੀਕ ਹੈ ਜੀ, ਆਪਾਂ ਡੇ ਕੈਂਡਲ ਕਰ ਰਹੇ ਹਾਂ, ਇਹਨੂੰ 30 ਮਿੰਟ ਤੇ ਲਾਤਾ ਆਪਾਂ। ਹੁਣ ਯਾਨੀ ਕਿ ਜਿਹੜੀ ਜਿਹੜੀ ਇੱਕ ਕੈਂਡਲ ਬਣ ਰਹੀ ਹੈ, ਇਹ ਕਿਹੜੀ ਬਣ ਰਹੀ ਹੈ? 30 ਮਿੰਟ ਦੀ ਕੈਂਡਲ ਬਣ ਰਹੀ ਹੈ। ਤਾਂ ਆਪਾਂ ਜਿਹੜੇ ਦਿਨ ਦੀ ਅੱਜ ਸਰ ਹੈਗਾ ਜੀ ਆਪਣੇ ਕੋਲੇ 8 ਮਾਰਚ ਦੀ ਪਹਿਲੀ ਕੈਂਡਲ ਨੂੰ ਨੋਟ ਕਰਨਾ ਹੈ। ਠੀਕ ਹੈ, ਜਿਹੜੀ ਪਹਿਲੀ ਕੈਂਡਲ ਬਣੂਗੀ ਆਪਾਂ ਉਹ ਤੇ ਟ੍ਰੇਡ ਨਹੀਂ ਲੈਣਾ, ਪਹਿਲੀ ਕੈਂਡਲ ਨੂੰ ਨੋਟ ਕਰੋ ਕਿ ਇਹਦਾ ਹਾਈ ਕਿੰਨਾ ਤੇ ਲੋ ਕਿੰਨਾ। ਹੁਣ ਸਾਰੇ ਲਿਖਣ ਵਾਲੀ ਗੱਲ ਹੈ ਜੀ, ਲਿਖੋ ਦਿਨ ਦੀ ਜਿਹੜੀ ਸਭ ਤੋਂ ਪਹਿਲੀ ਕੈਂਡਲ ਹੈ 30 ਮਿੰਟ ਵਾਲੀ, ਉਹਦਾ ਹਾਈ ਤੇ ਲੋ ਨੋਟ ਕਰ ਲਓ। ਹੁਣ ਆਪਾਂ ਜਿਵੇਂ ਇਹਦਾ ਹਾਈ ਹੈਗਾ 130, ਲੋ ਹੈ 1300। ਹਾਂਜੀ, ਨਹੀਂ ਸਰ ਇਹਦਾ ਨਹੀਂ, ਹਾਈ 1306 1306 ਤੇ ਲੋ ਹੈਗਾ 1292। 92, ਠੀਕ ਹੈ ਜੀ। 1306 ਹਾਈ ਹੈ ਤੇ 1292 ਲੋ ਹੈ। ਸਭ ਨੂੰ ਪਤਾ ਲੱਗ ਗਿਆ ਜੀ? ਹਾਂਜੀ ਹਾਂਜੀ। ਓਕੇ, ਹੁਣ ਮੈਨੂੰ ਦੱਸੋ ਕਿ ਡਿਫਰੈਂਸ ਕਿੰਨਾ ਇਹਦੇ ਵਿੱਚ, ਹਾਈ ਤੇ ਲੋ ਚ ਕਿੰਨਾ ਡਿਫਰੈਂਸ ਹੈ? 8 ਤੇ 6 ਕੀ 14 ਰੁਪਏ ਦਾ। ਠੀਕ ਹੈ ਜੀ, 14 ਰੁਪਏ ਦਾ ਫਰਕ ਹੈ। ਤਾਂ ਇਹਨੂੰ 2 ਨਾਲ ਡਿਵਾਈਡ ਕਰ ਦਿਓ, ਜਿੰਨਾ ਵੀ ਡਿਫਰੈਂਸ ਹੋਊਗਾ ਉਹਨੂੰ 2 ਨਾਲ ਡਿਵਾਈਡ ਕਰ ਦਿਓ। ਕਿੰਨਾ ਆ ਗਿਆ ਜੀ? 7। 7। ਇਹ ਹੈ ਸਰ ਆਪਣਾ ਟਾਰਗੇਟ ਜਿਹੜਾ ਆਪਾਂ ਲੈਣਾ ਹੈ, ਯਾਨੀ ਕਿ ਆਪਾਂ 7 ਰੁਪਏ ਦਾ ਟਾਰਗੇਟ ਲੈਣਾ। ਪਰ ਕਦੋਂ ਐਂਟਰੀ ਕਰਨੀ ਹੈ ਹੁਣ ਉਹ ਦੇਖੋ। ਆਪਾਂ ਕੀ ਕੀਤਾ, 9:15 ਵਜੇ ਤੋਂ ਲੈ ਕੇ ਤੇ ਕਿੰਨੇ ਵਜੇ ਤੱਕ ਬਣੂਗੀ ਕੈਂਡਲ? 9:45। ਠੀਕ ਹੈ, 9:45 ਵਜੇ ਤੱਕ ਅੱਧੇ ਘੰਟੇ ਦੀ ਕੈਂਡਲ ਬਣਨੀ ਹੈ। 9:15 ਤੋਂ ਲੈ ਕੇ 9:45 ਵਜੇ ਤੱਕ ਕੈਂਡਲ ਬਣੀ, ਆਪਾਂ ਵੇਟ ਕੀਤਾ। ਜਿਵੇਂ ਪਹਿਲੀ ਅੱਧੇ ਘੰਟੇ ਦੀ ਕੈਂਡਲ ਬਣ ਗਈ, ਆਪਾਂ ਉਹਨੂੰ ਕੀ ਕੀਤਾ ਸਰ, ਆਪਾਂ ਉਹਦਾ ਹਾਈ ਤੇ ਲੋ ਨੋਟ ਕਰ ਲਿਆ। ਠੀਕ ਹੈ, ਤੁਸੀਂ ਇਦਾਂ ਵੀ ਲਗਾ ਸਕਦੇ ਹੋ। ਫॉर एग्जांपल ਆਪਾਂ ਉਹਦਾ ਹਾਈ ਤੇ ਲੋ ਨੋਟ ਕਰਕੇ ਰੱਖ ਲਿਆ। ਹੁਣ ਆਪਾਂ ਸਾਰਾ ਦਿਨ ਵੇਟ ਕਰਨੀ ਹੈ ਕਿਸ ਚੀਜ਼ ਦੀ, ਕਿ ਜਿਹੜੀ ਕੋਈ ਅਗਲੀ ਕੈਂਡਲ ਹੈ ਭਾਵੇਂ ਉਹ ਇਮੀਡੀਏਟਲੀ ਨੈਕਸਟ ਹੋ ਜਾਏ, ਚਾਹੇ ਬਾਅਦ ਚ ਆਏ ਕੋਈ, ਭਾਵੇਂ 2 ਵਜੇ ਆਵੇ 3 ਵਜੇ ਆਵੇ, ਜਦੋਂ ਵੀ ਕੈਂਡਲ
ਅਗਲੀ ਕੋਈ ਵੀ ਕੈਂਡਲ ਇਸ ਕੈਂਡਲ ਦਾ ਜਾਂ ਤਾਂ ਹਾਈ ਤੋੜੂਗੀ ਜਾਂ ਫਿਰ ਲੋ ਤੋੜੂਗੀ। ਇੰਨੀ ਗੱਲ ਸਮਝ ਆਈ ਕਿ ਪਹਿਲੀ ਕੈਂਡਲ ਦਾ ਜਾਂ ਤਾਂ ਹਾਈ ਤੋੜੇ। ਹੁਣ ਹਾਈ ਕਿੰਨਾ ਸੀ ਆਪਣੇ ਕੋਲੇ, ਪਹਿਲੀ ਕੈਂਡਲ ਦਾ ਹਾਈ ਕਿੰਨਾ ਸੀ 1306। ਯਾਨੀ ਕਿ ਜਦੋਂ ਕੋਈ ਵੀ ਅਗਲੀ ਕੈਂਡਲ, ਇਹ ਨਹੀਂ ਕਿ ਇਮੀਡੀਏਟਲੀ ਨੈਕਸਟ, ਕੋਈ ਵੀ ਸਾਰੇ ਦਿਨ ਚ ਕੋਈ ਵੀ ਕੈਂਡਲ ਜਦੋਂ 1306 ਨੂੰ ਤੋੜ ਕੇ 1300 ਮੰਨ ਲਓ 7 ਤੇ ਆ ਗਈ, 8 ਤੇ ਆ ਗਈ, ਆਪਾਂ ਬੇਸਿਕਲੀ 1306.1 ਤੇ ਐਂਟਰੀ ਲੈ ਲੈਣੀ ਆ। ਆਪਣੀ ਹਾਈ ਟੁੱਟ ਗਿਆ, ਜਿਵੇਂ ਹਾਈ ਟੁੱਟਿਆ 1306.20 ਦਾ ਹਾਈ ਸੀ, ਆਪਾਂ 1306.30 ਤੇ ਐਂਟਰੀ ਲੈ ਲੈਣੀ ਹੈ। ਤੇ 1306.30 ਤੋਂ ਐਂਟਰੀ ਲੈ ਕੇ ਆਪਣਾ ਟਾਰਗੇਟ ਕਿੰਨਾ ਹੈ ਜੀ 7 ਪੁਆਇੰਟ ਦਾ 7, ਠੀਕ ਹੈ 7 ਰੁਪਏ ਦਾ ਟਾਰਗੇਟ ਹੈ। ਤਾਂ ਹੁਣ ਦੇਖ ਲਓ 1306 ਤੋਂ ਲੈ ਕੇ 7.7 ਅੱਗੇ ਕਰ ਲਓ, ਕਿੰਨਾ ਹੋ ਗਿਆ 1300 ਤੇ 13 ਰੁਪਏ ਤੇ ਆਪਾਂ ਬਾਹਰ ਆ ਜਾਣਾ। ਸਰ ਰਿਪੀਟ ਕਰੂੰਗਾ ਜੀ ਐਂਟਰੀ ਤੇ ਐਗਜ਼ਿਟ ਵਾਲੇ ਪੁਆਇੰਟਸ। ਹਾਂਜੀ ਸਰ, ਮਤਲਬ ਕਿਵੇਂ ਹਾਈ ਲੋ ਦਾ ਪਤਾ ਲੱਗ ਗਿਆ, ਪਹਿਲੀ ਕੈਂਡਲ ਅੱਧੇ ਘੰਟੇ ਦੀ ਹਾਈ ਲੋ ਆਪਾਂ ਦਾ ਨੋਟ ਕਰ ਲਿਆ, ਠੀਕ ਹੈ ਜੀ। ਹਾਂਜੀ ਸਰ, ਹਾਂਜੀ ਹਾਂਜੀ ਹੁਣ ਹਾਈ ਠੀਕ ਹੈ। ਜਿੰਨਾ ਡਿਫਰੈਂਸ ਹੈ, ਜਿੰਨਾ ਹਾਈ ਤੇ ਲੋ ਦਾ ਡਿਫਰੈਂਸ ਹੈ, ਉਹਨੂੰ 2 ਨਾਲ ਡਿਵਾਈਡ ਕਰ ਲਓ। ਇੱਥੇ ਆਪਣਾ 14 ਜੀ। ਡਿਫਰੈਂਸ ਆਇਆ ਸੀ, ਆਪਾਂ 2 ਨਾਲ ਡਿਵਾਈਡ ਕਰ ਲਿਆ ਤਾਂ 7 ਰੁਪਏ ਆਪਾਂ ਟਾਰਗੇਟ ਹੈ, ਯਾਨੀ ਕਿ ਆਪਾਂ 7 ਰੁਪਏ ਖਾਣੇ ਆ, ਠੀਕ ਹੈ। ਐਂਟਰੀ ਕਦੋਂ ਹਾਂਜੀ, ਕਰਨੀ ਹੈ, ਹੁਣ ਦੇਖੋ ਐਂਟਰੀ ਕਦੋਂ ਕਰਨੀ ਹੈ, ਜਦੋਂ ਕੋਈ ਵੀ ਕੈਂਡਲ, ਇੱਥੇ ਮੈਂ ਤੁਹਾਨੂੰ ਦਿਖਾਉਣਾ। ਹੁਣ ਮੰਨ ਲਓ ਕੈਂਡਲਸ ਬਣ ਰਹੀਆਂ, ਇੱਥੇ ਕੋਈ ਕੈਂਡਲ ਬਣਦੀ ਹੈ, ਮੰਨ ਲਓ ਕੈਂਡਲ ਨੇ ਕੀ ਕੀਤਾ, ਇੱਥੋਂ ਲੋ ਤੋੜਤਾ। ਹੁਣ ਦੱਸੋ ਆਪਾਂ ਇੱਥੇ ਐਂਟਰੀ ਕਰਾਂਗੇ ਕਿ ਨਹੀਂ ਕਰਾਂਗੇ? ਸਰ ਕਿਸ ਪੁਆਇੰਟ ਤੇ ਕਰਨੀ ਹੈ, ਜਦੋਂ ਮਤਲਬ ਜਿਸ ਪੁਆਇੰਟ ਜਿੱਥੋਂ ਪਹਿਲੀ ਕੈਂਡਲ ਦਾ ਲੋ ਟੁੱਟ ਜੂਗਾ, ਮਤਲਬ ਅਗਰ ਮੰਨ ਲਓ 1200 ਹੈ, ਅਗਰ 1201 ਤੇ ਐਂਟਰੀ ਕਰਨੀ ਹੈ ਫਿਰ ਮੰਨ ਲਓ 1295 ਦਾ ਲੋ ਹੈ, ਹਾਂਜੀ ਠੀਕ ਹੈ, ਤਾਂ 1294 ਯਾਨੀ ਕਿ ਹੋਰ ਨੀਵੇਂ ਆ ਗਈ ਕੈਂਡਲ, ਹਾਂਜੀ 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 ਆਪਾਂ 1294 ਦੀ ਐਂਟਰੀ ਕਰ ਲਾਂਗੇ। ਓਕੇ। ਇੱਕ ਸਰ ਜਿਹੜੀ ਨੈਕਸਟ ਕੈਂਡਲ ਬਣੂ ਉਹ ਵੀ 30 ਮਿੰਟ ਦੀ ਬਣੂਗੀ ਤੇ 30 ਮਿੰਟ ਚੋਂ ਕਦੋਂ ਵੀ ਐਂਟਰੀ ਕਰ ਸਕਦੇ, ਮਤਲਬ ਪੂਰੀ ਕੈਂਡਲ ਚਾਹੇ ਨਾ ਬਣੇ। ਹਾਂਜੀ ਜਿਹੜੀ ਸਰ, next ਜਦੋਂ ਵੀ ਅਗਲੀ 30 ਮਿੰਟ ਵਾਲੀ ਕੈਂਡਲ ਨੇ ਕਿਸੇ ਨੇ ਵੀ ਚਾਹੇ ਪਹਿਲੇ ਮਿੰਟ 'ਚ ਹੀ ਬ੍ਰੇਕਆਊਟ ਦੇਤਾ, ਚਾਹੇ ਐਂਡ ਵਾਲੇ ਮਿੰਟ 'ਚ ਬ੍ਰੇਕਆਊਟ ਦੇਵੇ, ਜਦੋਂ ਵੀ ਕੋਈ ਨੈਕਸਟ ਕੈਂਡਲ ਟੁੱਟ ਕੇ ਉਹਨੂੰ ਤੁਹਾਨੂੰ ਬ੍ਰੇਕਆਊਟ ਦੇਤਾ ਜਾਂ ਬ੍ਰੇਕਡਾਊਨ ਦੇਤਾ, ਤੁਸੀਂ ਉੱਥੇ ਐਂਟਰੀ ਕਰ ਲੈਣੀ। ਸਰ ਫਿਰ ਉਹ ਆਪਾਂ ਬੇਸਿਕਲੀ ਜਿਹੜਾ ਆਪਾਂ ਕਹਿੰਦੇ ਲਿਮਿਟ ਆਰਡਰ ਹੀ ਕਰ ਸਕਦੇ ਹਾਂ, ਫਿਰ ਇਦਾਂ ਨੇ ਸਾਰਾ ਦਿਨ ਤੁਹਾਨੂੰ ਖੋਲ ਕੇ ਬੈਠਣਾ ਪਊਗਾ। ਸਰ ਆਪਾਂ ਇੰਟਰਾਡੇ ਕਰਨੀ ਹੈ, ਠੀਕ ਹੈ। ਇੰਟਰਾਡੇ ਦਾ ਮਤਲਬ, ਠੀਕ ਹੈ, ਵੈਸੇ ਆਪਾਂ ਕਹਿੰਦੇ ਵੀ ਚਲੋ ਆਪਾਂ ਆਪਦਾ ਕੰਮ ਸੌਖਾ ਕਰਨ ਲਈ ਕੀ ਕਰ ਸਕਦੇ ਹਾਂ, ਵੀ ਆਪਾਂ ਇਹ ਲਿਮਿਟ ਆਰਡਰ ਲਾ ਕੇ ਰੱਖ ਦਾਂਗੇ, ਆਪਾਂ ਸਟਾਪ ਲਾਸ ਵੀ ਲਾ ਦਾਂਗੇ ਤੇ ਆਪਾਂ ਆਪਦਾ ਐਗਜ਼ਿਟ ਪੁਆਇੰਟ ਵੀ ਲਾ ਦਾਂਗੇ। ਤਾਂ ਹੀ ਤਾਂ ਗੱਲ ਇਹ ਹੈ ਨਾ, ਆਪਾਂ ਟ੍ਰੇਡਰ ਬਣ ਰਹੇ ਹਾਂ। ਤੁਸੀਂ ਸ਼ੇਅਰ ਮਾਰਕੀਟ ਨੂੰ ਜੇ ਡੇਲੀ ਬੇਸਿਸ ਤੇ ਕਰਨਾ ਹੈ ਤਾਂ ਆਬਵੀਅਸਲੀ ਫਿਰ ਤੁਹਾਨੂੰ ਆਪਣਾ ਜਿਹੜਾ ਟਾਈਮ ਹੈ 9:30 ਵਜੇ ਤੋਂ ਲੈ ਕੇ 3:30 ਵਜੇ ਤੱਕ ਦਾ ਦੇਣਾ ਪੈਣਾ, ਤਾਂ ਹੀ ਤਾਂ ਆਪਾਂ ਇੰਟਰਾਡੇ ਕਰ ਰਹੇ ਹਾਂ। ਜੇ ਤੁਸੀਂ ਇਹ ਟਾਈਮ ਨਹੀਂ ਦੇ ਸਕਦੇ ਤਾਂ ਫਿਰ ਤੁਸੀਂ, ਆਪਾਂ ਲੌਂਗ ਟਰਮ ਤੇ ਸਵਿੰਗ ਟ੍ਰੇਡ ਕਰਦੇ ਹਾਂ। ਹੁਣ ਮੋਸਟ ਕਾਮਨ ਜੀ ਗੱਲ ਹੈ, ਜਿਹੜੇ ਬੰਦੇ ਜੌਬ ਡੂਅਰ ਹੈ ਉਹ ਕਦੇ ਵੀ ਇੰਟਰਾਡੇ ਨਹੀਂ ਕਰਦੇ, ਉਹ ਆਪਣੀ ਜੌਬ ਕਰਨਗੇ, ਇੰਟਰਾਡੇ ਕਰਨਗੇ, ਕਿਉਂਕਿ ਉਹੀ ਟਾਈਮ ਜੌਬ ਦਾ ਹੈ, ਉਹੀ ਟਾਈਮ ਮਾਰਕੀਟ ਦਾ। ਤਾਂ ਜੇ ਆਪਾਂ ਕਹੀਏ ਸਰ ਆਪਾਂ ਇੰਟਰਾਡੇ ਕਰਨਾ ਜੀ, ਫਿਰ ਆਬਵੀਅਸ ਹੈ ਤੁਹਾਨੂੰ ਚਾਰਟ ਦੇ ਮੂਹਰੇ ਤੇ ਇੱਕ ਵਾਰੀ ਬੈਠਣਾ ਹੀ ਪੈਣਾ ਨਾ। ਠੀਕ ਹੈ ਸਰ। ਠੀਕ ਹੈ, ਤਾਂ ਇੰਟਰਾਡੇ ਕਰਨੀ ਹੈ ਤਾਂ ਚਾਰਟ ਮੂਹਰੇ ਬੈਠਣਾ ਪੈਣਾ। ਫਿਰ ਆਪਾਂ ਨੂੰ ਕਹਿ ਲਓ ਇੰਟਰਾਡੇ ਕਰਦੇ ਹੀ ਉਹ ਲੋਕ ਜਿਹੜੇ ਫੁੱਲ ਟਾਈਮ ਟ੍ਰੇਡਰ ਹੈ, ਆਪਾਂ ਨੂੰ ਟ੍ਰੇਡਰ ਕਹਿੰਦੇ ਆ, ਆਪਾਂ ਉਹਨੂੰ ਇਨਵੈਸਟਰ ਨਹੀਂ ਕਹਿੰਦੇ। ਇਨਵੈਸਟਰ ਕੌਣ ਹੈ? ਜਿਨ੍ਹਾਂ ਨੇ ਪੈਸਾ ਲਾ ਕੇ ਛੱਡਤਾ, ਚਾਹੇ 4 ਮਹੀਨੇ ਵਾਸਤੇ ਸਵਿੰਗ ਟ੍ਰੇਡ ਲੈ ਲਈ, 2 ਮਹੀਨੇ ਵਾਸਤੇ ਸਵਿੰਗ ਟ੍ਰੇਡ ਲੈ ਲਈ, ਸਾਲ 2 ਸਾਲ ਲੌਂਗ ਟਰਮ ਚ ਟ੍ਰੇਡਾਂ ਲੈ ਲਈਆਂ, ਉਹਨਾਂ ਨੂੰ ਆਪਾਂ ਇਨਵੈਸਟਰ ਕਹਿੰਦੇ ਆ। ਜਦੋਂ ਮੈਂ ਕਹਿੰਦਾ ਜੀ ਮੇਰਾ ਟ੍ਰੇਡਰ ਹੈ, ਟ੍ਰੇਡਰ ਦਾ ਮਤਲਬ ਕੀ ਹੈ ਕਿ ਮੈਂ ਤਾਂ ਬਈ ਹਰ ਰੋਜ਼ ਪੈਸਾ ਕਮਾਉਂਦਾ ਹੈ ਸ਼ੇਅਰ ਮਾਰਕੀਟ ਚੋਂ, ਤੇ ਹਰ ਰੋਜ਼ ਮੈਂ ਜੌਬ ਚੋਂ ਵੀ ਤਾਂ ਹਰ ਰੋਜ਼ ਪੈਸਾ ਕਮਾਉਂਦਾ ਨਾ। ਉਹੀ ਪੈਸਾ ਜੇ ਮੈਨੂੰ ਸ਼ੇਅਰ ਮਾਰਕੀਟ ਆ ਜੇ, ਮੈਂ ਘਰੇ ਬਹਿ ਕੇ ਸ਼ੇਅਰ ਮਾਰਕੀਟ ਚੋਂ ਕਮਾ ਲੂੰਗਾ। ਗੱਲ ਸਮਝਾਈ ਸਰ ਇੰਟਰਡੇ ਵਾਲਾ ਦੁਬਾਰਾ ਸਮਝਾ ਦਿਓ, ਘਰੇ ਕੋਈ ਆ ਗਿਆ ਸੀ ਇੱਕ ਪਾਰਸਲ ਵਾਲਾ। ਹਾਂਜੀ ਭਾਜੀ, ਇੱਕ ਵਾਰੀ ਦੁਬਾਰਾ ਸਮਝਾਓ। ਤੇ ਸਰ ਇੱਕ ਹੋਰ ਕੁਐਸਚਨ ਸੀਗਾ ਜੀ ਮੇਰਾ। ਹਾਂਜੀ ਮੰਨ ਲਓ ਆਪਾਂ ਫਸਟ ਕੈਂਡਲ ਦੀ ਗੱਲ ਕਰ ਲਈਏ, ਬੀਰਿਸ਼ ਕੈਂਡਲ ਬਣੀ ਹੋਈ ਹੈਗੀ ਹੈ ਜੀ, ਹਾਂਜੀ ਤੇ ਆਪਾਂ ਨੇ ਐਗਜ਼ਾਮਪਲ ਮਤਲਬ ਗੱਲ ਕੀਤੀ, ਜਦੋਂ ਕੋਈ ਨੈਕਸਟ ਕੈਂਡਲ ਫਾਰਮੇਸ਼ਨ ਹੋਏਗੀ, ਆਈਦਰ ਉਹਦਾ ਹਾਈ ਤੋੜਦੇ ਜਾਂ ਲੋ ਤੋੜਦੇ, ਤਾਂ ਸਮਟਾਈਮ ਕੀ ਹੁੰਦਾ, ਅਗਰ ਬੁਲਿਸ਼ ਕੈਂਡਲ ਬਣਦੀ ਹੈ ਜੀ, ਮੰਨ ਲਓ ਨੈਕਸਟ ਕੈਂਡਲ ਹੈ ਨਾ ਜੀ, ਹਾਂਜੀ ਤੇ ਸਰ ਮੰਨ ਲਓ ਉਹਦਾ ਜਿਹੜਾ ਸਟਾਰਟਿੰਗ ਪੁਆਇੰਟ ਹੈ, ਜਿਹੜਾ ਉਹਦਾ ਲੋ ਪੁਆਇੰਟ ਹੈ ਜੀ, ਮੰਨ ਲਓ ਪਹਿਲੇ ਨਾਲ ਤੋਂ 1292 ਨਾਲ ਤੋਂ ਜੀ ਥੱਲੇ ਸਟਾਰਟ ਹੋ ਗਈ, ਸਰ ਉਸ ਕੇਸ ਕੀ ਕਰਾਂਗੇ ਜੀ ਆਪਾਂ ਫਿਰ? ਸਰ ਮੈਂ ਸਮਝਿਆ ਨਹੀਂ, ਕਿੱਥੋਂ ਸ਼ੁਰੂ ਹੋ ਗਈ, ਕਿੱਥੋਂ ਬਣਨੀ ਸ਼ੁਰੂ ਹੋ ਗਈ? ਸਰ ਮੰਨ ਲਓ ਆਪਾਂ ਜਿਹੜੀ ਆ ਫਸਟ ਕੈਂਡਲ ਜ਼ੂਮ ਕੀਤੀ ਹੈ ਜੀ, ਜਿਹੜੀ ਸਟਾਰਟ ਹੋ ਰਹੀ ਹੈ 1290 ਤੋਂ ਲੈ ਕੇ 1306 ਤੱਕ ਹੋ ਗਈ ਹੈ ਜੀ, ਹੈ ਨਾ ਜੀ। ਹਾਂਜੀ। ਤੇ
ਤੇ ਸਰ ਮਤਲਬ ਨੈਕਸਟ ਕੈਂਡਲ ਬਣੀ ਹੈ ਜੀ ਆਪਣੀ, ਹੁਣ ਬੁਲਿਸ਼ ਕੈਂਡਲ ਬਣੀ ਹੈਗੀ ਹੈ ਜੀ, ਹਾਂਜੀ ਤੇ ਮਤਲਬ ਬੁਲਿਸ਼ ਕੈਂਡਲ ਲਗਭਗ ਜਿਹੜਾ ਮਤਲਬ ਉਹਦਾ ਜਿਹੜਾ ਲੋਐਸਟ ਪੁਆਇੰਟ ਸੀਗਾ ਦੂਜੀ ਦੇ ਲੋਐਸਟ ਲਗਭਗ ਸੇਮ ਹੀ ਹੈਗਾ ਜੀ, ਇੱਥੇ ਕਲੋਜ਼ ਹੋਈ ਹੈ ਕੈਂਡਲ ਆ ਕੇ ਆਪਣੀ ਥੱਲੇ, ਹਾਂਜੀ ਤੇ ਜਿਹਨੂੰ ਓਪਨ ਆਪਾਂ ਕਹਿ ਸਕਦੇ ਹਾਂ ਜੀ ਗ੍ਰੀਨ ਕੈਂਡਲ ਨੂੰ, ਹਨਾ ਜਿੱਥੋਂ ਓਪਨ ਹੋਈ ਹੈਗੀ ਹੈ ਜੀ। ਹਾਂਜੀ ਸਮਟਾਈਮ ਸਰ ਕੀ ਹੁੰਦਾ ਹੈਗਾ ਜੀ, ਮਤਲਬ ਜਿਹੜੇ ਮਤਲਬ ਆਪਾਂ ਕਹਿ ਸਕਦੇ ਹਾਂ ਜੀ ਪੁਆਇੰਟਸ ਨੇ, ਮਤਲਬ ਜਿਹੜੀ ਬੁਲਿਸ਼ ਕੈਂਡਲ ਅਗਰ ਬਣੇ ਹੀ 1288 ਤੋਂ ਬਣੇਗੀ ਜਾ ਕੇ, ਉਸ ਕੇਸ ਦੇ ਵਿੱਚ ਕੀ ਕਰਾਂਗੇ ਜੀ ਆਪਾਂ, ਜਿਹੜਾ ਚਾਰਟ ਤੇ ਅਕਸਰ ਹੁੰਦਾ ਜੀ। ਆਪਾਂ ਸਰ ਕਹਿੰਦੇ ਮੰਨ ਲਓ ਕਿ ਜਿਹੜੀ ਇਹ ਵਾਲੀ ਬੁਲਿਸ਼ ਕੈਂਡਲ ਮੰਨ ਲਓ ਬਣੀ ਇੱਥੋਂ ਸ਼ੁਰੂ ਹੋ ਜੇ ਹਨਾ। ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਬਿਲਕੁਲ, ਹਾਂ ਉਸ ਕੇਸ ਦੇ ਹਾਂ ਕੋਈ ਗੱਲ ਨਹੀਂ ਸਰ, ਆਪਾਂ ਐਂਟਰੀ ਲਵਾਂਗੇ ਜੀ ਜਦੋਂ ਉਹਨੇ ਦਿਨ ਚ ਇੱਕ ਵਾਰੀ ਆਪਦਾ ਲੋ ਤੋੜਦਾ ਹੈ। ਅੱਛਾ ਜੀ। ਐਂਟਰੀ ਲੈ ਲਈ ਹੈ, ਹੁਣ ਜਦੋਂ ਐਂਟਰੀ ਲੈ ਲਈ ਆਪਾਂ ਕਹਿੰਦੇ ਚਲੋ ਜੀ ਉਹ ਹੋਇਆ ਕੀ ਕਿ ਸਾਨੂੰ ਨਾ ਕਹ ਲਓ ਕਿ ਆਪਾਂ ਕਹਿੰਦੇ ਫੇਕ ਐਂਟਰੀ ਦਵਾ ਗਈ ਜਾਂ ਹਨਾ, ਥੋੜੀ ਜਿਹੀ ਨੀਚੇ ਆਈ ਅਸੀਂ ਐਂਟਰੀ ਲੈ ਲਈ, ਕੈਂਡਲ ਵਾਪਸ ਮੁੜ ਗਈ ਇੱਕਦਮ। ਆਪਾਂ ਨੂੰ ਵੇਟ ਕਰ ਸਕਦੇ ਹਾਂ। ਪਹਿਲੀ ਗੱਲ ਆਪਾਂ ਸਟਾਪ ਲਾਸ ਰੱਖਾਂਗੇ, ਸਟਾਪ ਲਾਸ ਕਿੱਥੇ ਰੱਖਾਂਗੇ ਪਹਿਲਾਂ ਉਹ ਦੇਖੋ। ਆਪਾਂ ਜੇ ਆਪਾਂ ਮੰਨ ਲਓ ਕੋਈ ਕੈਂਡਲ ਹੈ ਔਰ ਨੀਚੇ ਨੂੰ ਬ੍ਰੇਕਆਊਟ ਦਿੰਦੀ ਹੈ, ਬ੍ਰੇਕਡਾਊਨ ਦਿੰਦੀ ਹੈ, ਤਾਂ ਆਪਾਂ ਇਸ ਕੈਂਡਲ ਦਾ ਹਾਈ ਸਟਾਪ ਲਾਸ ਰੱਖਾਂਗੇ ਜੀ। ਜੇ ਆਪਾਂ ਉੱਪਰ ਵੱਲ ਨੂੰ ਜਾਂਦੇ ਹਾਂ, ਕੈਂਡਲ ਉੱਪਰ ਵੱਲ ਨੂੰ ਜਾ ਰਹੀ ਹੈ, ਆਪਾਂ ਨੂੰ ਡਰ ਹੈ ਵੀ ਕਿਤੇ ਹੁਣ ਨੀਚੇ ਨਾ ਚਲੀ ਜਾਵੇ, ਤਾਂ ਆਪਾਂ ਜਿਹੜਾ ਸਟਾਪ ਲਾਸ ਹੈ ਇਸ ਕੈਂਡਲ ਦਾ ਲੋ ਰੱਖਾਂਗੇ। ਇੰਨੀ ਗੱਲ ਤਾਂ ਸਮਝ ਆਈ ਨਾ? ਬਿਲਕੁਲ ਬਿਲਕੁਲ, ਅਗਰ ਸਰ ਨੀਚੇ ਨੂੰ ਆਈ ਇਟ ਮੀਨਸ ਆਪਾਂ ਸੈਲ ਕਰਾਂਗੇ ਨਾ ਜੀ ਪਹਿਲਾਂ। ਹਾਂਜੀ ਸਰ ਬਿਲਕੁਲ, ਜੋ ਨੀਚੇ ਨੂੰ ਆਊਗੀ ਤਾਂ ਆਪਾਂ ਨੂੰ ਸੈਲ ਕਰਕੇ ਚੱਲਾਂਗੇ, ਠੀਕ ਹੈ। ਤਾਂ ਉਹਦਾ ਸਟਾਪ ਲਾਸ ਕੀ ਹੋਊਗਾ, ਜਿਹੜਾ ਪਹਿਲੀ ਕੈਂਡਲ ਦਾ ਹਾਈ ਹੈ। ਕਲੀਅਰ ਸਰ, ਇੰਨੀ ਗੱਲ ਸਮਝ ਆਈ? ਭਾਜੀ ਦੁਬਾਰਾ ਸਮਝਾਓ, ਇੱਕ ਵਾਰੀ ਰਿਪੀਟ ਕਰੋ। ਕਰਦੇ ਹਾਂ ਹਾਂ ਸਾਰਾ ਦੁਬਾਰਾ ਕਰਦੇ, 1 ਮਿੰਟ ਦੇ ਦਿਓ ਮੈਨੂੰ। ਸਰ ਆਪਣੇ ਕੋਲ ਕੋਈ ਐਨੀਮੇਸ਼ਨ ਹੀ ਪਈ ਹੈਗੀ ਇੱਥੇ, ਆਪਾਂ ਇਹ ਚੀਜ਼ ਮਤਲਬ ਵਿਜ਼ੂਅਲਾਈਜ਼ ਕਰ ਸਕੀਏ ਜੀ, ਮਤਲਬ ਇੰਟਰਾਡੇ ਵਾਲੀ ਸਟਰਕਚਰ ਦੀ ਅਗਰ ਕੋਈ ਐਨੀਮੇਸ਼ਨ ਪਈ ਹੈਗੀ ਹੈ ਜੀ? ਨਹੀਂ ਸਰ, ਐਨੀਮੇਸ਼ਨ ਨਹੀਂ ਹੈ ਜੀ। ਚਲੋ ਕੋਈ ਨਹੀਂ, ਠੀਕ ਹੈ ਸਰ। ਆਪਾਂ 1 ਮਿੰਟ ਮੈਨੂੰ ਕੋਈ ਸ਼ੇਅਰ ਦੇਖ ਲਈਏ ਆਪਾਂ ਇੱਥੇ। ਲਓ ਜੀ, ਆ ਲਓ ਸਰ, ਆਪਣੀ ਇੱਥੇ ਐਂਟਰੀ ਬਣ ਰਹੀ ਹੈ, ਮੈਂ ਤੁਹਾਨੂੰ ਦਿਖਾਉਂਦਾ ਹਾਂ। ਬਹੁਤ ਵਧੀਆ ਚੀਜ਼ ਆਪਾਂ ਨੂੰ ਮਿਲ ਗਈ ਹੈ। ਆਪਾਂ ਸਰ ਕੀ ਕੀਤਾ ਜੀ, ਆਹ 8 ਮਾਰਚ ਦੀ ਪਹਿਲੀ ਕੈਂਡਲ ਬਣੀ ਹੈ ਆਪਣੀ ਅੱਜ ਦੀ। ਅੱਛਾ ਇੱਕ ਪੁਆਇੰਟ ਮੇਰਾ ਇੱਕ ਪੁਆਇੰਟ ਮੇਰਾ ਇਹ ਸੀਗਾ ਕਿ 9:15 ਵਜੇ ਮਾਰਕੀਟ ਖੁੱਲੂਗੀ, ਨਾਲ ਦੀ ਨਾਲ ਕੈਂਡਲ ਬਣੇਗੀ ਕਿ ਉਹਨੂੰ ਟਾਈਮ ਲੱਗੇਗਾ? ਸਰ ਕੈਂਡਲ 9:45 ਤੱਕ ਬਣੇਗੀ, ਕੈਂਡਲ ਬਣਨੀ ਸ਼ੁਰੂ ਹੋ ਜਾਏਗੀ, ਪਰ ਐਂਡ ਕਦੋਂ ਹੋਊਗਾ? 9:45 ਤੇ। ਠੀਕ ਹੈ। ਦੇਖੋ 9:15 ਤੋਂ ਮਾਰਕੀਟ ਖੁੱਲੀ ਹੈ, ਜੇ ਆਪਾਂ ਕਹੀਏ ਅੱਧੇ ਘੰਟੇ ਦੀ ਕੈਂਡਲ ਬਣ ਗਈ, ਕਿੱਥੋਂ ਬਣੀ? ਹਜੇ ਤੱਕ ਅੱਧਾ ਘੰਟਾ ਹੋਇਆ ਹੀ ਨਹੀਂ ਮਾਰਕੀਟ ਨੂੰ ਚੱਲਦੇ ਹਨ। ਮਤਲਬ ਆਪਣੀ 9:15 ਵਜੇ ਜਿਹੜੀ ਆਪਾਂ 9:15 ਦੇਖਣਾ ਸ਼ੁਰੂ ਕਰਾਂਗੇ, ਮੇਨ ਆਪਣੀ ਜਿਹੜੀ ਐਂਟਰੀ ਹੋਏਗੀ ਉਹ 9:45 ਵਜੇ ਹੋਏਗੀ। ਹੁਣ ਆਹ ਵਾਲੀ ਕੈਂਡਲ ਦੇਖੋ ਸਰ, ਹਜੇ ਬਣ ਰਹੀ ਹੈ, ਬਣੀ ਤਾਂ ਨਹੀਂ ਨਾ। ਹੋ ਸਕਦਾ ਹੈ ਬਹੁਤ ਥੱਲੇ ਤੱਕ ਚਲੀ ਜਾਵੇ, ਹੋ ਸਕਦਾ ਬਹੁਤ ਉੱਪਰ ਤੱਕ ਚਲੀ ਜਾਵੇ, ਆਪਾਂ ਨੂੰ ਨਹੀਂ ਪਤਾ, ਹਜੇ ਸਿਰਫ ਬਣ ਰਹੀ ਹੈ। ਹਜੇ ਇਹਦੇ ਟਾਈਮ ਦੇਖੋ, ਹਜੇ 25 ਮਿੰਟ ਪਏ ਆ ਹੋਰ। ਓਕੇ ਠੀਕ ਹੈ। ਠੀਕ ਹੈ, ਓਕੇ ਸਰ। ਆਪਣੀ ਸਟ੍ਰੈਟਜੀ ਇਹ ਕਹਿੰਦੀ ਹੈ ਜੀ, ਆਪਾਂ ਇੱਥੇ ਦੇਖਦੇ ਹਾਂ ਕਿ ਆਪਾਂ ਦਿਨ ਦੀ ਜਿਹੜੀ ਪਹਿਲੀ ਅੱਧੇ ਘੰਟੇ ਦੀ ਕੈਂਡਲ ਬਣਨੀ ਹੈ, ਯਾਨੀ ਕਿ 9:45 ਵਜੇ ਤੱਕ, 9:15 ਤੋਂ ਲੈ ਕੇ 9:45 ਵਜੇ ਤੱਕ ਆਪਾਂ ਉਹਦਾ ਹਾਈ ਤੇ ਲੋ ਨੋਟ ਕਰ ਲੈਣਾ। ਇਹਦਾ ਹਾਈ ਨੋਟ ਕਰੋ ਸਰ ਸਾਰੇ ਜਣੇ, ਕਿੰਨਾ ਜੀ? 654 ਰੁਪਏ। ਲੋ ਕਿੰਨਾ ਹੈ? 643 ਰੁਪਏ। ਠੀਕ ਹੈ ਜੀ, 654 ਹਾਈ ਹੈ, 643 ਲੋ ਹੈ। ਹੁਣ ਮੈਨੂੰ ਡਿਫਰੈਂਸ ਦੱਸੋ ਕਿੰਨਾ ਜੀ ਇਹਦੇ ਚ? 9 ਰੁਪਏ। 9 ਰੁਪਏ ਦਾ ਜੀ, ਠੀਕ ਹੈ। ਕੀ ਆਪਣਾ 9 ਰੁਪਏ ਦਾ ਟਾਰਗੇਟ ਹੋਊਗਾ? ਨਹੀਂ, 4.5 ਸਾਡੇ ਜਿੰਨਾ ਵੀ ਡਿਫਰੈਂਸ ਹੋਊਗਾ ਉਹਦਾ ਹਾਫ। ਇੱਥੋਂ ਤੱਕ ਸਭ ਨੂੰ ਸਮਝ ਹੈ ਜੀ? ਆਪਾਂ ਪਹਿਲੀ ਕੈਂਡਲ ਦੇਖੀ, ਪਹਿਲੀ ਕੈਂਡਲ ਦੇਖ ਕੇ ਆਪਾਂ ਉਹਦਾ ਹਾਈ ਤੇ ਲੋ ਨੋਟ ਕਰ ਲਿਆ। ਫਿਰ ਆਪਾਂ ਡਿਫਰੈਂਸ ਦੇਖਿਆ ਕਿ ਹਾਈ ਤੇ ਲੋ ਚ ਕਿੰਨਾ ਡਿਫਰੈਂਸ ਸੀ। ਆਪਾਂ ਦੇਖਿਆ ਸਰ ਕਿ ਹਾਈ ਤੇ ਲੋ ਚ 9 ਰੁਪਏ ਦਾ ਡਿਫਰੈਂਸ ਹੈ ਜੀ। ਤੇ ਜਿੰਨਾ ਵੀ ਡਿਫਰੈਂਸ ਹੋਊਗਾ ਆਪਾਂ ਨੂੰ 2 ਨਾਲ ਡਿਵਾਈਡ ਕਰ ਦਾਂਗੇ। ਆਪਣੇ ਕੋਲੇ 4.5 ਰੁਪਏ ਆ ਗਏ, ਯਾਨੀ ਕਿ 4.5 ਰੁਪਏ ਆਪਾਂ ਟਾਰਗੇਟ ਲੈਣਾ, ਆਪਾਂ 4.5 ਰੁਪਏ ਖਾਣੇ ਆ। ਇੱਥੋਂ ਤੱਕ ਕਲੀਅਰ ਜੀ? ਕੋਈ ਡਾਊਟ ਕਿਸੇ ਦਾ? ਨਹੀਂ, ਸਭ ਨੂੰ ਕਲੀਅਰ ਹੈ ਜੀ? ਹਾਂਜੀ ਹਾਂਜੀ ਕਲੀਅਰ ਹੈ। ਹਾਂਜੀ। ਹੁਣ ਆਪਾਂ ਕੀ ਕੀਤਾ ਸਰ, ਆਪਾਂ ਦਾ ਹਾਈ ਨੋਟ ਕਰਕੇ ਰੱਖਿਆ ਹੋਇਆ ਸੀ, ਆਪਾਂ ਦਾ ਲੋ ਨੋਟ ਕਰਕੇ ਰੱਖਿਆ ਹੋਇਆ ਸੀ। ਆਪਾਂ ਵੇਟ ਕੀਤੀ ਕਿ ਕੋਈ ਵੀ ਕੈਂਡਲ ਇਹਦਾ ਹਾਈ ਜਾਂ ਲੋ ਤੋੜੇ। ਤਾਂ ਹੁਣ ਦੱਸੋ ਕਿਸੇ ਕੈਂਡਲ ਨੇ ਇਹਦਾ ਹਾਈ ਜਾਂ ਲੋ ਤੋੜਿਆ ਕਿ ਨਹੀਂ ਤੋੜਿਆ? ਹਾਂਜੀ, ਜਿਹੜੀ ਯਸ ਨੈਕਸਟ ਹੈ ਜੀ, ਹਾਂਜੀ ਠੀਕ ਹੈ। ਤਾਂ ਆਪਾਂ ਨੂੰ ਨੈਕਸਟ ਕੈਂਡਲ ਨੇ ਕੀ ਕੀਤਾ ਕਿ ਉਹਦਾ ਹਾਈ ਤੋੜਤਾ। ਆਪਾਂ ਇਥੋਂ ਐਂਟਰੀ ਕਰ ਲਾਂਗੇ।
ਓਕੇ ਠੀਕ ਹੈ। ਜਿਵੇਂ 653 ਤੇ ਆਪਣਾ ਹਾਈ ਟੁੱਟਿਆ, ਆਪਾਂ ਐਂਟਰੀ ਕਰ ਲਈ। ਹੁਣ ਆਪਾਂ ਕਿੱਥੋਂ ਤੱਕ ਕਿੰਨੇ ਰੁਪਏ ਉੱਪਰ ਜਾਣਾ ਆਪਾਂ? 4.5 ਰੁਪਏ। 4.5 ਰੁਪਏ। ਸਰ ਆਪਾਂ ਮੰਨ ਲਓ 654 ਰੁਪਏ ਤੇ ਐਂਟਰੀ ਕੀਤੀ ਹੈ ਜੀ, 654 ਰੁਪਏ ਤੋਂ ਲੈ ਕੇ, ਠੀਕ ਹੈ, ਤਾਂ ਆਪਣਾ ਕਿੰਨੇ ਰੁਪਏ ਤੱਕ ਖਾਣੇ ਸੀਗੇ? 652 ਹਨਾ। ਆਪਣਾ ਦੇਖੋ ਪ੍ਰਾਈਸ ਉਦ ਤੱਕ ਗਿਆ, ਬਿਲਕੁਲ ਸਰ 660 ਰੁਪਏ ਤੱਕ ਜਾ ਕੇ ਆਈ ਹੈ ਜੀ ਆਪਣੀ ਕੈਂਡਲ। ਯਾਨੀ ਕਿ ਆਪਾਂ ਨੂੰ ਆਪਣਾ ਟਾਰਗੇਟ ਮਿਲਿਆ ਕਿ ਨਹੀਂ ਮਿਲਿਆ? ਮਿਲ ਗਿਆ। ਮਿਲ ਗਿਆ। ਤੇ ਆਪਣਾ ਸਟਾਪ ਲਾਸ ਕਿੱਥੇ ਲਾਉਣਾ ਸੀਗਾ ਜੀ ਆਪਾਂ? ਦੂਸਰੇ ਕੈਂਡਲ ਤੇ ਲੋ ਪੁਆਇੰਟ। ਇਹ ਜਿਹੜੀ ਫਰਸਟ ਕੈਂਡਲ ਹੈ ਉਹਦੇ ਲੋ ਤੇ, ਠੀਕ ਹੈ ਜੀ। ਅੱਛਾ ਸਰ ਇੱਕ ਹੋਰ ਠੀਕ ਹੈ। ਕੁਐਸਚਨ ਸੀਗਾ, ਮੰਨ ਲਓ ਪਹਿਲੇ ਅੱਧੇ ਘੰਟੇ ਦੀ ਕੈਂਡਲ ਤੋਂ ਬਾਅਦ ਕੋਈ ਹਾਂਜੀ। ਹੋਰ ਕੈਂਡਲ ਆਪਦਾ ਨਵਾਂ ਹਾਈ ਤੇ ਲੋ ਬਣਾ ਦੇ, ਹੋ ਸਕਦਾ ਜੀ ਇਦਾਂ ਕਿ ਨਹੀਂ? ਨਹੀਂ ਸਰ, ਆਪਾਂ ਪਹਿਲੇ ਅੱਧੇ ਘੰਟੇ ਦੀ ਕੈਂਡਲ ਤੋਂ ਹੀ ਟ੍ਰੇਡ ਲੈਣਾ ਹੈ, ਠੀਕ ਹੈ। ਤੇ ਸਾਰੇ ਦਿਨ ਚ ਹੁਣ ਮੰਨ ਲਓ ਬਾਈ ਚਾਂਸ ਮੰਨ ਲਓ ਆਹ ਵਾਲੀ ਕੈਂਡਲ ਇੱਥੇ ਨਾ ਬਣਦੀ, ਆ ਸਾਰੀਆਂ ਕੈਂਡਲਾਂ ਜਿਵੇਂ ਆਪਾਂ ਪਹਿਲਾਂ ਪ੍ਰੀਵੀਅਸ ਦੇਖਿਆ ਸੀਗਾ, ਹੁਣ ਦੇਖੋ ਆ ਪਹਿਲੀ ਕੈਂਡਲ ਹੈ ਆਪਣੀ ਦਿਨ ਦੀ, ਬਾਕੀ ਸਾਰੀਆਂ ਕੈਂਡਲਸ ਹਜੇ ਤੱਕ ਇਹਨੂੰ ਤੋੜ ਨਹੀਂ ਸਕੀਆਂ। ਤਾਂ ਆਪਾਂ ਕਿਸੇ ਹੋਰ ਕੈਂਡਲ ਨੂੰ ਬੇਸ ਮੰਨ ਕੇ ਨਹੀਂ ਚੱਲਣਾ, ਆਪਾਂ ਸਿਰਫ ਪਹਿਲੀ ਕੈਂਡਲ ਨੂੰ ਬੇਸ ਮੰਨ ਕੇ ਚੱਲਣਾ। ਜਦੋਂ ਵੀ ਕੋਈ ਹੋਰ ਕੈਂਡਲ, ਦੇਖੋ ਕਿੰਨਾ ਟਾਈਮ ਹੋ ਗਿਆ, ਸਾਰੀਆਂ ਕੈਂਡਲਾਂ ਦੇ ਵਿੱਚ ਹੀ ਫਿਰਦੀਆਂ ਨਾ ਕਿਸੇ ਨੇ ਹਾਈ ਤੋੜਿਆ ਨਾ ਕਿਸੇ ਨੇ ਲੋ ਤੋੜਿਆ। ਤਾਂ ਜਿੰਨਾ ਚਿਰ ਕੋਈ ਕੈਂਡਲ ਹਾਈ ਜਾਂ ਲੋ ਨਹੀਂ ਤੋੜਦੀ, ਇੱਥੇ ਅਗਲੀ ਕੈਂਡਲ ਨਹੀਂ ਹਾਈ ਤੋੜਦਾ ਆਪਾਂ ਐਂਟਰੀ ਕਰ ਲਈ। ਹੁਣ ਮੰਨ ਲਓ ਇਹ ਇੱਥੇ ਜਾ ਕੇ ਹਾਈ ਟੁੱਟਦਾ, ਮੰਨ ਲਓ ਕੋਈ 2 ਵਜੇ 2:30 ਵਜੇ ਜਾ ਕੇ ਹਾਈ ਟੁੱਟਦਾ, ਆਪਾਂ 2:30 ਵਜੇ ਐਂਟਰੀ ਕਰਨੀ ਸੀ ਇੱਥੇ। ਸਰ ਇੱਕ ਆਪਾਂ ਹੁਣ ਮੇਰੇ ਤੋਂ ਐਗਜ਼ਾਮਪਲ ਲੈ ਲਈਏ ਜੀ ਸਰ, ਜਿੱਦਾਂ ਨਾ ਮਤਲਬ ਜਿਹੜੇ ਸੈਕਿੰਡ ਗ੍ਰੀਨ ਤੋਂ ਬਾਅਦ, ਕੀ ਕਹਿ ਰਹੇ ਹੋ ਸਰ? ਸੈਕਿੰਡ ਗ੍ਰੀਨ ਤੋਂ ਬਾਅਦ ਜਿਹੜੀ ਰੈੱਡ ਮੰਨ ਲਓ ਕੈਂਡਲ ਬਣ ਰਹੀ ਹੈਗੀ ਹੈ, ਹਾਂਜੀ ਹਾਂਜੀ। ਉਹ ਜਿਹੜੀ ਥਰਡ ਕੈਂਡਲ ਹੈ ਜੀ ਉਹਦਾ ਲੋ ਤੋੜ ਰਹੀ ਹੈ ਜੀ। ਸਰ ਕੋਈ ਮਤਲਬ ਹੀ ਨਹੀਂਗਾ ਜੀ। ਨਹੀਂ ਮੇਰੀ ਗੱਲ ਤਾਂ ਸਰ ਸਮਝੋ ਜੀ, ਇਹ ਗੱਲ ਕਹਿ ਰਹੇ ਹੈਗਾ ਕਿ ਆਪਾਂ ਜਿਹੜੀਆਂ ਫਸਟ 2 ਗ੍ਰੀਨ ਸੀਗੀ ਜੀ, ਸਾਨੂੰ ਬਾਈ ਦੀ ਆਪਸ਼ਨ ਦੇਤੀ ਹੈਗੀ ਹੈ। ਕਿੱਦਾਂ? ਮੰਨ ਲਓ ਅਗਰ ਜਿਹੜੀਆਂ ਸਰ ਸਾਡੀਆਂ ਫਸਟ 2 ਕੈਂਡਲ ਸੀਗੀਆਂ ਜੀ, ਹਾਂਜੀ। ਇਹ ਬੁਲਿਸ਼ ਕੈਂਡਲ ਬਣੀਆਂ ਸੀਗੀਆਂ ਜੀ, ਆਪਾਂ ਨੂੰ ਬਾਈ ਮਿਲ ਗਿਆ ਸੀਗਾ, ਹੈ ਨਾ ਜੀ। ਹਾਂਜੀ। ਤੇ ਸਰ ਫਾਰ ਐਗਜ਼ਾਮਪਲ ਆਪਾਂ ਪਹਿਲੀਆਂ ਦੋਵਾਂ ਨੂੰ ਭੁੱਲ ਜੀ, ਆਪਾਂ ਇਹ ਅਜ਼ਿਊਮ ਕਰ ਲਈਏ ਕਿ ਅਗਰ ਪਹਿਲੀ ਜਿਹੜੀ ਰੈੱਡ ਕੈਂਡਲ ਹੀ ਬਣੀ ਹੈ ਜੀ, ਫਾਰ ਐਗਜ਼ਾਮਪਲ ਹੈ ਨਾ, ਜਿਹੜੀ ਥਰਡ ਕੈਂਡਲ ਹੈ ਜੀ, ਹਾਂਜੀ ਤੇ ਉਸ ਕੇਸ ਦੇ ਵਿੱਚ ਜਿਹੜੀ ਨੈਕਸਟ ਕੈਂਡਲ ਹੈ ਜੀ ਉਹ ਵੀ ਮਤਲਬ ਰੈੱਡ ਹੀ ਬਣਦੀ ਹੈ ਤੇ ਉਹਦਾ ਲੋ ਤੋੜ ਦਿੰਦੀ ਹੈ ਜੀ। ਉਸ ਕੇਸ ਦੇ ਵਿੱਚ ਤਾਂ ਆਪਾਂ ਸੈਲ ਹੀ ਕਰਾਂਗੇ ਨਾ ਫਿਰ। ਬਿਲਕੁਲ ਸਰ। ਹੁਣ ਤੁਸੀਂ ਜੋ ਚੀਜ਼ ਕਹਿ ਰਹੇ ਹੋ ਇਹ ਚੀਜ਼ ਐਕਸਪਲੇਨ ਕਰ ਦਿਓ ਯਾਰ ਆਪਣੀ ਲਾਈਫ ਦੇ ਵਿੱਚ ਨਾ, ਥੋੜਾ ਮੋਰ ਬਰੀਫ ਜਿਹਾ ਹੋ ਜਾਂਦਾ ਜੀ। ਆਪਾਂ ਮੰਨ ਲਿਆ ਕਿ ਆਪਣੀ ਪਹਿਲੀ ਕੈਂਡਲ ਇਹ ਬਣੀ ਹੈ ਜੀ, ਹਾਂਜੀ ਠੀਕ ਹੈ। ਆਪਾਂ ਮੰਨ ਲਿਆ ਕਿ ਆਪਣੀ ਪਹਿਲੀ ਕੈਂਡਲ ਇਹ ਵਾਲੀ ਬਣੀ ਹੈ। ਹੁਣ ਸਰ ਤੁਸੀਂ ਇਹਦਾ ਹਾਈ ਤੇ ਲੋ ਨੋਟ ਕਰੋ ਜੀ, ਠੀਕ ਹੈ। ਆਪਣੀ ਪਹਿਲੀ ਕੈਂਡਲ ਹੈ ਜੀ, ਇਹਦਾ ਹਾਈ ਦੇਖੋ ਤੇ ਇਹਦਾ ਲੋ ਦੇਖੋ ਕਿੰਨਾ ਬਣਦਾ। ਇਹਦਾ ਹਾਈ ਹੈ 662, ਲੋ ਹੈਗਾ 652, ਟੋਟਲ 10 ਰੁਪਏ ਦਾ ਫਰਕ ਹੈ ਜੀ। ਹਾਂਜੀ ਹਾਂਜੀ। ਤੇ ਸਰ 10 ਨੂੰ ਆਪਾਂ ਕੀ ਕਰਾਂਗੇ, 2 ਨਾਲ ਡਿਵਾਈਡ ਕਰ ਦਾਂਗੇ ਜੀ, 5 ਆਨਸਰ ਆ ਗਿਆ। 5 ਕੀ ਆਪਣਾ ਟਾਰਗੇਟ, ਠੀਕ ਹੈ। ਤਾਂ ਆਪਾਂ ਦੇਖਿਆ ਕਿ ਜਦੋਂ ਕਿਸੇ ਕੈਂਡਲ ਨੇ ਇਹਦਾ ਲੋ ਤੋੜਿਆ, ਹੁਣ ਆਪਾਂ ਇਹਨੂੰ ਇੱਥੇ ਬਾਈ ਕਰਕੇ ਚੱਲਾਂਗੇ ਕਿ ਸੈਲ ਕਰਕੇ ਚੱਲਾਂਗੇ? ਸੈਲ। ਸੈਲ ਕਰਾਂਗੇ ਜੀ। ਆਪਾਂ ਕੀ ਕੀਤਾ ਸਰ ਕਿ ਇਹਨੂੰ 652 ਰੁਪਏ ਤੇ ਸੈਲ ਕਰਤਾ। ਕਿੰਨੇ ਰੁਪਏ ਖਾਣੇ ਆਪਾਂ? 5 ਰੁਪਏ। ਦੱਸੋ ਕਿੱਥੋਂ ਜਾ ਕੇ ਬਾਈ ਕਰਾਂਗੇ ਆਪਾਂ? ਜਿਹੜਾ ਡਿਫਰੈਂਸ ਸੀਗਾ ਜੀ ਮਤਲਬ ਹਾਫ ਜੀ ਸੀਗਾ ਜੀ। 5 ਰੁਪਏ ਸੀਗਾ ਉਹ, 5 ਰੁਪਏ ਸੀ ਉਹ, ਠੀਕ ਹੈ। ਡਿਫਰੈਂਸ 5 ਰੁਪਏ ਸੀ। ਤੇ ਜਿਵੇਂ ਸ਼ੇਅਰ 652 ਰੁਪਏ ਤੋਂ 5 ਰੁਪਏ ਗਿਰੂਗਾ, ਯਾਨੀ ਕਿ 647 ਰੁਪਏ ਆਊਗਾ, ਉਹ ਆਪਣਾ ਟਾਰਗੇਟ ਹੈ। ਤੇ ਦੇਖੋ ਸ਼ੇਅਰ ਦਾ ਪ੍ਰਾਈਸ ਕਿੰਨਾ ਚੱਲ ਰਿਹਾ, ਆਪਣਾ ਟਾਰਗੇਟ ਚੱਲ ਰਿਹਾ ਨਾ। ਆਪਾਂ ਕੀ ਕੀਤਾ, 652 ਤੇ ਸੈਲ ਕਰਤਾ, 647 ਤੇ ਆ ਕੇ ਬਾਈ ਕਰ ਲਿਆ, ਠੀਕ ਹੈ ਜੀ। ਆਪਾਂ ਨੂੰ ਟਾਰਗੇਟ ਬਿਲਕੁਲ ਠੀਕ ਹੈ ਹਾਂਜੀ, ਠੀਕ ਹੈ ਜੀ। ਸਰ ਇਸ ਕੈਂਡਲ ਨੂੰ ਸਰ ਆਪਾਂ ਨੇ ਬੇਸ ਮੰਨਿਆ ਹੋਇਆ ਜੀ, ਤੇ ਵਿਕ ਨਹੀਂ ਬਣਿਆ ਜੀ ਉੱਪਰ ਥੱਲੇ, ਹੈ ਨਾ ਜੀ। ਇਟ ਮੀਨਸ ਕਿ ਜਿੱਥੇ ਮਤਲਬ ਓਪਨ ਹੋਈ ਸੀਗੀ, ਹੈ ਨਾ ਜੀ, ਮਤਲਬ ਨਾ ਉਹਦਾ ਲੋ ਗਿਆ ਨਾ ਕੋਈ ਹਾਈ ਗਿਆ। ਜਿੱਥੇ ਓਪਨ ਹੋਈ ਸੀਗੀ ਮਤਲਬ ਉਹਦਾ ਲੋਐਸਟ ਪੁਆਇੰਟ ਰਹਿ ਗਿਆ ਜੀ, ਜਿੱਥੇ ਉਹ ਮਤਲਬ ਹਾਈ ਗਿਆ ਸੀ ਉਹੀ ਉਹਦਾ ਕਲੋਜ਼ੈਸਟ ਪੁਆਇੰਟ ਰਹਿ ਗਿਆ ਜੀ, ਹੈ ਨਾ। ਇਹੀ ਮੀਨਿੰਗ ਹੋਇਆ ਨਾ ਜੀ। ਹਾਂਜੀ। ਤੇ ਸੈਕੰਡਲੀ ਜੇ ਵਿਕ ਨਹੀਂ ਬਣਦੀ ਤਾਂ ਮਤਲਬ ਇਹ ਹੁੰਦਾ ਕਿ ਹਾਈਐਸਟ ਹੀ ਕਲੋਜ਼ ਪ੍ਰਾਈਸ ਹੈ। ਜੀ ਬਿਲਕੁਲ ਥੈਂਕ ਯੂ। ਸਰ ਮਤਲਬ ਆਪਾਂ ਦਿਨ ਚ ਤਾਂ ਬਹੁਤ ਵਾਰੀ ਟ੍ਰੇਡ ਲੈ ਸਕਦੇ ਆ ਇਹ ਚੀਜ਼ਾਂ ਲੈ? ਨਹੀਂ ਸਰ, ਦਿਨ ਚ ਆਪਾਂ ਬਹੁਤ ਵਾਰੀ ਟ੍ਰੇਡ ਨਹੀਂ ਲੈ ਸਕਦੇ। ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜੋ, ਮਾਰਕੀਟ ਤੁਹਾਨੂੰ ਕਦੇ ਵੀ ਤੁਹਾਡੀ ਔਕਾਤ ਦੇ ਨਾਲੋਂ ਪੈਸਾ ਵੱਧ ਨਹੀਂ ਦੇਊਗੀ। ਮੈਂ ਦੱਸਦਾ, ਮੇਰੇ ਨਾਲ ਹੋਈ ਹੈ, ਮੈਂ ਤੁਹਾਨੂੰ ਤਾਂ ਦੱਸ ਰਿਹਾ।
ਆਪਾਂ ਨਾ ਕਈ ਵਾਰੀ ਲਾਲਚ ਕਰਦੇ ਆ ਵੀ ਮੈਂ ਆਪਦੀ ਗੱਲ ਦੱਸਦਾ, ਇਦਾਂ ਦੇ ਦਿਨ ਵੀ ਆਏ ਸਰ ਕਿ ਮੈਂ ਨਾ 24-25 ਰੁਪਏ ਸਟਾਰਟਿੰਗ ਚ ਕਦੇ ਕੱਢਿਆ ਸੀ, 25,000 ਰੁਪਏ ਬਣ ਗਿਆ। ਹੁਣ 25,000 ਰੁਪਏ ਬਣ ਗਿਆ, ਬੜੇ ਨਜ਼ਾਰੇ ਵੀ ਯਾਰ 10.5 ਹੋਏ ਆ, 25,000 ਰੁਪਏ ਬਣ ਵੀ ਗਿਆ। 3:30 ਵਜੇ ਤੱਕ ਆਉਂਦੇ ਹੁੰਦੇ ਉਹ 25 ਤਾਂ ਡੁੱਬਦਾ ਸੀ, ਨਾਲ 2,000 ਹੋਰ ਲੈ ਕੇ ਡੁੱਬਦਾ ਸੀ। ਆਪਾਂ ਆਪਣੀ ਔਕਾਤ ਵਧਾ ਸਕਦੇ ਹਾਂ। ਜੋ ਮੈਂ ਸਿੱਖਿਆ ਨਾ ਮਾਰਕੀਟ ਤੋਂ, ਮੈਨੂੰ ਦੱਸਦਾ, ਤੁਸੀਂ ਆਪਣੇ ਮਨ ਚ ਮੰਨ ਲਓ ਸੋਚ ਕੇ ਚੱਲੋ ਵੀ ਚੱਲ ਯਾਰ ਸਾਨੂੰ 500-700 ਰੁਪਏ ਹੀ ਬਣ ਜੇ ਨਾ, ਬਹੁਤ ਹੈ, ਵਾਕਈ ਉਹ ਬਹੁਤ ਹੈ। ਤੁਸੀਂ ਸੋਚਿਆ ਸੀ 500-700 ਦਾ, ਬਾਏ ਚਾਂਸ ਤੁਹਾਨੂੰ ਬਣ ਗਿਆ ਮੰਨ ਲਓ 3,000 ਰੁਪਈਆ। ਹੁਣ ਤੁਸੀਂ ਪਤਾ ਕੀ ਕਰੋਗੇ, ਤੁਸੀਂ ਟਿਕੋਗੇ ਨਹੀਂ, ਤੁਸੀਂ ਕਹੋਗੇ ਲੈ ਅੱਜ ਤਾਂ ਪੈਸੇ ਬਣਦੇ ਆ, ਦਿਨ ਵਧੀਆ ਬਣਾ ਹੋਰ। ਉਹ ਜਿਹੜੇ ਹੋਰ ਬਣਾਉਣ ਦੇ ਚੱਕਰ ਚ ਜਿਹੜਾ 3,000 ਬਣਿਆ ਹੁੰਦਾ ਨਾ, ਉਹ ਵੀ ਚਲਾ ਜਾਂਦਾ। ਇਹ ਤੇ ਹੈ ਮਤਲਬ ਜੀ ਬੰਦਾ 3,000 ਲੈ ਕੇ ਲੈਪਟਾਪ ਬੰਦ ਕਰਕੇ ਕੋਈ ਹੋਰ ਕੰਮ ਕਰ ਲਏ ਜੀ। ਗੱਲ ਇਹ ਹੈ ਕਿ ਤੁਹਾਡੀ ਜੇਬ 'ਚ ਸਵੇਰੇ ਪੈਸਾ ਆ ਗਿਆ, ਇਸ ਤੋਂ ਬਾਅਦ ਸਾਰਾ ਦਿਨ ਤੁਸੀਂ ਵਿਹਲੇ ਹੋ, ਇਸ ਤੋਂ ਬਾਅਦ ਕੰਪਿਊਟਰ ਦੇ ਮੂਹਰੇ ਨਾ ਬੈਠੋ। ਜੇ ਪੈਸਾ ਨਹੀਂ ਦੇਖੋ, ਜਿੰਨੀ ਦੇਰ ਤੱਕ ਪੈਸਾ ਨਹੀਂ ਆਇਆ ਉਹਨਾਂ ਚਿਰ ਕੰਪਿਊਟਰ ਦੇ ਮੂਹਰੇ ਬੈਠੋ। ਜੇ ਤੁਹਾਨੂੰ ਪਹਿਲੇ 15 ਮਿੰਟਾਂ 'ਚ ਪੈਸਾ ਆ ਗਿਆ ਨਾ, ਬਸ ਖਤਮ, ਸਾਰਾ ਦਿਨ ਵਿਹਲਾ ਕੱਢ ਦਿਓ ਆਪਦਾ, ਦੁਬਾਰਾ ਕੰਪਿਊਟਰ ਮੂਹਰੇ ਨਾ ਆ ਜਾਓ। ਮੈਂ ਪਰਤਿਆ ਕੇ ਦੇਖੀ ਹੋਈ ਹੈ ਇਹ ਗੱਲ। ਓਕੇ ਸਰ ਇੱਕ ਹੋਰ ਕੁਐਸਚਨ ਸੀਗਾ ਜੀ। ਮੰਨ ਲਓ ਜਿਵੇਂ ਹੁਣ ਆਪਾਂ ਪਹਿਲੀ ਕੈਂਡਲ ਅੱਧੇ ਘੰਟੇ ਦੀ ਲੈ ਕੇ ਚੱਲੇ ਆ, ਜਿਹੜੀ ਨੈਕਸਟ ਕੈਂਡਲ ਬਣੀ ਆ ਉਸ ਤੇ ਆਪਣਾ ਟਾਰਗੇਟ ਸੀਗਾ ਵੀ ਆਪਾਂ ਐਂਟਰੀ ਕਰਨੀ ਆ, ਬਾਏ ਚਾਂਸ ਆਪਾਂ ਉਦੋਂ ਚਲੋ ਆਪਣੇ ਕੋਲ ਟਾਈਮ ਨਹੀਂ ਜਾਂ ਆਪਾਂ ਦੇਖ ਨਹੀਂ ਸਕੇ ਵੀ ਉਦੋਂ ਆਪਾਂ ਐਂਟਰੀ ਨਹੀਂ ਕਰ ਸਕੇ, ਉਸ ਤੋਂ ਬਾਅਦ ਵੀ ਫਿਰ ਆਪਾਂ ਪਹਿਲੇ ਅੱਧੇ ਘੰਟੇ ਵਾਲੀ ਕੈਂਡਲ ਨੂੰ ਦੇਖ ਕੇ ਐਂਟਰੀ ਲੈ ਸਕਦੇ ਹਾਂ। ਆਪਾਂ ਦੇਖਣੀ ਪਹਿਲੇ ਅੱਧੇ ਘੰਟੇ ਵਾਲੀ ਹੈ, ਪਰ ਆਪਾਂ ਦੇਖਣਾ ਵੀ ਕਿਤੇ ਇਹ ਤਾਂ ਨਹੀਂ। ਹੁਣ ਮੰਨ ਲਓ ਵੀ 9:15 ਵਜੇ ਆਪਾਂ ਕੈਂਡਲ ਬਣੀ, 9:45 ਵਜੇ ਤੱਕ ਮੈਂ ਬਿਜ਼ੀ ਸੀਗਾ। ਮੈਂ ਨਾ ਜਦੋਂ 12-1 ਵਜੇ ਕੰਪਿਊਟਰ ਦੇਖਿਆ ਤਾਂ ਮੈਂ ਦੇਖਿਆ ਵੀ ਹੁਣ ਨਾ ਕੋਈ ਕੈਂਡਲ ਹੈ ਉਹਦੇ ਹਾਈ ਨੂੰ ਕ੍ਰਾਸ ਕਰ ਰਹੀ ਹੈ, ਠੀਕ ਹੈ। ਪਰ ਮੈਂ ਦੇਖਣਾ ਵੀ ਇਹ ਤੋਂ ਪਹਿਲਾਂ 12 ਵਜੇ ਤੋਂ ਪਹਿਲਾਂ ਕਿਤੇ ਇਹ ਤਾਂ ਨਹੀਂ ਕੋਈ ਹੋਰ ਕੈਂਡਲ ਨੂੰ ਕ੍ਰਾਸ ਕਰਕੇ ਟਾਰਗੇਟ ਦੇ ਆਈ ਹੋਵੇ। ਜੇ ਪਹਿਲਾਂ ਕਿਸੇ ਕੈਂਡਲ ਨੇ ਟਾਰਗੇਟ ਆਲਰੇਡੀ ਦੇ ਚੁੱਕੀ ਹੈ ਤਾਂ ਤੁਸੀਂ ਟ੍ਰੇਡ ਨਹੀਂ ਲੈਣਾ, ਪਰ ਜੇ ਤੁਹਾਡਾ ਹਜੇ ਟਾਰਗੇਟ ਰਹਿੰਦਾ ਤਾਂ ਤੁਸੀਂ ਟ੍ਰੇਡ ਲੈ ਸਕਦੇ ਹੋ। ਸਰ ਫਰਸਟ ਕੈਂਡਲ ਦੇ ਅਕੋਰਡਿੰਗ ਗੱਲ ਕਰ ਰਹੇ ਹੋ ਤੁਸੀਂ? ਹਾਂਜੀ, ਲੈਣਾ ਫਰਸਟ ਕੈਂਡਲ ਦੇ ਅਕੋਰਡਿੰਗ ਇਹ ਟ੍ਰੇਡ, ਠੀਕ ਹੈ। ਮੈਂ ਇਹ ਗੱਲ ਜਿੱਦਾਂ ਆਪਾਂ ਇਸੇ ਕੇਸ 'ਚ ਹੀ ਕਹਿ ਸਕਦੇ ਹਾਂ ਵੀ ਹੁਣ ਇਹ ਆਪਦਾ ਟਾਰਗੇਟ ਹਿੱਟ ਕਰ ਚੁੱਕੀ, ਵੀ ਹੁਣ ਨਹੀਂ। ਜਦੋਂ ਇੱਕ ਵਾਰੀ ਟਾਰਗੇਟ ਆ ਗਿਆ ਨਾ, ਹੁਣ ਮੰਨ ਲਓ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਹੁਣ ਇਹ ਸੀ ਇੱਥੇ ਟਾਰਗੇਟ ਦਿੱਤਾ, ਹੁਣ ਇੱਥੋਂ ਕੀ ਹੋਇਆ, ਮੰਨ ਲਓ ਗ੍ਰੀਨ ਕੈਂਡਲ ਬਣੀ ਵਾਪਸ ਆ ਗਈ ਹੈ ਨਾ, ਫਿਰ ਉਹ ਇੱਥੇ ਐ ਘੁੰਮਦੀ ਫਿਰਦੀ ਰਹੀ। ਜਦੋਂ ਮੰਨ ਲਓ ਮੈਂ 2-2:30 ਵਜੇ ਦੇਖਿਆ ਤਾਂ ਇਹਨੇ ਨਾ ਇੱਥੇ ਬ੍ਰੇਕ ਕਰ ਰਹੀ ਹੈ। ਹੁਣ ਦੱਸੋ ਮੇਰੀ ਐਂਟਰੀ ਲੈਣੀ ਬਣਦੀ ਹੈ ਕਿ ਨਹੀਂ ਬਣਦੀ? ਬਣਦੀ ਹੈ। ਨਹੀਂ ਬਣਦੀ ਸਰ। ਕਿਉਂ? ਕਿਉਂਕਿ ਜਿਹੜਾ ਟਾਰਗੇਟ ਮੈਨੂੰ ਇਹਨੇ ਦੇਣਾ ਸੀ ਉਹ ਆਲਰੇਡੀ ਮਿਲ ਚੁੱਕਿਆ ਕਿ ਨਹੀਂ ਮਿਲ ਚੁੱਕਿਆ? ਅੱਛਾ ਠੀਕ ਹੈ, ਹਾਂ। ਮੈਂ ਉਸ ਵੇਲੇ ਅਵੇਲੇਬਲ ਨਹੀਂ ਸੀਗਾ। ਮੰਨ ਲਓ ਮੈਂ ਬਿਜ਼ੀ ਹੋ ਗਿਆ, ਮੈਂ ਨਹੀਂ ਦੇਖਿਆ ਚਾਰਟ ਜਾਂ ਮੇਰੇ ਨਿਕਲ ਗਿਆ, ਠੀਕ ਹੈ। ਟਾਰਗੇਟ ਤਾਂ ਆਲਰੇਡੀ ਆ ਚੁੱਕਾ ਨਾ। ਜਦੋਂ ਪਹਿਲਾਂ ਸਰ ਜਿੱਦਾਂ ਆਪਾਂ ਬਾਈ ਵਾਲਾ ਟਾਰਗੇਟ ਤਾਂ ਲੈ ਲਿਆ, ਸੈਲ ਵਾਲਾ ਤਾਂ ਉਸ ਤੋਂ ਬਾਅਦ ਵੀ ਆ ਸਕਦਾ ਹੈਗਾ, ਸ਼ਾਰਟ ਵਾਲਾ। ਮੈਂ ਇਹ ਕਹਿ ਰਿਹਾ ਇੱਕ ਸ਼ੇਅਰ 'ਚ 2 ਵਾਰੀ ਪੈਸਾ ਨਹੀਂ ਕਮਾਉਣਾ ਕਦੇ ਵੀ। ਇਦਾਂ ਹੁੰਦਾ ਨੋ ਡਾਊਟ, ਬਹੁਤ ਵਾਰੀ ਇਦਾਂ ਹੁੰਦਾ ਕਿ ਇੱਕ ਵਾਰੀ ਉਹ ਬਾਈ ਦਾ ਵੀ ਟਾਰਗੇਟ ਦੇ ਕੇ ਦੁਬਾਰਾ ਸੈਲ ਦਾ ਵੀ ਟਾਰਗੇਟ ਦੇ ਕੇ ਜਾਊਗਾ, ਪਰ ਆਪਾਂ ਕਦੇ ਵੀ ਇੱਕ ਸ਼ੇਅਰ 'ਚ 2 ਵਾਰੀ ਪੈਸਾ ਨਹੀਂ ਕਮਾਉਣਾ। ਇੱਕ ਸ਼ੇਅਰ 'ਚ ਹਮੇਸ਼ਾ ਹੋਰ ਸ਼ੇਅਰ ਦੇਖ ਲਓ, ਬਹੁਤ ਸ਼ੇਅਰ ਨੇ। ਅਗੇਨ ਆ ਹੋਇਆ ਕੀ, ਹੁਣ ਦੱਸੋ ਇਹ ਲਾਲਚ ਆਇਆ ਕਿ ਨਹੀਂ ਆਇਆ? ਹਾਂਜੀ ਸਰ ਆਇਆ। ਆਪਾਂ ਸਰ ਲਾਲਚ 'ਚ ਨਹੀਂ ਫਸਣਾ। ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਤੁਹਾਨੂੰ ਇਹ ਸਿਖਾ ਰਿਹਾ ਕਿ ਲਾਲਚ 'ਚ ਨਹੀਂ ਫਸਣਾ। ਤੁਸੀਂ ਇੱਕ ਟਾਰਗੇਟ ਲੈ ਲਿਆ, ਜੇ ਮੰਨ ਲਓ ਨਾ ਆਉਂਦਾ ਫਿਰ ਤਾਂ ਵੀ ਤਾਂ ਸਬਰ ਕਰਨਾ ਸੀ ਨਾ। ਹੁਣ ਉਹ ਆ ਗਿਆ ਤਾਂ ਆਪਾਂ ਲਾਲਚ 'ਚ ਫਸ ਗਏ, ਕਿਉਂਕਿ ਉਹ ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਟਾਰਗੇਟ ਨੀਚੇ ਦੇ ਕੇ ਹੀ ਜਾਊਗਾ। ਉਹਨੇ ਇੱਕ ਵਾਰੀ ਟਾਰਗੇਟ ਦੇਣਾ ਸੀ, ਚਾਹੇ ਅਪ ਦਾ ਦੇਣਾ ਸੀ ਚਾਹੇ ਡਾਊਨ ਦਾ ਦੇਣਾ ਸੀ, ਦੇਤਾ, ਠੀਕ ਹੈ। ਤੇ ਜ਼ਰੂਰੀ ਨਹੀਂ ਕਿ ਹੁਣ ਤੁਸੀਂ ਦੂਰੀ ਵਾਰੀ ਮੰਨ ਲਓ ਟ੍ਰੇਡ ਪਾ ਲਈ, ਟਾਰਗੇਟ ਤੁਹਾਨੂੰ ਮਿਲਿਆ ਨਹੀਂ, ਤੁਹਾਡੇ ਪੈਸੇ ਖਰਾਬ ਹੋ ਗਏ ਕਿ ਨਹੀਂ ਹੋਏ? ਜਿਹੜੇ ਕਮਾਏ ਸੀ ਉਹ ਵੀ ਗਏ। ਮੰਨ ਲਓ ਇੱਥੋਂ ਕੀ ਇੱਥੇ ਮੰਨ ਲਓ ਹੋਇਆ ਆਪਣਾ ਆਹੀ ਦੇਖੋ, ਹੋਇਆ ਕੀ ਕਿ ਟਾਰਗੇਟ ਮਿਲ ਗਿਆ, ਇੱਥੋਂ ਦੁਬਾਰਾ ਜਦੋਂ ਉਹਨੇ ਆਦਾ ਬ੍ਰੇਕ ਕੀਤਾ, ਲੋ ਬ੍ਰੇਕ ਕੀਤਾ, ਪਰ ਟਾਰਗੇਟ ਇੱਥੇ ਮੰਨ ਲਓ ਐਂਟਰੀ ਲੈ ਲਈ, ਹੋਇਆ ਕੀ ਕਿ ਇੱਥੋਂ ਵਾਪਸ ਫਿਰ ਉੱਥੇ ਮੁੜ ਗਿਆ। ਕਿ ਉਹ ਟਾਰਗੇਟ ਦੇ ਕੇ ਗਿਆ? ਨਹੀਂ। ਆਪਾਂ ਕਹਿੰਦੇ ਸਰ ਟਾਰਗੇਟ ਤਾਂ ਦਿੱਤਾ ਨਹੀਂ ਜੀ, ਕਿਉਂਕਿ ਟਾਰਗੇਟ ਤੋਂ ਪਹਿਲਾਂ ਸੁਬਾਹ ਹੀ ਦੇ ਗਿਆ ਸੀ। ਜਦੋਂ ਸੁਬਾਹ ਟਾਰਗੇਟ ਦੇ ਗਿਆ ਸੀ ਤਾਂ ਦੂਜੀ ਵਾਰੀ ਟਾਰਗੇਟ ਦੇਵੇ ਨਾ ਦੇਵੇ ਉਹਦੀ ਮਰਜ਼ੀ, ਤਾਂ ਆਪਾਂ ਉੱਥੇ ਫਸ ਸਕਦੇ ਹਾਂ। ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਆਪਾਂ। ਜੇ ਆਲਰੇਡੀ ਸ਼ੇਅਰ ਨੇ ਆਪਣਾ ਟਾਰਗੇਟ ਦੇ ਚੁੱਕਾ ਹੈਗਾ ਤਾਂ ਆਪਾਂ ਦੁਬਾਰਾ ਉਹਦਾ ਟਾਰਗੇਟ ਨਹੀਂ ਲਵਾਂਗੇ, ਠੀਕ ਹੈ ਜੀ। ਤੇ ਇੰਟਰਾਡੇ ਦੇ ਵਿੱਚ ਆਪਾਂ ਸ਼ੇਅਰ ਚੂਜ਼ ਕਿਵੇਂ ਕਰਨਾ ਹੈ?
ਸਰ ਇਹ ਮੈਂ ਦੱਸੂਗਾ, ਹਜੇ ਇਹ ਐਗਜ਼ੈਕਟਲੀ ਮੈਂ ਤੁਹਾਨੂੰ ਦੱਸੂਗਾ ਆਪਾਂ ਕਿੱਥੋਂ ਸ਼ੇਅਰ ਚੂਜ਼ ਕਰ ਸਕਦੇ ਹਾਂ, ਕਿਵੇਂ ਸ਼ੇਅਰ ਚੂਜ਼ ਕਰ ਸਕਦੇ ਹਾਂ। ਸਰ ਜਿੰਨਾ ਮਤਲਬ ਲੋ ਆ ਸਰ, ਜੋ ਮਾੜਾ ਜਿਹਾ ਵੀ ਨਾਲ ਹੀ ਆ ਗਿਆ ਆਪਾਂ ਨਾਲ ਹੀ ਸੈਲ ਕਰ ਦੇਣਾ ਸਰ, ਵੇਟ ਤਾਂ ਨਹੀਂ ਕਰਨੀ ਕਨਫਰਮੇਸ਼ਨ ਲਈ ਸਰ 1-2 ਪੈਸੇ ਲਈ। ਨਹੀਂ ਸਰ, ਆਪਾਂ ਇੱਥੇ ਵੇਟ ਨਹੀਂ ਕਰਦੇ, ਤਾਂ ਜਿਵੇਂ ਲੋ ਟੁੱਟੂਗਾ ਆਪਾਂ ਐਂਟਰੀ ਕਰ ਲੈਣੀ ਹੈ। ਠੀਕ ਸਰ ਇਸੇ ਗ੍ਰਾਫ ਦੇ ਵਿੱਚ ਨਾ ਜੀ, ਹਾਂਜੀ ਸਰ ਉੱਪਰ ਜਿਹੜਾ ਮੰਨ ਲਓ ਉੱਪਰ ਵਾਲਾ ਪੋਰਸ਼ਨ ਹੈਗਾ ਜਿੱਥੇ ਕਿ ਆਪਾਂ ਆਈਸੀਆਈਸੀ ਬੈਂਕ ਲੈ ਕੇ ਆਉਂਦੇ, ਹਾਂਜੀ ਸਰ ਆ ਦੇਖੋ ਇੱਕ ਨਾ ਜੀ ਮੰਨ ਲਓ 2 ਹੈਂਬਰ ਬਣ ਰਹੇ ਜੀ, ਇੱਕ ਤਾਂ ਮੰਨ ਲਓ ਹੈ ਨਾ ਜੀ ਹਾਂਜੀ ਬਲੂ ਲਾਈਨ ਦੇ ਉੱਪਰ ਆਹ ਵਾਲੇ, ਹਾਂਜੀ ਬਲੂ ਲਾਈਨ ਜਿਹੜੀ, ਹਾਂਜੀ ਸਰ ਜਿਹੜੀ ਗ੍ਰੀਨ ਲਾਈਨ ਮੰਨ ਲਓ ਇਹਨੂੰ ਆਪਾਂ ਫਸਟ ਅਸਿਊਮ ਕਰ ਲਈਏ, ਮੰਨ ਲਓ ਡੇ ਦੀ ਫਸਟ ਕੈਂਡਲ ਹੈਗੀ ਹੈ, ਹਾਂਜੀ ਤੇ ਸੈਕੰਡ ਸਰ ਜਿਹੜੀ ਜਿੱਦਾਂ ਮੈਂ ਪੁੱਛ ਰਿਹਾ ਸੀਗਾ ਜੇ ਮੰਨ ਲਓ ਜਿਹੜੀ ਰੈੱਡ ਕੈਂਡਲ ਬਣਦੀ ਹੈ ਮੰਨ ਲਓ ਜਾਂ ਉੱਪਰ ਜਾਂ ਥੱਲੇ ਜਾ ਕੇ ਬਣ, ਇਹਨੂੰ ਸਰ ਆਪਾਂ ਇਸ ਕੇਸ ਦੇ ਵਿੱਚ ਇਹਨੂੰ ਮਤਲਬ ਰਿਕਾਰਡ ਟੁੱਟਾਂਗੇ ਜਾਂ ਤੋੜ ਰਿਹਾ ਜਾਂ ਨਹੀਂ ਤੋੜ ਰਿਹਾ? ਆਹ ਦੇਖੋ ਆਹ ਆਪਣੀ ਫਰਸਟ ਕੈਂਡਲ ਹੈ ਜੀ, ਆਹ ਵਾਲੀ ਜਿਹੜੀ ਗ੍ਰੀਨ ਵਾਲੀ ਹੈ। ਹਾਂਜੀ ਹਾਂਜੀ ਠੀਕ ਸਰ ਹੈ ਸੈਕੰਡ ਨਾਲ ਕੰਪੇਅਰ ਕਰਕੇ ਦੱਸਿਓ ਜੀ ਯਾਰ, ਸੈਕੰਡ ਕੈਂਡਲ ਜਿਹੜੀ ਹੈਗੀ ਹੈ ਜੀ। ਦੇਖੋ ਆਹ ਫਸਟ ਵਾਲੀ ਮੰਨ ਲਓ ਆਪਾਂ ਗ੍ਰੀਨ ਕੈਂਡਲ ਮੰਨੀ ਕਿ ਆਪਣੀ ਫਸਟ ਵਾਲੀ ਕੈਂਡਲ ਹੈ ਜੀ 9:15 ਵਾਲੀ। ਹੁਣ ਆਹ ਵਾਲੀ ਜਿਹੜੀ ਰੈੱਡ ਕੈਂਡਲ ਹੈ, ਦੱਸੋ ਇਹਨੇ ਕਿਸੇ ਪਾਸੇ ਨੂੰ ਬ੍ਰੇਕਆਊਟ ਦਿੱਤਾ? ਨਹੀਂ। ਠੀਕ ਹੈ ਸਰ, ਆਪਾਂ ਬ੍ਰੇਕਆਊਟ ਕਿਹਨੂੰ ਕਹਿੰਦੇ ਆ? ਜਦੋਂ ਹਾਈ ਤੋੜੂਗੀ। ਆਹ ਕਲੋਜ਼ਿੰਗ ਪ੍ਰਾਈਸ ਹੈ, ਇਹ ਹਾਈ ਨਹੀਂ ਹੈਗਾ। ਆਹ ਇਹਦਾ ਓਪਨ ਪ੍ਰਾਈਸ ਸੀ, ਆਹ ਦਾ ਕਲੋਜ਼ਿੰਗ ਪ੍ਰਾਈਸ ਹੈ। ਜਿੰਨਾ ਚਿਰ ਉਹ ਹਾਈ ਨਹੀਂ ਤੋੜਦੀ ਜਾਂ ਜਿੰਨਾ ਚਿਰ ਉਹਦਾ ਲੋ ਨਹੀਂ ਤੋੜਦੀ। ਹੁਣ ਲੋ, ਹਾਂਜੀ ਅੱਛਾ ਵਿਕ ਲੰਬਾ ਸੀ ਇਹਦਾ ਉੱਪਰ ਹਾਂਜੀ ਵਿਕ ਦੇ ਥੱਲੇ ਰਹਿ ਗਿਆ ਜੀ। ਆ ਦੇਖੋ ਨਾ, ਆ ਦੇਖੋ ਆ ਜਾਂਦੀ ਇਹਦੀ ਵਿਕ। ਠੀਕ ਹੈ ਜੀ, ਠੀਕ ਹੈ ਠੀਕ ਹੈ। ਅੱਛਾ ਇਹਦਾ ਹਾਈ ਤੋਂ ਇਹਦਾ ਭਾਜੀ ਹਾਈ ਤੇ ਲੋ ਤੋੜਨ ਦੇ ਲਈ ਵਿਕ ਦੇਖਣੀ ਹੈ ਕਿ ਬੋਡੀ? ਸਰ ਵਿਕ ਦੇਖੋ ਹਾਈ ਕਿਹਨੂੰ ਕਹਿੰਦੇ ਆ ਆਪਾਂ ਬੋਡੀ ਨੂੰ ਹਾਈ ਕਹਿੰਦੇ ਆ ਕਿ ਵਿਕ ਨੂੰ ਹਾਈ ਕਹਿੰਦੇ ਆ? ਅੱਛਾ ਵਿਕ ਨੂੰ। ਹਾਈ ਦਾ ਮਤਲਬ ਹੈ ਕੈਂਡਲ ਚਾਹੇ ਉਹਦੀ ਬੋਡੀ ਉੱਥੇ ਤੱਕ ਗਈ, ਚਾਹੇ ਉਹਦੀ ਵਿਕ ਉੱਥੇ ਤੱਕ ਗਈ, ਉਹ ਵੱਧ ਤੋਂ ਵੱਧ ਕਿੱਥੋਂ ਤੱਕ ਗਈ ਹੋਈ ਹੈ? ਸਰ ਜਿਹੜੀ ਸੈਕੰਡ ਕੈਂਡਲ ਹੈਗੀ ਹੈ ਜੀ, ਜਿਹੜੀ ਆਪਾਂ ਨੇ ਹਾਈਲਾਈਟ ਕੀਤੀ ਹੋਈ ਹੈਗੀ ਹੈ ਜੀ, ਇਨ ਬਿਟਵੀਨ ਟੂ ਜਿਹੜੀਆਂ ਬੜੀਆਂ ਹਾਂਜੀ ਇਹ ਵਾਲੀ ਸਰ, ਇਹਦੇ ਆਪਾਂ ਕਨਫੀਗਰੇਸ਼ਨ ਦੱਸ ਸਕਦੇ ਕਿਵੇਂ ਬਣੀ ਹੈ ਜੀ? ਪਹਿਲਾਂ ਜਿੱਦਾਂ ਹੁਣ ਇਹਦੇ ਜੇ ਆਪਾਂ ਵਿਕ ਨੂੰ ਕੰਸੀਡਰ ਕਰੀਏ ਜੀ, ਇਟ ਮੀਨਸ ਇਹ ਲਾਈਨ ਪਹਿਲਾਂ ਇਹ ਵਾਲੀ ਕੈਂਡਲ ਉੱਪਰ ਤੱਕ ਗਈ ਸੀਗੀ, ਇਟ ਮੀਨਸ ਇਹ ਆਪਾਂ ਸੈਕੰਡ ਕੈਂਡਲ ਦੀ ਹੀ ਗੱਲ ਕਰ ਲਈਏ। ਆਪਾਂ ਕੀ ਕੀਤਾ ਦੇਖੋ ਜੀ, ਇਹ ਬਣੀ ਕਿੱਦਾਂ? ਆਪਾਂ ਦੇਖਿਆ ਕਿ ਇੱਥੋਂ ਓਪਨ ਹੋਇਆ ਪ੍ਰਾਈਸ, ਠੀਕ ਹੈ ਜੀ। ਹੁਣ ਆ ਇੱਥੇ ਕਲੋਜ਼ ਹੋ ਗਈ, ਉੱਪਰ ਇੱਥੋਂ ਹੋਈ ਸੀ, ਕਲੋਜ਼ ਇੱਥੇ ਹੋ ਗਈ। ਇਹ ਤੋਂ ਬਾਅਦ ਇਹ ਲਾਸਟ ਪ੍ਰਾਈਸ ਤੋਂ ਓਪਨ ਹੋਈ, ਓਪਨ ਹੋ ਕੇ ਉੱਪਰ ਨੂੰ ਜਾਣੀ ਸ਼ੁਰੂ ਕੀਤੀ, ਇੰਨੀ ਉੱਪਰ ਚਲੀ ਗਈ, ਲੋਕਾਂ ਨੂੰ ਲੱਗਾ ਵੀ ਇੱਥੇ ਬਹੁਤ ਪੈਸਾ ਬਣ ਗਿਆ, ਇੱਥੇ ਸੈਲ ਕਰ ਦਿਓ ਹੁਣ। ਤਾਂ ਉਹਨਾਂ ਨੇ ਕੀ ਕੀਤਾ, ਇਹਨੂੰ ਸ਼ਾਰਟ ਕਰਨਾ ਸ਼ੁਰੂ ਕਰਤਾ, ਸੈਲ ਕਰਨਾ ਸ਼ੁਰੂ ਕਰਤਾ, ਪ੍ਰਾਈਸ ਗਿਰਦਾ ਗਿਆ ਤੇ ਜਦੋਂ ਆਪਦੇ ਓਪਨ ਪ੍ਰਾਈਸ ਤੋਂ ਵੀ ਨੀਚੇ ਆ ਗਈ, ਉੱਥੇ ਆ ਕੇ ਉਹ ਬੰਦ ਹੋ ਗਈ। ਬਿਲਕੁਲ ਜੇ ਆਪਾਂ ਸਰ ਨੈਕਸਟ ਕੈਂਡਲ ਵੱਲ ਜਾਈਏ ਤਾਂ ਉਹਨਾਂ ਉਧਰ ਲੋ ਤੋੜਤਾ ਜੀ, ਹੈ ਨਾ ਥੱਲੇ, ਹੈ ਨਾ ਜੀ ਗ੍ਰੀਨ ਕੈਂਡਲ ਦਾ। ਹੁਣ ਤੇ ਆਪਾਂ ਸੈਲ ਕਰ ਬਿਲਕੁਲ ਇਹ ਕੈਂਡਲ ਨੇ ਕੀ ਕੀਤਾ, ਤਾਂ ਲੋ ਤੋੜਤਾ, ਆਪਾਂ ਇੱਥੋਂ ਸ਼ਾਰਟ ਕਰ ਦਾਂਗੇ, ਯਾਨੀ ਕਿ ਸੈਲ ਕਰ ਦਿਆਂਗੇ। ਟਾਰਗੇਟ ਆਪਾਂ ਕਿੰਨਾ ਲੈਣਾ? ਜਿੰਨਾ ਵੀ ਹਾਈ ਲੈਵਲ ਡਿਫਰੈਂਸ ਉਹਨੂੰ 2 ਨਾਲ ਡਿਵਾਈਡ ਕਰਕੇ ਆਪਣਾ ਵੈਸੇ ਦਿਖ ਰਿਹਾ ਆਪਾਂ ਨੂੰ ਟਾਰਗੇਟ ਨਾਲੋਂ ਵੀ ਜ਼ਿਆਦਾ ਮਿਲ ਗਿਆ। ਜੀ ਸਰ, ਜੀ ਠੀਕ ਹੈ ਸਰ, ਸਭ ਨੂੰ ਸਮਝ ਆਇਆ ਜੀ ਇੱਥੇ? ਹਾਂਜੀ ਸਰ, ਇੱਕ ਵਾਰੀ ਸਟਾਪ ਲਾਸ ਵੱਡਾ ਨਹੀਂ ਹੋ ਜਾਊਗਾ? ਇੱਕ ਵਾਰੀ ਸ਼ਾਰਟ ਦੱਸ ਦਿਓ ਸਰ। ਸ਼ਾਰਟ ਕੀ ਹੈ ਜੀ ਕਿ ਜਦੋਂ ਉਹ ਆਪਦਾ ਡਾਊਨ ਸਾਈਡ ਤੋਂ ਲੋ ਤੋੜੂਗੀ, ਜਿਵੇਂ ਆਹ ਕੈਂਡਲ ਹੈ ਡਾਊਨ ਤੋਂ ਨੇ ਲੋ ਤੋੜਤਾ, ਤਾਂ ਆਪਾਂ ਇਹਨੂੰ ਬਾਏ ਕਰਾਂਗੇ ਕਿ ਸ਼ਾਰਟ ਕਰਾਂਗੇ? ਸ਼ਾਰਟ ਦਾ ਮਤਲਬ ਹੈ ਸੈਲ ਕਰਕੇ ਚੱਲੋ, ਠੀਕ ਹੈ। ਹੁਣ ਦੱਸੋ ਇਸ ਲੈਵਲ ਤੇ ਆਪਾਂ ਨੂੰ ਪਤਾ ਕਿ ਸ਼ੇਅਰ ਨੇ ਹੋਰ ਗਿਰਨਾ ਹੈ ਜੀ, ਤੁਸੀਂ ਸ਼ਾਰਟ ਤੇ ਇੱਕ ਗੱਲ ਸਰ ਜਿਹੜੀ ਆਪਾਂ ਐਂਟਰੀ ਲੈਣੀ ਹੈ ਜੀ, ਹਾਂਜੀ ਸਰ ਡਿਊਰਿੰਗ ਦਾ ਫਾਰਮੇਸ਼ਨ ਆਫ ਸੈਕੰਡ ਕੈਂਡਲ ਲੈਣੀ ਤੇ ਆਫਟਰ ਦਾ ਫਾਰਮੇਸ਼ਨ ਆਫ ਸੈਕੰਡ ਕੈਂਡਲ ਲੈਣੀ ਹੈ? ਸਰ ਜਿਹੜੀ ਵੀ ਕੈਂਡਲ ਬ੍ਰੇਕ ਕਰੂਗੀ, ਕੋਈ ਜ਼ਰੂਰੀ ਨਹੀਂ ਕਿ ਸੈਕੰਡ ਕੈਂਡਲ ਜਾਂ ਥਰਡ ਕੈਂਡਲ। ਫॉर एग्जांपल ਆਪਾਂ ਫਸਟ ਐਂਡ ਸੈਕੰਡ ਦਾ ਹੀ ਰਿਲੇਸ਼ਨ ਲੈ ਲਈਏ। ਫॉर एग्जांपल ਸਰ ਆ ਕੈਂਡਲ ਹੈ ਨਾ ਜੀ, ਮਤਲਬ ਇਹ ਫਾਰਮੇਸ਼ਨ ਦੇ ਵਿੱਚ ਹੈਗੀ ਹੈ ਜੀ, ਹਾਂਜੀ। ਤੇ ਆਪਾਂ ਚਲੋ ਆਪਾਂ ਨੇ ਅਜ਼ਿਊਮ ਕਰ ਲਿਆ ਜੀ ਨਾ ਹਾਈ ਤੋੜਤਾ, ਆਪਾਂ ਮੰਨ ਲਿਆ ਜੀ ਦਾ ਲੋ ਤੋੜਤਾ ਜੀ ਡਿਊਰਿੰਗ ਦਾ ਫਾਰਮੇਸ਼ਨ। ਹਾਂਜੀ ਡਿਊਰਿੰਗ ਦਾ ਫਾਰਮੇਸ਼ਨ ਆਫ ਦਾ ਕੈਂਡਲ ਲਈ ਆਪਾਂ ਨੇ ਐਂਟਰੀ ਲੈਣੀ ਹੈ ਜਦੋਂ ਇਹਦੀ ਕੈਂਡਲ ਕੰਪਲੀਟ ਹੋ ਜੂਗੀ ਜੀ ਉਦੋਂ। ਬਿਲਕੁਲ ਸਰ, ਫਾਰਮੇਸ਼ਨ ਡਿਊਰਿੰਗ ਦਾ ਫਾਰਮੇਸ਼ਨ। ਸਰ ਡਿਊਰਿੰਗ ਦਾ ਫਾਰਮੇਸ਼ਨ ਸਰ ਫਿਰ ਵੀ ਕਿਤੇ ਆਪਾਂ ਆਪਸ਼ਨ ਮੇ ਵੀ ਅਗਰ ਕੋਈ ਹੈ ਨਾ ਜੀ ਮੰਨ ਲਓ ਵਾਇਰ ਹਾਈ ਹੋ ਗਏ ਜੀ, ਤੇ ਮੇ ਵੀ ਅਪਵਰਡ ਟ੍ਰੈਂਡ ਦੇ ਵਿੱਚ ਵੀ ਹੋ ਸਕਦੀ ਹੈ ਫਿਰ ਤਾਂ। ਦੇਖੋ ਸਰ, ਪਹਿਲੀ ਗੱਲ ਤਾਂ ਮੇ ਬੀ ਤਾਂ ਬਹੁਤ ਕੁਝ ਹੋ ਸਕਦਾ ਹੈ। ਸੈਕੰਡ ਹੈ, ਹੁਣ ਮੰਨ ਲਓ ਮੈਂ ਇੱਕ ਐਗਜ਼ਾਮਪਲ ਦਿੰਦਾ। ਮੰਨ ਲਓ ਆਪਣਾ ਨਾ ਹਾਈ ਇੱਥੇ ਤੱਕ ਸੀ, ਆਹ ਨਾ ਕੰਸੀਡਰ ਕਰੋ, ਆਹ ਆਪਣਾ ਹਾਈ ਕੰਸੀਡਰ ਕਰ ਲਓ, ਠੀਕ ਹੈ ਜੀ।
ਆਪਾਂ ਸਰ ਹਾਈ ਕੰਸੀਡਰ ਕਰ ਲਿਆ ਜੀ, ਆਪਾਂ ਫਾਰਮੇਸ਼ਨ ਚੱਲ ਰਹੀ ਸੀਗੀ, ਆਪਾਂ ਦੇਖਿਆ ਕਿ ਇਥੋਂ ਫਾਰਮੇਸ਼ਨ ਆਪਣੇ ਕੀ ਕੀਤਾ, ਆਪਣਾ ਹਾਈ ਤੋੜਿਆ, ਆਪਾਂ ਐਂਟਰੀ ਲੈ ਲਈ, ਥੋੜਾ ਜਿਹਾ ਉੱਪਰ ਗਿਆ, ਇਸ ਤੋਂ ਬਾਅਦ ਹਜੇ ਆਪਣਾ ਟਾਰਗੇਟ ਆਇਆ ਨਹੀਂ ਸੀ, ਉਹ ਵਾਪਸ ਮੁੜਨਾ ਸ਼ੁਰੂ ਹੋ ਗਿਆ। ਹੁਣ ਵਾਪਸ ਮੁੜਦਾ ਮੁੜਦਾ ਦੇਖੋ ਕਿੱਥੋਂ ਤੱਕ ਚਲਾ ਗਿਆ, ਪਰ ਆਪਾਂ ਦਾ ਸਟਾਪ ਲਾਸ ਕਿੱਥੇ ਲਗਾ ਕੇ ਰੱਖਿਆ ਹੋਇਆ ਸੀ, ਕੈਂਡਲ ਦੇ ਲੋ ਤੇ, ਤਾਂ ਆਪਾਂ ਬੇਸਿਕਲੀ ਇੱਥੇ ਲਾਸ ਲੈ ਕੇ ਬਾਹਰ ਆ ਜਾਣਾ। ਹਾਂਜੀ, ਹੋਰ ਕੋਈ ਸਰ ਚਾਰਾ ਵੀ ਬਚਿਆ ਨਹੀਂ ਹੈ ਨਾ ਜੀ? ਹਾਂਜੀ ਬਿਲਕੁਲ ਜੀ, ਹਾਂਜੀ। ਮੈਂ ਜੀ ਹੋਰ ਕੋਈ ਮਤਲਬ ਦੂਸਰਾ ਰਾਸਤਾ ਵੀ ਬਚਦਾ ਨਹੀਂ ਹੈਗਾ ਜੀ ਇਸ ਕੇਸ ਦੇ ਵਿੱਚ? ਨਹੀਂ ਜੀ, ਦੇਖੋ ਆਪਾਂ ਸਰ ਚਲੋ ਠੀਕ। ਆਪਾਂ ਰਿਸਕ ਮੈਨੇਜਮੈਂਟ ਕਰਾਂਗੇ ਨਾ, ਆਪਾਂ ਉਹ 'ਚ ਗੱਲ ਕਰਾਂਗੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ, ਆਪਾਂ 5 ਦਿਨ, ਹਫਤੇ ਦੇ 5 ਦਿਨ ਪੈਸਾ ਨਹੀਂ ਕਮਾ ਸਕਦੇ। ਬਿਲਕੁਲ ਜੀ, ਬਿਲਕੁਲ ਬਿਲकुल। ਹਾਂਜੀ, ਆਪਾਂ 4 ਦਿਨ ਕਮਾ ਰਹੇ ਤੇ ਇੱਕ ਦਿਨ ਕਮਾਉਣਾ ਪੈਣਾ ਹੈ। ਇੱਕ ਨਾ ਇੱਕ ਸ਼ੇਅਰ ਮਾਰਕੀਟ ਦੀ ਨਾ ਇੱਕ ਕਹ ਲਓ ਵੀ ਪ੍ਰਵਰਬ ਹੁੰਦੀ ਹੈ, if you don't take the small losses you will take the mother of all losses। ਜੇ ਤੁਸੀਂ ਛੋਟੇ ਛੋਟੇ ਲਾਸ ਨਹੀਂ ਨਾ ਲੈਂਦੇ ਤਾਂ ਤੁਸੀਂ ਇੱਕ ਦਿਨ ਬਹੁਤ ਵੱਡਾ ਨੁਕਸਾਨ ਕਰਵਾਓਗੇ ਆਪਣਾ। ਮੈਂ ਕਈ ਲੋਕੀ ਦੇਖੇ ਆ, ਉਹ ਨਹੀਂ ਇਹਨੇ ਵਾਪਸ ਮੁੜ ਜਾਣਾ, ਕੋਈ ਨਹੀਂ ਇਹਨੇ ਵਾਪਸ ਮੁੜ ਜਾਣਾ। ਮੰਨ ਲਓ ਤੁਸੀਂ ਕੋਈ ਬਾਏ ਕਰ ਲਿਆ ਨਾ, ਉਹ ਨੀਚੇ ਗਿਰ ਗਿਆ, ਉਹ ਨਹੀਂ ਕੱਢਣਾ, ਨਹੀਂ ਇਹ ਕੋਈ ਨਹੀਂ, ਇਹ ਵਾਪਸ ਮੁੜ ਜਾਊਗਾ, ਕੋਈ ਨਹੀਂ। ਇਹ ਉਹ ਲੋਕ ਹੈ ਜਿਹੜੇ ਯੈਸ ਬੈਂਕ ਦਾ ਸ਼ੇਅਰ ਲੈ ਕੇ ਬੈਠੇ ਸੀ। ਮਤਲਬ ਅਜੰਪਸ਼ਨ ਬੇਸ ਵਰਕ ਨਹੀਂ ਕਰਨਾ ਜੀ ਉੱਪਰ, ਹੈ ਜੀ। ਜੋ 400 ਤੁਸੀਂ ਇੱਕ ਸਟਾਪ ਲਾਸ ਲਾਓ ਯਾਰ, 400 ਤੋਂ ਲੈ ਕੇ ਤੁਸੀਂ 350 ਦਾ ਸਟਾਪ ਲਾਸ ਲਾ ਲਿਆ ਵੀ 350 ਤੋਂ ਬਾਅਦ ਮੈਂ ਨਹੀਂ ਰੱਖਣਾ, ਮੈਂ ਕੱਢ ਦੇਣਾ। ਉਹਨਾਂ ਨੂੰ ਲੱਗੇ ਕੋਈ ਗੱਲ ਨਹੀਂ, ਜਦੋਂ ਮੁੜ ਜੂਗਾ ਵਾਪਸ, ਉਹ 350 300 ਤੇ ਆ ਗਿਆ, ਉਹਨਾਂ ਨੇ ਕਰਕੇ ਐਵਰੇਜਿੰਗ ਕਰ ਲਈ। ਨਹੀਂ ਐਵਰੇਜ ਕਰ ਲਓ ਯਾਰ, ਮੁੜ ਹੀ ਜਾਣਾ ਨਹੀਂ ਵਾਪਸ। ਉਹ 450 ਤੋਂ ਕਰਦਾ 10 ਰੁਪਏ ਤੇ ਆ ਗਿਆ। ਤੁਸੀਂ ਉਹ ਮੂਰਖ ਲੋਕ ਦੇਖੋ ਜਿਨ੍ਹਾਂ ਨੇ 400 ਤੋਂ ਗਿਰਦਾ ਹੋਇਆ ਦੇਖਿਆ ਤੇ ਉਹਨਾਂ ਨੇ 11 12 ਰੁਪਏ ਤੇ 15 ਰੁਪਏ ਤੇ ਖਰੀਦ ਲਿਆ ਵੀ ਸਸਤਾ, ਬਹੁਤ ਸਸਤਾ ਹੋਇਆ ਪਿਆ ਸ਼ੇਅਰ, ਖਰੀਦ ਲਓ ਦੁਬਾਰਾ ਚੜੂਗਾ। ਉਹ 15 ਤੋਂ ਵੀ 10 ਤੇ ਆ ਗਿਆ, 10 ਤੋਂ 9 ਤੇ ਵੀ ਆਇਆ ਉਹ। ਸੋ ਸਟਾਪ ਲਾਸ ਲਗਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਆਪਣਾ ਦੇਖੋ ਤੁਸੀਂ ਕਿੱਥੋਂ ਤੱਕ ਆਪਦਾ ਉਹ ਹਨਾ ਸ਼ਮਤਾ ਰੱਖਦੇ ਹੋ। ਜੇ ਤੁਸੀਂ ਇਹ ਕਹੋ ਵੀ ਸਾਨੂੰ ਕਿਸੇ ਦਿਨ ਵੀ ਨੁਕਸਾਨ ਹੋ ਹੀ ਨਹੀਂ ਸਕਦਾ, ਇਹ ਪੋਸੀਬਲ ਹੈ? ਬਿਲਕੁਲ ਜੀ, ਬਿਲਕੁਲ ਬਿਲਕੁਲ ਨਹੀਂ ਪੋਸੀਬਲ ਹੈ। ਤੁਸੀਂ ਗੱਡੀ ਚਲਾ ਰਹੇ ਹੋ, ਤੁਸੀਂ ਸਾਲ ਦੇ ਸਾਰਾ ਸਾਲ 365 ਦਿਨ ਗੱਡੀ ਚਲਾਉਂਦੇ ਹੋ, ਠੀਕ ਹੈ, ਤੁਸੀਂ 10 ਸਾਲ ਗੱਡੀ ਚਲਾਉਣੀ ਹੈ, ਤੁਸੀਂ ਕਹਿ ਸਕਦੇ ਹੋ ਵੀ ਸਰ ਮੈਨੂੰ ਕਦੇ, ਮੇਰਾ ਤਾਂ ਕਦੇ ਐਕਸੀਡੈਂਟ ਹੋ ਹੀ ਨਹੀਂ ਸਕਦਾ ਜੀ। ਭਾਵੇਂ ਠੀਕ ਹੈ ਜੀ, ਹਾਂਜੀ, ਠੀਕ ਹੈ। ਇਸ ਗੱਲ 'ਚ ਤਾਂ ਸਰ ਕੋਈ ਸ਼ਿੰਗਾਰਾ ਵੀ ਨਹੀਂ ਭਰ ਨਹੀਂ ਸਕਦਾ ਜੀ, ਹੈ ਨਾ। ਗੱਲ ਉਹ ਹੈ ਵੀ ਜੇ ਤੁਸੀਂ ਝਰੀਟਾਂ ਵੀ ਨਹੀਂ ਪਾਉਂਦੇ ਆਪਦੀ ਗੱਡੀ ਤੇ ਦਿਨ ਤੁਹਾਡੀ ਗੱਡੀ ਇਹੋ ਜਿਹੀ ਠੋਕੂਗੀ ਕਿ ਤੁਹਾਨੂੰ ਰੋਣਾ ਹੀ ਆ ਜਾਣਾ ਸਾਰਾ ਵੇਖ ਕੇ। ਸੋ ਮਾੜੀਆਂ ਮੋਟੀਆਂ ਝਰੀਟਾਂ ਪਵਾ ਲਿਆ ਕਰੋ, ਛੋਟੇ ਮੋਟੇ ਲਾਸ ਆ ਕੋਈ ਗੱਲ ਨਹੀਂ, ਰਿਕਵਰ ਹੋ ਜਾਂਦੇ ਆ। ਵੱਡੇ ਲਾਸ ਸਰ ਹੁਣ ਜਦੋਂ ਮੇਰਾ ਕਰੰਟ ਪੋਰਟਫੋਲੀਓ ਹੈਗਾ ਜੀ, ਜਿੱਦਾਂ ਹੁਣ ਟਾਟਾ ਡੇ ਬਾਈ ਡੇ ਜਾਂ SBI ਡੇ ਬਾਈ ਡੇ ਸਰ ਡਾਊਨ ਹੋ ਰਿਹਾ ਜੀ, ਹਾਂਜੀ ਸਰ ਮੈਂ ਕੀ ਕਰਾਂ, ਉਹਨਾਂ ਨੂੰ ਮਤਲਬ ਲੋਸ ਬੁੱਕ ਕਰ ਲਾਂ ਜੀ ਆਪਣਾ, ਜਾਂ ਹਲੇ ਵੇਟ ਕਰ ਲਾਂ, ਕਿਵੇਂ ਕਰਾਂ ਜੀ? ਸਰ ਦੇਖੋ ਉਹਦੇ ਵਿੱਚ ਉਹੀ ਅਗੇਨ ਮੈਂ ਫਿਰ ਕਹਿੰਦਾ ਕਿ ਤੁਸੀਂ ਦੇਖੋ ਕਿ ਤੁਸੀਂ ਉਹ ਕੀ ਸੋਚ ਕੇ ਲਿਆ ਸੀਗਾ ਜਾਂ ਤੁਸੀਂ ਉਹਦਾ ਕੀ ਟਾਰਗੇਟ ਰੱਖਿਆ ਹੋਇਆ ਸੀਗਾ। ਅੱਛਾ, ਠੀਕ ਹੈ, ਤਾਂ ਜਦੋਂ ਆਪਾਂ ਇਹ ਦੇਖਦੇ ਹਾਂ ਕਿ ਹਾਂਜੀ ਸਰ ਮੈਂ ਆਹ ਟਾਰਗੇਟ ਉਹਦਾ ਸੋਚ ਕੇ ਲਿਆ ਸੀਗਾ, ਮੇਰਾ ਉਹ ਟਾਰਗੇਟ ਨਹੀਂ ਆਇਆ, ਹੁਣ ਉਹ ਗਿਰਨ ਲੱਗ ਪਿਆ। ਤੇ ਗਿਰਨ ਲੱਗ ਗਿਆ ਤਾਂ ਦੇਖੋ ਇੱਕ ਤਾਂ ਆਪਾਂ ਇਹ ਕਹਿ ਸਕਦੇ ਵੀ ਇਹ ਕਿੱਦਾਂ ਦੀ ਗਿਰਾਵਟ ਹੈ, ਇਹ ਮਾਰਕੀਟ ਦੀ ਗਿਰਾਵਟ ਨਾਲ ਗਿਰ ਰਿਹਾ ਜਾਂ ਮੇਰਾ ਸ਼ੇਅਰ ਗਿਰ ਰਿਹਾ। ਦੋ ਤਰ੍ਹਾਂ ਦੀ ਗਿਰਾਵਟ ਹੁੰਦੀ ਹੈ, ਇੱਕ ਨੂੰ ਆਪਾਂ ਸਿਸਟਮੈਟਿਕ ਕਹਿੰਦੇ ਹਾਂ, ਇੱਕ ਨੂੰ ਆਪਾਂ ਅਨਸਿਸਟਮੈਟਿਕ ਕਹਿੰਦੇ ਹਾਂ। ਹਾਂਜੀ, ਮਾਰਕੀਟ ਦੀ ਗ੍ਰਾਫਟ ਹੈ ਜੀ, ਬਿਲਕੁਲ। ਹਾਂ, ਸਿਸਟਮੈਟਿਕ ਉਹ ਹੁੰਦਾ ਜਦੋਂ ਕੱਲਾ ਇੱਕ ਸ਼ੇਅਰ ਗਿਰਦਾ ਹੈ ਵੀ ਸਾਰੀ ਮਾਰਕੀਟ ਵਧੀਆ ਚੱਲ ਰਹੀ ਹੈ ਜੀ, ਮੇਰੇ ਵਾਲਾ ਸ਼ੇਅਰ ਗਿਰ ਰਿਹਾ, ਤਾਂ ਇਹਦਾ ਮਤਲਬ ਆਪਣੇ ਸ਼ੇਅਰ ਦੇ ਵਿੱਚ ਪ੍ਰੋਬਲਮ ਹੈ, ਆਪਾਂ ਗਲਤ ਸ਼ੇਅਰ ਚੂਜ਼ ਕਰ ਲਿਆ। ਜਦੋਂ ਇੱਕ ਮਿੰਟ ਜਦੋਂ ਆਪਾਂ ਕਹਿੰਦੇ ਹਾਂ ਕਿ ਸਿਸਟਮੈਟਿਕ ਗਿਰਾਵਟ ਆਈ ਹੈ, ਉਹ ਹੁੰਦਾ ਸ਼ੇਅਰ ਦੇ ਵਿੱਚ। ਅਨਸਿਸਟਮੈਟਿਕ ਕਿ ਸਾਰੀ ਮਾਰਕੀਟ ਹੀ ਡਾਊਨ, ਵੀ ਮੇਰੇ ਸ਼ੇਅਰ 'ਚ ਕੋਈ ਪ੍ਰੋਬਲਮ ਨਹੀਂ ਸੀਗੀ, ਠੀਕ ਹੈ, ਮੇਰੇ ਸ਼ੇਅਰ 'ਚ ਕੋਈ ਪ੍ਰੋਬਲਮ ਨਹੀਂ ਸੀ, ਸਾਰੀ ਮਾਰਕੀਟ ਗਿਰ ਗਈ ਤਾਂ ਉਹਦੀ ਵਜ੍ਹਾ ਕਰਕੇ ਮੇਰਾ ਸ਼ੇਅਰ ਗਿਰਿਆ, ਤਾਂ ਉਹਦੇ 'ਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਠੀਕ ਹੈ। ਤੁਹਾਡਾ ਸ਼ੇਅਰ ਗਿਰ ਰਿਹਾ, ਪ੍ਰੋਬਲਮ ਹੈ, ਮਾਰਕੀਟ ਵੀ ਗਿਰ ਰਹੀ ਹੈ, ਤੁਹਾਡਾ ਸ਼ੇਅਰ ਵੀ ਗਿਰਿਆ, ਕੋਈ ਗੱਲ ਨਹੀਂ, ਪੈਨਿਕ ਹੋਣ ਦੀ ਜ਼ਰੂਰਤ ਨਹੀਂ। ਜਦੋਂ ਮਾਰਕੀਟ ਰਿਕਵਰ ਕਰੇਗੀ ਤੁਹਾਡਾ ਸ਼ੇਅਰ ਨਾਲ ਦੀ ਨਾਲ ਰਿਕਵਰ ਕਰ ਜਾਏਗਾ। ਜੀ ਸਰ, ਜੀ ਠੀਕ। ਹਾਂਜੀ ਸਰ, ਹੋਰ ਕੋਈ ਡਾਊਟ ਜੀ? ਸਰ ਹਾਈ ਤੇ ਲੋ ਦਾ ਹਾਂਜੀ। ਤੇ ਭਾਜੀ ਦੂਜੀ ਗੱਲ ਆਹ ਇਹਦੇ ਵਿੱਚ ਵੀ ਆਪਾਂ 3% ਦਾ ਮਾਰਜਨ ਰੱਖਣਾ ਹੈ? ਨਹੀਂ ਸਰ, ਨਹੀਂ, ਆਪਾਂ ਇੰਟਰਾਡੇ ਕਰ ਰਹੇ ਹਾਂ। ਠੀਕ ਹੈ, ਠੀਕ ਹੈ, ਇੰਟਰਾਡੇ 'ਚ ਆਪਾਂ ਕਦੇ ਵੀ 3% ਦਾ ਮਾਰਜਨ ਵਗੈਰਾ ਕੁਝ ਨਹੀਂ ਲੈ ਕੇ ਚੱਲਦੇ। ਇੰਟਰਾਡੇ ਦਾ ਨਾਲ ਦੀ ਨਾਲ ਗੇਮ ਹੁੰਦੀ ਹੈ। ਇੰਟਰਾਡੇ ਤਾਂ ਕਈ ਵਾਰੀ ਤੁਹਾਨੂੰ 5 ਮਿੰਟ ਵੀ ਨਹੀਂ ਦੇਣੇ ਉਹਨੇ ਤੁਹਾਡਾ ਟਾਰਗੇਟ ਹਿੱਟ ਕਰਨ 'ਚ। ਤੁਸੀਂ ਬਸ ਬਾਈ ਆਰਡਰ ਲਾਓਗੇ, ਨਾਲ ਦੀ ਨਾਲ ਤੁਸੀਂ ਦੇਖੋਗੇ ਟਾਰਗੇਟ ਆ ਗਿਆ, ਸੈਲ ਕਰ ਦਿਓ। ਕਈ ਵਾਰੀ ਤੁਹਾਨੂੰ ਕਰਨੀ ਪੈ ਜਾਂਦੀ ਹੈ। ਠੀਕ ਹੈ, ਇਹਦੇ ਕੋਈ ਹੋਰ ਵੀ ਹੈਗੀਆਂ ਨੇ ਸਟ੍ਰੈਟਜੀਜ਼ ਕਿ ਬਸ ਕੱਲੀ ਇਹੀ ਹੈ? ਸਰ ਪਹਿਲਾਂ ਇਹ ਤਾਂ ਕਰੋ ਜੀ, ਪੈਸੇ ਤਾਂ ਕਮਾਓ। ਵੈਸੇ ਹੀ ਪੁੱਛ ਰਿਹਾ ਸੀ ਮੈਂ। ਠੀਕ ਹੈ, ਕੱਲ ਨੂੰ ਤੁਸੀਂ ਮੈਨੂੰ ਇਸ ਸਟ੍ਰੈਟਜੀ ਨਾਲ ਪੈਸੇ ਕੱਢ ਕੇ ਦਿਖਾਓ, ਮੈਂ ਤੁਹਾਨੂੰ ਅਗਲੀ ਸਟ੍ਰੈਟਜੀ ਨਾਲ ਦੀ ਨਾਲ ਕਰਾ ਦੂੰਗਾ।
ਜੇ ਉਹਦੇ ਨਾਲ ਕੱਢ ਕੇ ਵਿਖਾ ਦੇ ਤੁਹਾਨੂੰ ਤੀਜੀ ਸਟ੍ਰੈਟਜੀ ਫਿਰ ਨਾਲ ਦੀ ਨਾਲ ਕਰਾਂਗਾ। ਠੀਕ ਹੈ ਜੀ, ਠੀਕ ਹੈ। ਠੀਕ ਹੈ ਜੀ, ਕਲੀਅਰ ਹੈ? ਹਾਂਜੀ ਹਾਂਜੀ ਸਰ, ਥੈਂਕ ਯੂ। ਠੀਕ ਹੈ ਸਰ, ਮਿਲਦੇ ਫਿਰ ਆਪਾਂ ਨੂੰ ਕੱਲ ਨੂੰ ਜੀ। ਤੇ ਕੱਲ ਨੂੰ ਤੁਸੀਂ ਇਹ 30 ਮਿੰਟ ਵਾਲੀ ਸਟ੍ਰੈਟਜੀ ਦੇ ਨਾਲ ਤੁਸੀਂ ਇਹਨੂੰ ਬੈਕ ਟੈਸਟ ਕਰ ਲਿਓ ਜੋ। ਠੀਕ ਹੈ, ਅੱਜ ਦੇ ਦਿਨ ਜਿਹਨੂੰ ਬੈਕ ਟੈਸਟ ਕਰੋ। ਅੱਜ ਵੀ ਦੇਖੋ ਹਜੇ 12 ਵਜੇ ਆ, 3:30 ਵਜੇ ਤੱਕ ਮਾਰਕੀਟ ਹੈ, ਹੋ ਸਕਦਾ ਤੁਹਾਨੂੰ ਅੱਜ ਕੋਈ ਟ੍ਰੇਡ ਮਿਲ ਜੇ। ਲਓ ਟ੍ਰੇਡ, ਕੋਈ ਗੱਲ ਨਹੀਂ, ਜ਼ਿਆਦਾ ਸ਼ੇਅਰ ਨਾ ਲਿਓ ਜੋ, ਕਿਉਂਕਿ ਵਾਰ ਦਾ ਸਿਨੈਰੀਓ ਚੱਲ ਰਿਹਾ, ਵਾਰ ਦੀ ਕੋਈ ਵੀ ਖਬਰ ਆ ਸਕਦੀ ਹੈ। ਇੱਕ ਸ਼ੇਅਰ ਨਾਲ ਜਾਂ 2 ਸ਼ੇਅਰ ਨਾਲ ਟੈਸਟ ਕਰਕੇ ਦੇਖਿਓ। ਠੀਕ ਹੈ ਸਰ, ਠੀਕ ਹੈ। ਠੀਕ ਹੈ, ਅੱਜ ਤੁਹਾਨੂੰ ਹੋ ਸਕਦਾ ਟ੍ਰੇਡ ਮਿਲ ਜੇ ਕਿਸੇ ਨਾ ਕਿਸੇ ਚ। ਦੇਖੋ ਕੋਈ ਗੱਲ ਨਹੀਂ ਸਰ, ਅਪਲਾਈ ਕਰੋ, ਪ੍ਰੋਫਿਟ ਚ ਰਹੋਗੇ। ਓਕੇ।